ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਖਸਮੋਂ ਧੱਕੇ ਖਾਏ, ਖਸਮੋਂ ਧੱਕੇ ਖਾਏ, ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਖਸਮੋਂ ਧੱਕੇ ਖਾਏ, ਖਸਮੋਂ ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਮਾਨਸ ਭਰਿਆ ਆਣਿਆ, ਮਾਨਸ ਭਰਿਆ, ਮਾਨਸ ਭਰਿਆ ਆਏ, ਮਾਨਸ ਜਿਤ ਪੀਤੈ ਮਤ ਦੂਰ ਹੋਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਖਸਮੋਂ ਧੱਕੇ ਖਾਏ, ਖਸਮੋਂ ਧੱਕੇ ਖਾਏ, ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਨਾ ਪਛਾਣੇ। ਜਿਤ ਪੀਤੈ ਖਸਮ ਵੀਸਰੈ, ਜਿਤ ਪੀਤੈ
खसम वीस दरगह मिले सजाए, दरगह मिले झूठा मदमूल ना पीचई, झूठा मदमूल ना पीचई, जे का पार बसाए, जे का पार वसाए। अपना पराया ना पछाणे, अपना पराया ना पछाणे, खसमों तक्के खाए, खसमों खाए। अपना पराया ना पछाणे, अपना पराया ना पछाणे। नानक नदरी सच मद पाइयै, नानक नदरी सच मद, सतगुर मिलै जिस आए, सदा साहिब कै रंग रहे, सदा साहिब कै रंग रहे, महली पावे थाओ, महली पावे थाओ। अपना पराया ना पछाणे, अपना पराया ना, खसमों तक्के खाए, खाए। अपना पराया ना पछाणे, अपना पराया, अपना पराया, अपना पराया ना पछाणे। खसमों तक्के वाहिगुरू जी का खालसा, वाहिगुरू जी की फतेह। नमस्कार, अस्सलाम अलैकुम। जेकर कोई इंग्लिश दुनिया तो आया है उसनों गुड मॉर्निंग। अपना अज का साडा जिहड़ा प्रोग्राम है, असी इहदे विचकार एक टॉपिक नूं समझण वास्ते असी रल के एक शब्द गायन किया है, जिहड़ा शब्द बड़ा कॉमनली नोन है और असी सारे उस शब्द नूं किसी न किसी पक्षों जबानी याद रखते हाँ या एक दूजे नाल सांझ करते रहते हाँ ते कोट करते हाँ, जित पीता मत दूर होए बरल पवे बिछाए। जदों असी किसी मनुख नूं जो नशा करता है
ਖਾਸ ਤੌਰ 'ਤੇ ਸ਼ਰਾਬ ਪੀਣ ਵਾਲਾ ਜਾਂ ਡਰੱਗ ਖਾਣ ਵਾਲਾ। ਅਸੀਂ ਇਹ ਪੰਕਤੀ ਉਹਦੇ 'ਤੇ ਲਗਾ ਕੇ ਉਹਨੂੰ ਕੋਟ ਕਰਦੇ ਹਾਂ, ਆਪ ਅਸੀਂ ਮੁਕਤ ਹੋ ਜਾਂਦੇ ਹਾਂ। ਆਪ ਅਸੀਂ ਸੋਚਦੇ ਹਾਂ ਇਹ ਪੰਕਤੀ ਮੇਰੇ ਵਾਸਤੇ ਹੈ ਨਹੀਂ ਹੈ, ਕਿਉਂਕਿ ਮੈਂ ਤਾਂ ਸ਼ਰਾਬ ਪੀਂਦਾ ਨਹੀਂ। ਇਹ ਵਾਲਾ ਕੰਮ ਅਸੀਂ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸ਼ਬਦਾਂ ਬਾਰੇ ਵੀ ਕੀਤਾ ਹੈ। ਫਰਜ਼ ਕਰੋ ਜਿਵੇਂ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਅਸੀਂ ਇਸ ਆਰਤੀ ਦੇ ਸ਼ਬਦ ਬਾਰੇ ਵੀ ਬਸ ਇਤਨਾ ਹੀ ਇਸ ਨੂੰ ਸਮਝਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਜਗਨਨਾਥਪੁਰੀ ਕਿਹਾ, ਤੁਸੀਂ ਆਰਤੀ ਕਰਦੇ ਹੋ ਅਤੇ ਰੱਬ ਦੀ ਆਰਤੀ ਆਪੇ ਹੋ ਰਹੀ ਹੈ। ਸੋ ਅਸੀਂ ਉਹ ਜੇ ਥਾਲ ਘੁਮਾ ਕੇ ਆਰਤੀ ਨਹੀਂ ਕਰਦੇ ਤਾਂ ਉਹ ਸ਼ਬਦ ਨਾਲ ਅਸੀਂ ਕੁਝ ਲਾਹਾ ਨਹੀਂ ਲੈ ਪਾਉਂਦੇ ਹਾਂ। ਜਦ ਕਿ ਸ਼ਬਦ ਦਰਾ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਮਨੁ ਨਿਰੰਤਰ ਤੁਹਾਡਾ ਸੱਚ ਦਾ ਸੁਨੇਹਾ ਦਿੰਦਾ ਹੈ ਔਰ ਉਹਦੇ ਨਾਲ ਮੇਰਾ ਡਰ ਦੂਰ ਹੋ ਜਾਂਦਾ ਹੈ। ਇਹ ਤਨਾਸਰੀ ਮਹਿਲਾ ਪਹਿਲਾ ਉਸ ਆਰਤੀ ਟੌਪਿਕ ਦਾ ਰਹਾ ਹੋਇਆ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਦਾ ਸ਼ਬਦ ਵਾਜੰਤ ਪੇਰੀ ਰਹਾਓ। ਦਿਨ ਰਾਤ ਤੁਹਾਡੀ ਜਿਹੜੀ ਤੁਹਾਡਾ ਬਿਗੁਲ ਸਾਇਰਨ, ਤੁਹਾਡਾ ਸੱਚ ਦੀ ਮੱਤ ਦੇਣ ਵਾਲਾ ਅਨਹਦ ਨਾਦ ਮੀਨਸ ਅਨਇੰਟਰਪਟਿਡ ਸਤਿਗੁਰ ਦੇ ਸੁਨੇ ਨੂੰ ਸੁਣਦੇ ਰਹਿਣਾ। ਇਹਦੇ ਨਾਲ ਮੇਰੇ ਸਾਰੇ ਥਾਟ ਪ੍ਰੋਸੈਸ, ਮੇਰੇ ਗਗਨ ਦੇ ਥਾਲ ਸੋਚਣੀ ਦੇ ਮੰਡਲ ਵਿੱਚ ਹਮੇਸ਼ਾ ਆਰਤੀ ਹੁੰਦੀ ਰਹਿੰਦੀ ਹੈ। ਇਹਦਾ ਮਤਲਬ ਆਰਤੀ ਤਾਂ ਨਹੀਂ ਹੁੰਦੀ ਹੈ, ਅਸੀਂ ਆਰਤੀ ਦੀ ਅਵਸਥਾ 'ਚ ਤਦੋਂ ਨਹੀਂ ਹੁੰਦੇ ਹਾਂ ਜਦੋਂ ਅਸੀਂ ਡਰਦੇ ਹੁੰਦੇ ਹਾਂ। ਭਾਵ ਕਹਿਣ ਤੋਂ ਹੋਇਆ ਕਿ ਅਸੀਂ ਕੋਈ ਬੰਦਾ ਮਰ ਗਿਆ ਅਤੇ ਅਸੀਂ ਸੋਹਿਲਾ ਪੜ੍ਹਿਆ ਤਾਂ ਵੀ ਅਸੀਂ ਸੋਚ ਲਿਆ ਇਹ ਬੰਦਾ ਮਰ ਗਿਆ, ਅਸੀਂ ਇਹਦੇ ਵਾਸਤੇ ਸੋਹਿਲਾ ਪੜ੍ਹਿਆ ਔਰ ਆਮ ਕਹਾਵਤ ਬਣ ਗਈ ਫਲਾਣੇ ਦਾ ਸੋਹਿਲਾ ਪੜ੍ਹ ਦਿਓ। ਜੇ ਅਸੀਂ ਪੜ੍ਹਿਆ ਅਸਾਂ ਵੀ ਉੱਥੇ ਜਾਣਾ ਤਾਂ ਅਸੀਂ ਇਹਦੇ ਮੀਨਿੰਗਸ ਵੀ ਇਹੀ ਸਮਝੇ ਬਈ ਇਹ ਜਿਹਦੇ ਭੋਗ 'ਤੇ ਅਸੀਂ ਆਏ ਹਾਂ ਜਾਂ ਜਿਹੜਾ ਬੰਦਾ ਅੱਜ ਮਰ ਗਿਆ ਜਿੱਥੇ ਇਹ ਚਲਾ ਗਿਆ ਅਸਾਂ ਵੀ ਉੱਥੇ ਜਾਣਾ। ਤਾਂ ਅਸੀਂ ਸਾਰੇ ਸ਼ਬਦਾਂ ਨੂੰ ਇਸ ਤਰੀਕੇ ਦੇ ਨਾਲ ਕੁਝ ਆਪਣੇ ਆਪ ਦਾ ਜੀਵਨ ਉੱਚਿਆਂ ਕਰਨ ਬਾਰੇ ਪੱਖੋਂ ਐਸਕੇਪ ਕਰ ਜਾਂਦੇ ਹਾਂ, ਜਦ ਕਿ ਉਹ ਉਸ ਮਰਨ ਵਾਲੇ ਪ੍ਰਾਣੀ ਬਾਰੇ ਨਹੀਂ ਹੈ। ਜਦ ਕਿ ਇੰਦਰੇ ਗਿਆਨਿੰਦਰੇ ਕਹਿ ਰਹੇ ਨੇ ਕਿ ਇਹ ਮਨ ਜਿਸ ਨਿਜ ਘਰ ਵਿੱਚ ਚਲਾ ਗਿਆ ਹੈ, ਮਨ ਭਟਕਦਾ ਰਹਿੰਦਾ ਸੀ, ਮਨ ਦੂਜਿਆਂ ਦੇ ਬਾਰੇ ਸੋਚਦਾ ਰਹਿੰਦਾ ਸੀ, ਮਨ ਇਸ ਸਰੀਰ ਤੋਂ ਨਿਕਲ ਕੇ ਪਰਦੇਸੀ ਬਣਿਆ ਰਹਿੰਦਾ ਸੀ। ਇਸ ਮਨ ਨੂੰ ਲੈ ਕੇ ਸਤਿਗੁਰ ਦੀ ਮੱਤ ਦੇ ਕੇ, ਸਤਿਗੁਰ ਦੀ ਮੱਤ ਨਾਲ ਇਕਮਿਕ ਕਰਕੇ ਨਿਜ ਘਰ ਦਾ ਮਹਿਲ ਪ੍ਰਾਪਤ ਹੋਇਆ, ਜਿੱਥੇ ਮਨ ਜੀ ਚਲੇ ਗਏ ਹਨ ਉੱਥੇ ਅਸੀਂ ਸੁਰਤ ਮਤ ਬੁੱਧ ਨੇ ਵੀ ਜਾਣਾ ਹੈ। ਅਸਾਂ ਵੀ ਉੱਥੇ ਜਾਣਾ। ਇਹ ਸ਼ਬਦ ਕਿਤਨਾ ਪ੍ਰਚਲਿਤ ਹੈ, ਅਸਾਂ ਵੀ ਉੱਥੇ ਜਾਣਾ। ਲੇਕਿਨ ਸਾਡੇ ਤੋਂ ਜਾਣਾ ਕੋਈ ਨਹੀਂ ਚਾਹੁੰਦਾ। ਜੇ ਜਾਣਾ ਕੋਈ ਨਹੀਂ ਚਾਹੁੰਦਾ ਤਾਂ ਅਸੀਂ ਇਸ ਭਾਵ ਨਾਲ ਕਿਉਂ ਪੜ੍ਹਦੇ ਹਾਂ ਅਸਾਂ ਵੀ ਉੱਥੇ ਜਾਣਾ। ਸ਼ਬਦ ਇੱਕ ਬਹੁਤ ਉੱਚੀ ਅਵਸਥਾ ਦਾ ਹੈ, ਮੇਰਾ ਜੀਵਨ ਉੱਚਿਆਂ ਕਰਨ ਬਾਰੇ ਹੈ। ਜਦੋਂ ਮੇਰਾ ਮਨ ਮੰਨ ਜਾਏ ਔਰ ਸੁਰਤ ਮਤ ਬੁੱਧ ਨਾ ਮੰਨਣ ਤਾਂ ਗੜਬੜ ਰਹਿੰਦੀ ਹੈ, ਮਨ ਤਨ ਭੰਗ ਰਹਿੰਦਾ ਹੈ। ਔਰ ਜੇ ਮੇਰੀ ਮਤ ਮੰਨ ਜਾਏ ਲੇਕਿਨ ਮਨ ਨਾ ਮੰਨੇ, ਸੁਰਤ ਨਾ ਮੰਨੇ, ਬੁੱਧੀ ਨਾ ਮੰਨੇ, ਸਰੀਰ ਨਾ ਮੰਨੇ, ਔਰਗਨਸ ਨਾ ਮੰਨਣ ਤਾਂ ਵੀ ਮਨ ਤਨ ਭੰਗ ਰਹਿੰਦਾ ਹੈ। ਮਨੁੱਖ ਚਾਹੁੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਮਨੁੱਖ ਸੁਣਦਾ ਹੈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਪਰ ਸਰੀਰ ਨਹੀਂ ਮੰਨਦਾ। ਮਨੁੱਖ ਸੁਣਦਾ ਹੈ ਅੰਮ੍ਰਿਤ ਛਕਣਾ ਚਾਹੀਦਾ ਹੈ ਪਰ ਮਨ ਨਹੀਂ ਮੰਨਦਾ। ਮਨੁੱਖ ਚਾਹੁੰਦਾ ਹੈ ਕਿ ਗੁਰਦੁਆਰੇ ਚੱਲੋ ਪਰ ਮਨ ਕਹਿੰਦਾ ਅਖਬਾਰ ਬੈਠ ਕੇ ਪੜ੍ਹੋ। ਇਸ ਤਰੀਕੇ ਨਾਲ ਸਭ ਕੁਝ ਭੰਗ ਹੋ ਜਾਂਦਾ ਹੈ। ਪਰ ਜੇ ਸਾਰਾ
तन मन मेरा जग मेरी सृष्टि मेरा रोम रोम उस पासे टुरन वाल तैयार हो जावे जिस पासे मन मन गया, और मन ही इस बॉडी का चौधरी है। कहो कबीर मन मान्या तो हर जान्या, मन माने लोग ना पतीजै, ना पतीजै तो क्या कीजै। लोगों को मनाण की लोड़ नहीं है, लोगों कोलों कोई गारंटी कोई सर्टिफिकेट्स लैन की लोड़ नहीं है। लोग जिन्हों मर्जी साकत कह देंगे ने, जिन्हों मर्जी गुरमुख कह देंगे ने, जिन्हों मर्जी मनमुख कह देंगे ने। लोग अज जिदी उस्तत करते हैं कल उसकी निंदा करनी शुरू कर देंगे ने। सो मन माने लोग ना पतीजै, ना पतीजै तो क्या कीजै। मनुख नूं अपने मन नूं समझाना है। जिस पासे मन चला गया, गुरु पातशाह कहते हैं मेरे इंद्रे ज्ञान इंद्रे सुरत मत बुद्ध भी कहते हैं असां भी उत्थे जाना। साहिब संभाले पंथ निहाले, ये वाला सारा शब्द इस तरीके दे नाल शब्दां दे अर्थ अपने ते टुकाइए ना बदल जाते ने। सुने सुनाए नोशन वाले, पर एक गल सांझ करा इहदे नाल फायदा बड़ा होंदा है। पुरानी मक्खी ते मक्खी मारो तो जैसा सोचते हाँ वैसे बनते हाँ। जो हज़ारां सालों तो सुनिया है असी सारे वैसे समाज वाले बने हुए हैं। हज़ारां सालों तो सुनिया होया इस्त्री नूं ही कुड़ी नूं ही विआह के मुंडे वालियां दे घर जाना चाहिए। रब जी ने कानून नहीं बनाया, समाज ने बनाया है। इस करके साडे घरां विच नूंहां सस्सां दा झगड़ा जबरदस्त चल रहा है। लेकिन मैं अमेरिका रहिंदा, अमेरिका मैनू जितनी भी प्रॉपर्टी दे नाल कदी कित्थे कोई गल सुनन नूं मिली तो उत्थे प्रॉपर्टी नूं कहंदे ने मदर डॉटर हाउस। उत्थे धी विआह के मुंडे वालियां दे घर नहीं जाती, धी अपनी माँ नाल रहिंदी है। लेकिन ये दुनिया की एक वड्डी करामात है कि बई धी विआह के जदों अपने सौहरे चली जाती है साडे इस समाज के अंदर, उसके बावजूद भी वो अपने पेकिਆਂ का ध्यान करती है। पर असी सारे फिर भी पुत्र जम्मण ते ही वधाइयां देंदे रहंदे हैं। मैं मेन अपने टॉपिक ते आने वास्ते तुहाडे नाल प्रीफेस सांझ कर रहा स्पॉन्टेनियसली कि सानू सबनू किसी ना किसी किस्म का नशा चढ़िया होया है। जिहड़ा असी अज शब्द पढ़िया अपना पराया ना पछाणी खसमों धक्के खाए, असी इस दे नाल पहली पंक्ति नाल पढ़ते होंगे जित पीते मत दूर होए बरल पवे विचाए। ओए शराबी है तू शराब पींदा ना बरल पवे विचाए, देख पागल हो गया। लेकिन अपने बारे असी सोचते ही नहीं कि मैं किहड़ी शराब पीती हुई है, मैं कैसे बोल बोलदा हाँ, कैसे बोल बोलदी हाँ। मैं सुनिया है एक पति शराब पींदा सी, रोज़ शराब पी के घर आंदा सी। पत्नी रोज़ उस दे नाल बहस करदी सी, दोवां दी लड़ाई होंदी सी। पत्नी उहदे अंदर घर वड़न सार बुरा भला उच्चा बोल के वेलना सुट के उहनूं जलील करके उच्चे नीवें बोल बोलदी सी। एक दिन वो शराब पी के नहीं आया, लेकिन जदों घर अंदर वड़िया तो पत्नी ने वही भैड़े बोल बोले। कहंदा मैं तो अज शराब पी के नहीं आया, मेरी तो उतर गई है, तू अपना ध्यान कर, तैनू जिहड़े भैड़े बोल बोलन दा नशा चढ़ गया है, तू अपने भैड़े बोली तो कदों छुटेंगी। बड़ा सूक्ष्म है, अपने नशे तो छुटना, लेकिन इस तो भी ज़्यादा मुश्किल है अपने नशे नूं रिकगनाइज करना। अज दा टॉपिक असी कुछ इसी किस्म का लिया। नशा करते हाँ, कोई ना कोई नशा करते हाँ। कईयां नूं काम का नशा है, कईयां नूं क्रोध का नशा है, कईयां नूं लोभ का नशा है, कईयां नूं बिजनेस का वर्कोहॉलिक नशा है,
ਕਈਆਂ ਨੂੰ ਪਤੀ ਬਣ ਕੇ ਮੈਂ ਘਰ ਦਾ ਮਰਦ ਹਾਂ, ਸੱਚੀ ਗੱਲ ਵੀ ਠੀਕ ਗੱਲ ਮੈਂ ਮੰਨੀ ਨਹੀਂ, ਕਿਉਂਕਿ ਮੈਂ ਘਰ ਦਾ ਮਰਦ ਹਾਂ। ਉੱਚੇ ਬੋਲਾਂ ਦਾ ਨਸ਼ਾ ਹੈ, ਸਭ ਨੂੰ ਡੋਮੀਨੇਟ ਕਰਕੇ ਰੱਖਣ ਦਾ ਨਸ਼ਾ ਹੈ ਕਈਆਂ ਨੂੰ। ਪਤਨੀ ਨੂੰ ਆਪਣੇ ਜੋਬਨ ਦਾ ਨਸ਼ਾ ਹੋ ਜਾਏ ਤੇ ਉਹ ਜੋਰੂ ਦਾ ਗੁਲਾਮ ਬਣਾ ਕੇ ਆਪਣੇ ਨਸ਼ੇ ਨੂੰ ਪਾਲਦੀ ਹੈ। ਸਾਡਾ ਸਭ ਦਾ ਨਸ਼ਾ ਕਿੱਥੋਂ ਸ਼ੁਰੂ ਹੁੰਦਾ ਹੈ? ਸਾਡਾ ਨਸ਼ਾ ਜਦੋਂ ਅਸੀਂ ਸੈਲਫ ਐਸਟੀਮ ਛੱਡਦੇ ਹਾਂ, ਸੈਲਫ ਰਿਸਪੈਕਟ ਛੱਡਦੇ ਹਾਂ, ਆਪਣੇ ਆਪ ਨਾਲ ਜਦੋਂ ਅਸੀਂ ਪਿਆਰ ਨਹੀਂ ਕਰਦੇ ਤਾਂ ਅਸੀਂ ਸਪਿਰਿਚੁਅਲ ਬੀਇੰਗ ਨਹੀਂ ਰਹਿੰਦੇ, ਅਸੀਂ ਪਿਆਰ ਵਾਲੀ ਬੋਲੀ ਨਹੀਂ ਜਾਣਦੇ। ਵੀ ਆਰ ਨੋ ਮੋਰ ਲਵਿੰਗ ਬੀਇੰਗ। ਲਵਿੰਗ ਬੀਇੰਗ ਬਣਨ ਵਾਸਤੇ ਸਾਧ ਸੰਗਤ ਜੀ ਹੈਲਥ ਦੀ ਲੋੜ ਹੈ, ਲੇਕਿਨ ਹੈਲਥ ਕਿਹੜੇ ਵਾਲੀ? ਇੱਕ ਆਊਟਰ ਬਾਰ ਵਾਲੀ ਹੈਲਥ ਹੁੰਦੀ ਹੈ, ਇੱਕ ਇਨਰ ਹੈਲਥ ਹੁੰਦੀ ਹੈ। ਇਨਰ ਹੈਲਥ ਲਵਿੰਗ ਬੀਇੰਗ ਦੀ ਹੁੰਦੀ ਹੈ। ਜੋ ਇਨਰ ਹੈਲਥ ਵਾਲਾ ਲਵਿੰਗ ਬੀਇੰਗ ਬਣ ਜਾਂਦਾ ਹੈ, ਉਹ ਲਵ ਪਿਆਰ ਮੰਗਦਾ ਨਹੀਂ ਹੈ। ਜਿਹੜਾ ਆਊਟਰ ਹੈਲਥ ਬਣਾ ਕੇ ਰੱਖਦਾ ਹੈ, ਮੀਨਸ ਆਪਣੀ ਬਾਡੀ ਤੱਕ ਸੈਲਫਿਸ਼ ਮਹਦੂਦ, ਉਹ ਦੂਸਰਿਆਂ ਕੋਲੋਂ ਪਿਆਰ ਮੰਗਦਾ ਫਿਰਦਾ ਹੈ। ਇਨਰ ਹੈਲਥ ਵਿੱਚ ਜਿਹੜਾ ਸਟਰੋਂਗ ਹੈ, ਉਹ ਦੂਸਰਿਆਂ ਨੂੰ ਪਿਆਰ ਵੰਡਦਾ ਫਿਰਦਾ ਹੈ। ਕਿਤਨਾ ਜ਼ਮੀਨ ਅਸਮਾਨ ਦਾ ਫਰਕ ਹੈ ਇਨਰ ਹੈਲਥ ਔਰ ਆਊਟਰ ਹੈਲਥ। ਇਹ ਵਾਲੀਆਂ ਗੱਲਾਂ ਸਿੱਧ ਜੋਗੀ ਕਰਦੇ ਸਨ, ਲੇਕਿਨ ਸਿੱਧ ਜੋਗੀ ਆਪਣੀ ਸੋਚਦੇ ਸਨ ਸਰੀਰਕ ਤਲ ਤੱਕ, ਤੇ ਸਿੱਧ ਜੋਗੀ ਸਮਝਦੇ ਸੀ ਸਾਡੀ ਸਾਰੀ ਪਾਵਰ ਧੁੰਨੀ ਚੋਂ ਮਿਲਦੀ ਹੈ। ਧੁੰਨੀ ਨੇਵਲ, ਉਹ ਇਹਨੂੰ ਮੇਨ ਪੁਆਇੰਟ ਸਮਝਦੇ ਸੀ, ਇੱਥੋਂ ਮਿਲਦੀ ਹੈ। ਇਸ ਕਰਕੇ ਉਹ ਆਪਣੀ ਸਾਰੀ ਐਨਰਜੀ ਨੂੰ ਧੁੰਨੀ ਵੱਲ ਲਿਜਾਂਦੇ ਸਨ। ਗੁਰੂ ਪਾਤਸ਼ਾਹ ਇਸ ਗੱਲ ਨਾਲ ਸਹਿਮਤ ਨਹੀਂ ਹਨ। ਗੁਰੂ ਪਾਤਸ਼ਾਹ ਕਹਿੰਦੇ ਨੇ, ਸਨ ਕਾਦਿਕ ਨਾਰਿਦ ਮੁਨ ਸੇਖਾ, ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਉਹਨਾਂ ਨੇ ਆਪਣੇ ਅੰਦਰ ਝਾਤੀ ਮਾਰੀ ਨਹੀਂ। ਗੁਰਮਤਿ 'ਚ ਮਨ ਨੂੰ ਕੌਂਕਰ ਕਰਨਾ ਸਿਮਰਨ ਹੈ, ਮਨ ਨੂੰ ਕੌਂਕਰ ਕਰਨਾ ਮਨ ਜੀਤੇ ਜਗ ਜੀਤ ਹੈ, ਮਨ ਨੂੰ ਕੌਂਕਰ ਕਰਨਾ ਹੀ ਰੀਅਲ ਭਗਤੀ ਹੈ। ਜੋ ਮਨ ਨੂੰ ਕੌਂਕਰ ਕਰ ਲੈਂਦਾ, ਉਹ ਇੰਦਰੀਆਂ ਗਿਆਨ ਇੰਦਰੀਆਂ ਨੂੰ ਕਾਬੂ ਕਰਨਾ ਸਿੱਖ ਜਾਂਦਾ ਹੈ। ਇਹਨੂੰ ਭਗਤ ਅਵਸਥਾ ਕਹਿੰਦੇ ਨੇ। ਮਨ ਨੂੰ ਕੌਂਕਰ ਕਰ ਲੈਂਦਾ, ਰੱਬੀ ਗੁਣਾਂ ਨਾਲ ਜੀਣਾ ਜਾਂਦਾ ਹੈ। ਜੇ ਨਹੀਂ ਜੀਂਦੇ ਹਾਂ ਤਾਂ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਰੱਬੀ ਗੁਣਾਂ ਨਾਲ ਤੂੰ ਨਹੀਂ ਜੀਂਦਾ, ਮਨ ਨੂੰ ਭਗਤੀ ਨਹੀਂ ਆਉਂਦੀ। ਇਹਦਾ ਮਤਲਬ ਗੁਰਮਤਿ ਮਾਲਾ ਫੇਰਨ ਨੂੰ, ਚੌਂਕੜਾ ਮਾਰਨ ਨੂੰ, ਮੈਡੀਟੇਸ਼ਨ ਕਰਨ ਨੂੰ, ਇੱਕ ਟੰਗ 'ਤੇ ਖੜੇ ਹੋ ਜਾਣ ਨੂੰ, ਜੰਗਲ ਵਿੱਚ ਚਲੇ ਜਾਣ ਨੂੰ, ਰਿਨਾਊਂਸਿੰਗ ਨੂੰ, ਭੋਜਨ ਛੱਡ ਦੇਣ ਨੂੰ, ਜ਼ਬਾਨ ਬੰਦ ਕਰ ਲੈਣ ਨੂੰ, ਅੱਖਾਂ ਬੰਦ ਕਰ ਲੈਣ ਨੂੰ, ਮੌਨ ਧਾਰਨ ਕਰ ਲੈਣ ਨੂੰ ਭਗਤੀ ਨਹੀਂ ਮੰਨਦੀ। ਗੁਰਮਤਿ ਕਹਿੰਦੀ ਹੈ ਮਨ ਜੀਤੈ ਜਗ ਜੀਤ। ਮਨ ਨੂੰ ਕਿਵੇਂ ਜਿੱਤਿਆ ਜਾਂਦਾ? ਮਨ ਨੂੰ ਸਤਿਗੁਰ ਦੀ ਮੱਤ ਰਾਹੀਂ ਰੱਬੀ ਗੁਣ ਦਿੱਤੇ ਜਾਂਦੇ ਨੇ। ਰੱਬੀ ਗੁਣ ਜੇ ਨਹੀਂ ਹਨ, ਨੋ ਭਗਤੀ ਇਜ਼ ਬੀਇੰਗ ਡਨ, ਭਗਤੀ ਹੋ ਹੀ ਨਹੀਂ ਰਹੀ। ਗੁਣ ਦਿੱਤੇ ਨੇ, ਮਨ ਨੂੰ ਗੁਣ ਦਿੱਤੇ ਨੇ। ਮਨ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਗੁਣ ਵੰਡਦਾ ਹੈ। ਉਹਨੂੰ ਕਹਿੰਦੇ ਨੇ ਆਪ ਜਪੈ ਅਵਰੈ ਨਾਮ ਜਪਾਵੈ, ਸਾਰਿਆਂ ਨੂੰ ਟਿਊਨਡ ਕਰਦਾ ਹੈ। ਔਰ ਜਦੋਂ ਇਹ ਅਵਸਥਾ 'ਚ ਮਨ ਹੁੰਦਾ, ਮਨ ਦੀ ਇਸ ਅਵਸਥਾ ਨੂੰ ਭਗਤ ਕਹਿੰਦੇ ਨੇ। ਭਗਤ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ। ਸੋ ਸਿੱਧ ਜੋਗੀ ਸਾਰਾ ਸੈਂਟਰ ਬਣਾਉਂਦੇ ਸੀ ਧੁੰਨੀ ਨੂੰ। ਇਸ ਕਰਕੇ ਉਹ ਅਲਖ 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 ਇੱਕ ਲਫ਼ਜ਼ੀ ਰਟਨ ਕਰਦੇ ਰਹਿੰਦੇ ਸਨ। ਇੱਕ ਸ਼ਬਦੀ ਬਹੁਰੂਪ ਅਵਧੂਤਾ, ਉਹ ਇੱਕੋ ਲਫ਼ਜ਼ ਦਾ ਰਟਨ ਕਰਦੇ ਰਹਿੰਦੇ ਸਨ ਕਿ ਬਈ ਇਸ ਤਰ੍ਹਾਂ ਧਿਆਨ ਚਾਰੋਂ ਪਾਸੋਂ ਹਟ ਜਾਏਗਾ, ਧੁੰਨੀ ਵੱਲ ਪੈ ਜਾਏਗਾ। ਅਲਟੀਮੇਟਲੀ ਉਹ ਇੱਥੋਂ ਸਵਾਸ ਨੂੰ ਚੜ੍ਹਾ ਕੇ ਦਸਮ ਦੁਆਰ ਮੀਨਸ ਸਿਰ ਦੇ ਉੱਪਰ ਲੈ ਜਾਂਦੇ ਸਨ। ਨੱਕ ਮੂੰਹ ਬੰਦ ਕਰਕੇ, ਜੀਭ ਨੂੰ ਬਾਹਰ ਕੱਢ ਕੇ
ਐਸਾ ਲੰਬੀ ਜੀਭ ਕਰਦੇ ਜਾਂਦੇ ਸਨ। ਅਲਟੀਮੇਟਲੀ ਜੀਭ ਨੂੰ ਪੁੱਠਾ ਘੁਮਾ ਕੇ ਨੱਕ ਦਾ ਰਸਤਾ ਉੱਪਰ ਵੱਲ ਜਿਹੜਾ ਜਾ ਰਿਹਾ ਉਹਨੂੰ ਬੰਦ ਕਰ ਦਿੰਦੇ ਸਨ ਔਰ ਸਵਾਸਾਂ ਨੂੰ ਦਸਮ ਦੁਆਰ ਹੀ ਚੜ੍ਹਾ ਲੈਂਦੇ ਸੀ। ਉਹ ਇਹਨੂੰ ਕਹਿੰਦੇ ਸੀ ਸੁਰਤ ਲੱਗ ਗਈ। ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਇਆ ਕਰ, ਇਹ ਬਾਹਰਲੀਆਂ ਕਿਰਿਆ ਕਰਨ ਦਾ ਕੁਝ ਫਾਇਦਾ ਨਹੀਂ ਹੈ। ਤੇਰੇ ਮਨ ਨੂੰ ਵਿਕਾਰ ਖਾਣ ਦਾ ਨਸ਼ਾ ਚੜਿਆ ਹੋਇਆ ਹੈ ਔਰ ਤੇਰਾ ਮਨ ਐਸਕੇਪ ਕਰ ਰਿਹਾ ਹੈ। ਇਸ ਕਰਕੇ ਤੂੰ ਆਪਣੇ ਮਨ ਨੂੰ ਸਮਝਾ, ਮਨ ਨੂੰ ਫਿਕਸ ਅਪ ਕਰ। ਸੋ ਗੁਰਮਤ ਦਾ ਕੇਂਦਰ ਹੈ ਮਨ। ਮਨ ਨੂੰ ਕਿਸ ਕੇਂਦਰ ਤੱਕ ਪਹੁੰਚਾਉਣਾ ਹੈ? ਅੰਦਰ ਵਸਦੇ ਰੱਬ ਜੀ ਦੇ ਦਰ ਤੱਕ ਪਹੁੰਚਾਉਣਾ ਹੈ। ਮਰਨ ਤੋਂ ਬਾਅਦ ਵਾਲੇ ਦਰ ਦੀ ਮੈਨੂੰ ਕੋਈ ਗੱਲ ਨਹੀਂ ਸਮਝ, ਐਂਡ ਆਈ ਡੋਂਟ ਨੋ, ਆਈ ਕੈਨ ਨਾਟ ਸ਼ੇਅਰ ਐਟ ਆਲ। ਗੁਰੂ ਪਾਤਸ਼ਾਹ ਕਹਿੰਦੇ ਨੇ ਜੀਂਦੇ ਜੀਵਦਿਆਂ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ, ਤੈਨੂੰ ਅੱਜ ਰੱਬ ਜੀ ਨਾਲ ਇੱਕ ਮਿਕਤਾ ਪ੍ਰਾਪਤ ਕਰਨੀ ਚਾਹੀਦੀ ਹੈ। ਸਾਧ ਸੰਗਤ ਜੀ, ਤੁਸੀਂ ਮੇਰੇ ਨਾਲ ਯੈਸ ਔਰ ਨੋ ਕਰੋਗੇ। ਗੁਰਮਤਿ ਵਿੱਚ ਰੱਬ ਅਸਮਾਨ ਤੇ ਮੰਨਿਆ ਗਿਆ ਹੈ ਕਿ ਹਿਰਦੇ ਅੰਦਰ, ਹਿਰਦੇ ਅੰਦਰ। ਜੇ ਰੱਬ ਜੀ ਜਿੱਥੇ ਰਹਿੰਦੇ ਨੇ ਉਹਨੂੰ ਦਰਗਾਹ ਕਹਿੰਦੇ ਨੇ ਤਾਂ ਇਹਦਾ ਮਤਲਬ ਦਰਗਾਹ ਹਿਰਦੇ ਅੰਦਰ ਹੋਈ ਕਿ ਅਸਮਾਨ ਤੇ ਹੋਈ? ਹਿਰਦੇ ਅੰਦਰ। ਜੇ ਦਰਗਾਹ ਅੰਦਰ ਹੋਈ ਤਾਂ ਲੇਖਾ ਜੋਖਾ ਮਰਨ ਤੋਂ ਬਾਅਦ ਅਸਮਾਨ ਤੇ ਜਾ ਕੇ ਹੋਏਗਾ ਕਿ ਹੁਣੇ ਹੋਏਗਾ? ਕਿਤਨਾ ਤੇ ਸੌਖਾ ਹੈ, ਤੁਹਾਨੂੰ ਸਭ ਨੂੰ ਪਤਾ ਤੇ ਹੈ। ਫੇਰ ਕਿਉਂ ਭੁੱਲੇ ਹੋਏ ਆ ਮਰਨ ਤੋਂ ਬਾਅਦ ਵਾਲੇ ਸਵਰਗ ਨਰਕ ਦੇ ਚੱਕਰ ਵਿੱਚ? ਸਾਡੀ ਜ਼ਿੱਦਬਾਜ਼ੀ ਹੈ, ਮੈਂ ਨਾ ਮਾਨੂੰ। ਅਸੀਂ ਕਿਸੇ ਨੂੰ ਸਵਰਗਵਾਸੀ ਕਹੀ ਜਾ ਰਹੇ ਹਾਂ, ਕਿਸੇ ਨੂੰ ਗੁਰਪੁਰਵਾਸੀ ਕਹੀ ਜਾ ਰਹੇ ਹਾਂ, ਕਿਸੇ ਨੂੰ ਸੱਚਖੰਡ ਵਾਸੀ ਕਹੀ ਜਾ ਰਹੇ ਹਾਂ। ਨਸ਼ਾ ਜੋ ਚੜਿਆ ਹੋਇਆ ਹੈ। ਸੋ ਗੁਰਮਤ ਜੀਂਦੇ ਜੀ ਅੰਦਰ ਦੇ ਰੱਬ ਜੀ ਦੇ ਨਾਲ ਇੱਕ ਮਿਕਤਾ ਸਿਖਾਉਂਦੀ ਹੈ। ਇਹ ਇੱਕ ਮਿਕਤਾ, ਅੱਜ ਦੇ ਸ਼ਬਦ ਦੀ ਆਖਰੀ ਪੰਕਤੀ ਹੈ, ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੈ ਥਾਉ। ਨਿੱਜ ਕਰਦੇ ਮਹਿਲ ਦੇ ਅੰਦਰ ਥਾਂ ਪ੍ਰਾਪਤ ਹੋ ਜਾਂਦੀ ਹੈ। ਮੀਨਸ ਮਨੁੱਖ ਨੂੰ ਆਪਣੇ ਬਾਰੇ ਸਮਝ ਆ ਜਾਂਦੀ ਹੈ। ਉਹਨੂੰ ਕੀ ਕਹਿੰਦੇ ਨੇ? ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਉੱਚਾ ਉੱਚਾ ਬੋਲੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਪਤਾ ਨਹੀਂ ਸਾਨੂੰ ਕਿਹਨੇ ਕਹਿ ਦਿੱਤਾ ਮਰਨ ਤੋਂ ਬਾਅਦ ਰੱਬ ਜੀ ਦੇ ਘਰ ਸਹੁਰੇ ਘਰ ਜਾਵਾਂਗੇ। ਜੀਂਦੇ ਜੀ ਆਜ ਮਿਲਾਵਾ ਸ਼ੇਖ ਫਰੀਦ ਹੋ ਸਕਦਾ ਹੈ। ਸੋ ਜੇ ਜੀਂਦੇ ਜੀ ਨਹੀਂ ਕੀਤਾ ਨਾ ਤਾਂ ਸਾਡੀ ਬੈਲੈਂਸਡ ਅਵਸਥਾ ਨਹੀਂ ਰਹਿੰਦੀ। ਜੇ ਜੀਂਦੇ ਜੀ ਇੱਕ ਮਿਕਤਾ ਪ੍ਰਾਪਤ ਨਹੀਂ ਕੀਤੀ ਤੇ ਅਸੀਂ ਮਨੁੱਖ ਨਹੀਂ ਰਹਿੰਦੇ, ਮਨੁੱਖਤਾ ਦੇ ਤਲ ਤੋਂ ਢਹਿ ਪੈਂਦੇ, ਅਸੀਂ ਜਾਨਵਰ ਵਾਲਾ ਜੀਵਨ ਜੀਂਦੇ ਹਾਂ। ਮੈਂ ਨਾ ਜਾਨਵਰਾਂ ਬਾਰੇ ਨਹੀਂ ਕਹਿ ਸਕਦਾ ਕਿ ਜਾਨਵਰਾਂ ਨੂੰ ਨਸ਼ਾ ਚੜਿਆ ਹੋਇਆ ਹੈ, ਲੇਕਿਨ ਜਦੋਂ ਮਨੁੱਖ ਕੁੱਤੇ ਵਾਂਗੂ ਭੌਂਕਦਾ ਹੈ ਤਾਂ ਮੰਨਣਾ ਪਏਗਾ ਇਹਨੂੰ ਕੁੱਤੇ ਦੀ ਸ਼ਰਾਬ ਚੜ੍ਹ ਗਈ ਹੈ। ਜੇ ਮਨੁੱਖ ਕ੍ਰੋਧੀ ਤੋਂ ਇਲਾਵਾ ਕਾਮੀ ਹੋ ਜਾਂਦਾ ਹੈ ਤਾਂ ਮਨੁੱਖ ਨੂੰ ਹਾਥੀ ਦੀ ਕਾਮ ਰੋਗ ਮੈਗਲ ਬਸ ਲੀਨਾ, ਜੋ ਜੋ ਦਿਸੈ ਸੋ ਸੋ ਰੋਗੀ ਸ਼ਬਦ ਵਿੱਚ ਕਹਿੰਦੇ ਨੇ, ਹਾਥੀ ਵਾਲਾ ਰੋਗ ਤੈਨੂੰ ਸਤਾ ਰਿਹਾ ਹੈ। ਹਉਮੈ ਰੋਗ ਮਾਨੁਖ ਕੋ ਦੀਨਾ। ਔਰ ਇਸੀ ਦੇ ਕਾਰਨ ਉਹ ਦੂਸਰਿਆਂ ਜੀਆਂ ਜਨਤਾ ਵਾਲੇ ਰੋਗ ਪਾਲਦਾ ਰਹਿੰਦਾ ਹੈ। ਜੇ ਆਪਣੇ ਜੀਆਂ ਜਨਤਾ ਵਾਲੇ ਰੋਗਾਂ ਨੂੰ ਮਨੁੱਖ ਠੀਕ ਕਰ ਲਵੇ ਤਾਂ ਇਹਨੂੰ ਕਹਿੰਦੇ ਨੇ ਹੁਕਮੀ ਹੋਵਨ ਜੀ। ਜਪਜੀ ਸਾਹਿਬ ਵਿੱਚ ਮੇਰੇ ਅੰਦਰ ਦੇ ਸਾਰੇ ਜੀ ਜਿਤਨੇ ਨੇ ਇਹ ਨਿਯੰਤਰਿਤ ਹੋ ਗਏ ਨੇ, ਬੈਲੈਂਸਡ ਹੋ ਗਏ ਨੇ। ਸੋ ਜਿਹੜੀ ਇਨਰ ਹੈਲਥ ਹੈ ਨਾ, ਇਨਰ ਹੈਲਥ ਵਿੱਚ ਸਤਿਗੁਰ ਦੀ ਮੱਤ ਲੈ ਕੇ ਵਿਚਾਰ ਕੀਤੀ ਜਾਂਦੀ ਹੈ। ਆਊਟਰ ਹੈਲਥ ਵਿੱਚ ਵਿਚਾਰਨਾ ਕੁਛ ਨਹੀਂ ਪੈਂਦਾ, ਸ਼ੈਲੋ ਥਿੰਕਿੰਗ ਹੁੰਦੀ ਹੈ ਔਰ ਜਾਨਵਰਾਂ ਵਾਲਾ ਅਸੀਂ ਜੀਵਨ ਜੀਣ ਲੱਗ ਪੈਂਦੇ ਹਾਂ, ਜਿਹਦੇ ਨਾਲ ਅਸੀਂ ਈਰਖਾ, ਕ੍ਰੋਧ, ਨਫ਼ਰਤ, ਵੈਰ ਵਿਰੋਧ
ਪਾਲਦੇ ਰਹਿੰਦੇ ਆ, ਬੈਲੈਂਸ ਨਹੀਂ ਰਹਿੰਦੇ ਆ। ਜਦੋਂ ਬੈਲੈਂਸ ਨਹੀਂ ਰਹਿੰਦੇ ਆ ਤਾਂ ਅਸੀਂ ਆਪਣੇ ਜੀਵਨ ਵਿੱਚ ਬੈਰੀ ਬਿਗਾਨਾ ਰੱਖਣੇ ਸ਼ੁਰੂ ਕਰਦੇ ਹਾਂ। ਬੈਲੈਂਸਡ ਜੀਵਨ ਨਹੀਂ ਰੱਖਦੇ ਆ ਤਾਂ ਬੈਰੀ ਬਿਗਾਨਾ ਮੇਰੀ ਸਟੇਟਮੈਂਟ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਬ ਲਗ ਧਾਰੈ ਬੈਰੀ ਮੀਤ, ਤਬ ਲਗਨੇ ਚਲਨਾ ਹੀ ਚੀਤ। ਬੱਚਿਆਂ ਨੂੰ ਅਸੀਂ ਪੜ੍ਹਨ ਦਾ ਨਸ਼ਾ ਚੜ੍ਹਾ ਦਿੱਤਾ। ਹੁਣ ਅਸੀਂ ਆਪਣੀ ਬੱਚੀ ਨੂੰ ਚੰਗੇ ਗੁਣ ਦੇਣ ਦਾ ਟਾਈਮ ਹੀ ਨਹੀਂ ਹੈ। ਪੜ੍ਹਨ ਦਾ ਨਸ਼ਾ ਚੜ੍ਹਾ ਦਿੱਤਾ। ਉਠੋ ਬੇਟਾ, ਜल्दी जल्दी उठो, जल्दी जल्दी नाश्ता करो, जल्दी जल्दी स्कूल की बस आ जाएगी, जल्दी जल्दी स्कूल जाओ, वापस आके होमवर्क करना, फिर कल की तैयारी करना। बच्चा बड़ा हो गया, बच्चा कहता मम्मी मेरे से बात मत करो, मैं एग्ज़ाम की तैयारी कर रही हूँ। अब मेरे कॉलेज एंट्री के एग्ज़ाम है, कॉलेज एंट्री हो गई, बच्चा कॉलेज पढ़ आया। स्कूल और कॉलेज में साड़ी बेटी ने सीख लिया कि सस दे नाल नहीं रहना। ਸਕੂਲ ਕਾਲਜ ਵਿੱਚ ਇਸ ਤਰ੍ਹਾਂ ਗਲਾਸ ਤਿਆਰ ਕਰਕੇ ਉਹਦੇ ਵਿੱਚ ਸ਼ਰਾਬ ਪਾ ਕੇ ਪੀਣ ਦੇ ਨਸ਼ੇ ਦੀ ਗੱਲ ਮੈਂ ਨਹੀਂ ਕਰ ਰਿਹਾ, ਜਦ ਕਿ ਇਹ ਬੜਾ ਪ੍ਰੀਵੇਲਿੰਗ ਹੋ ਗਿਆ ਹੈ। ਪਰ ਸਾਡੀ ਬੱਚੀ ਸਿੱਖ ਗਈ ਇੱਕ ਸ਼ਰਾਬ ਹੋਰ, ਸੱਸ ਦੇ ਨਾਲ ਨਹੀਂ ਰਹਿਣਾ। ਉਹਨੂੰ ਉਹਨੇ ਦਾ ਨਸ਼ਾ ਚੜਿਆ ਹੋਇਆ। ਸਾਧ ਸੰਗਤ ਜੀ, ਸ਼ਬਦ ਨੂੰ ਨਾਲ ਰਿਲੇਟ ਕਰਦੇ ਜਾਵਾਂਗੇ। ਅੱਜ ਦਾ ਸ਼ਬਦ 554 ਅੰਕ 'ਤੇ ਸੁਸ਼ੋਭਿਤ ਹੈ। ਸਿਰਲੇਖ ਹੈ, ਸ਼ਲੋਕ ਮਹਿਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਮਨੁੱਖ ਬਿਲਟ ਇਨ ਕਾਮ ਕ੍ਰੋਧ ਲੋਭ ਅਹੰਕਾਰ ਲੈ ਕੇ ਆਇਆ ਹੈ। ਇਹਦੇ ਭਲੇ ਵਾਸਤੇ ਇਹਦੇ ਅੰਦਰ ਫਿੱਟ ਕੀਤੇ ਗਏ ਨੇ ਕਾਮ ਕ੍ਰੋਧ ਲੋਭ ਅਹੰਕਾਰ, ਸਾਰੇ ਜਿਤਨੇ ਪੁਆਇੰਟਸ ਜਿਨ੍ਹਾਂ ਦਾ ਨਾਂ ਅਸੀਂ ਵਿਕਾਰ ਰੱਖ ਲੈਂਦੇ ਹਾਂ। ਲੇਕਿਨ ਇਹ ਵਿਕਾਰ ਜਦੋਂ ਉਹਨਾਂ ਨੂੰ ਅਸੀਂ ਮਿਸਯੂਜ਼ ਕਰਦੇ ਹਾਂ ਤਾਂ ਵਿਕਾਰ ਬਣਦੇ ਨੇ। ਅਦਰਵਾਈਜ਼ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ। ਫਿਰ ਸਾਡੇ ਕਾਮ ਕ੍ਰੋਧ ਅਹੰਕਾਰ ਸਾਡਾ ਮੰਦਾ ਨਹੀਂ ਮੰਗਦੇ ਨੇ, ਸਾਡਾ ਭਲਾ ਕਰਦੇ ਨੇ। ਸਾਨੂੰ ਸਮਝ ਆ ਜਾਂਦੀ ਹੈ ਹਾਊ ਟੂ ਹੈਂਡਲ ਦਾ ਸਿਚੁਏਸ਼ਨ, ਹਾਊ ਟੂ ਰਿਐਕਟ। ਕਿਸ ਤਰ੍ਹਾਂ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਸੱਧਿਆ ਹੋਇਆ ਬੈਲੈਂਸਡ ਯੂਜ਼ ਕਰੀਏ। ਸੋ ਜਦੋਂ ਉਹ ਬੱਚੀ ਨੂੰ ਨਜ਼ਰ ਆਇਆ ਇਹ ਵਾਲਾ ਨਸ਼ਾ ਕਿ ਬਾਕੀ ਸਾਰੀਆਂ ਸਹੇਲੀਆਂ ਕਹਿੰਦੀਆਂ, ਉਹਨੇ ਸਮਾਜ ਦੀ ਇੱਕ ਸ਼ਰਾਬ ਪੀ ਲਈ। ਸਾਡਾ ਪੰਜਾਬ ਮਸ਼ਹੂਰ ਸੀ ਕਿ ਇੱਥੇ ਤਲਾਕ ਨਹੀਂ ਹੁੰਦਾ ਸੀ, ਲੇਕਿਨ ਉਸਨੇ ਸਮਾਜ ਦੀ ਇਹ ਸ਼ਰਾਬ ਪੀ ਲਈ। ਉਸਨੇ ਸਮਾਜ 'ਚੋਂ ਇਹ ਵਾਲਾ ਫੰਡਾਮੈਂਟਲ ਪਕੜ ਲਿਆ ਕਿ ਨਸ਼ਾ ਭਾਵੇਂ ਕਰੋ, ਸ਼ਰਾਬ ਭਾਵੇਂ ਪੀਓ, ਪਤੀ ਜਿੱਥੇ ਜਰਾ ਜੀ ਜਾਂ ਸੱਸ ਦੇ ਨਾਲ ਗੱਲ ਨਾ ਬਣੇ, ਇੱਕਦਮ ਜਾਂ ਤਾਂ ਤਲਾਕ ਲੈ ਲਓ ਜਾਂ ਸੱਸ ਦੇ ਨਾਲ ਪੁੱਤਰ ਨੂੰ ਤੋੜ ਕੇ ਲੈ ਜਾਓ, ਜਾਂ ਸਹੁਰੇ ਉੱਤੇ ਕੋਈ ਯੌਨ ਸ਼ੋਸ਼ਣ ਦਾ ਬਲੇਮ ਲਗਾ ਕੇ ਬਈ ਸਹੁਰਾ ਮੇਰੇ ਵੱਲ ਭੈੜੀ ਨਜ਼ਰ ਰੱਖਦਾ ਹੈ ਕਹਿ ਕੇ ਸਾਰੀ ਉਹਨਾਂ ਦੀ ਧੇਲੇ ਦੇ ਨਾਲ ਬਣਾਈ ਹੋਈ ਪ੍ਰਾਪਰਟੀ ਹਥਿਆ ਕੇ ਲੈ ਜਾਓ, ਪੁੱਤਰ ਵੀ ਖੋਹ ਕੇ ਲੈ ਜਾਓ। ਇਹ ਉਹਨੂੰ ਕਿੱਥੋਂ ਨਸ਼ਾ ਚੜਿਆ? ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਸ ਅਕਲ ਨੂੰ ਲੈ ਕੇ ਪਾਗਲਪਨ ਛਾ ਜਾਂਦਾ ਹੈ, ਉਹ ਵਾਲੀ ਅਕਲ ਦੀ ਸ਼ਰਾਬ ਪੀ ਲਈ। ਉਸ ਅਕਲ ਦਾ ਨਾਂ ਰੱਖਣਾ ਚਾਹੀਦਾ ਦੁਰਮਤ, ਭੈੜੀ ਮਤ, ਭੈੜੇ ਖਿਆਲਾਂ ਦੀ ਸ਼ਰਾਬ ਪੀ ਲਈ। ਕੋਈ ਕਾਮ ਦੀ ਸ਼ਰਾਬ ਪੀਂਦਾ, ਕੋਈ ਕ੍ਰੋਧ ਦੀ, ਕੋਈ ਲੋਭ ਦੀ, ਕੋਈ ਮੋਹ ਦੀ, ਕੋਈ ਤ੍ਰਿਸ਼ਨਾ ਦੀ, ਕੋਈ ਈਰਖਾ ਦੀ। ਲੋਕੀ ਈਰਖਾ ਪਾਲਦੇ ਰਹਿੰਦੇ ਨੇ, ਵੈਰ ਵਿਰੋਧ ਪਾਲਦੇ ਰਹਿੰਦੇ ਨੇ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਬਰਲ ਮੀਨਸ ਪਾਗਲਪਨ ਆ ਗਿਆ। ਆਪਣਾ ਪਰਾਇਆ ਨਾ ਪਛਾਣੀ, ਫਿਰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਸਾਧ ਸੰਗਤ ਜੀ, ਆਪਣਾ ਪਰਾਇਆ ਕਿਹਨੂੰ ਕਹਿੰਦੇ ਨੇ? ਇਹ ਕੁਝ ਸੱਜਣ ਜਿਹੜੇ ਮੇਰੇ ਘਰ ਰਹਿੰਦੇ ਨੇ, ਮੇਰੇ ਭੈਣ ਭਰਾ, ਮੇਰੇ ਮਾਂ ਪਿਓ, ਮੇਰਾ ਚਾਚਾ ਤਾਇਆ ਜਾਂ ਮੇਰੇ ਬੱਚੇ, ਇਹ ਮੇਰੇ ਆਪਣੇ ਨੇ। ਔਰ ਜਿਨ੍ਹਾਂ ਨਾਲ ਮੇਰਾ ਬਲੱਡ ਰਿਲੇਸ਼ਨ ਨਹੀਂ ਹੈ, ਇਹ ਮੇਰੇ ਆਪਣੇ ਨਹੀਂ ਨੇ, ਉਹ ਬੇਗਾਨੇ ਨੇ। ਅਸੀਂ ਤੇ ਸਾਰੇ ਇੰਝ ਹੀ ਸਮਝਦੇ ਹਾਂ। ਆਪਣਾ ਪਰਾਇਆ ਕੌਣ ਨਹੀਂ ਪਛਾਣਦਾ?
ਜਦੋਂ ਤੱਕ ਮੇਰੀ ਮੱਤ ਨੂੰ, ਇਸ ਬੋਡੀ ਨੂੰ ਸਮਝ ਨਹੀਂ ਨਾ ਆਉਂਦੀ ਕਿ ਇਹ ਮਨ ਮੇਰਾ ਆਪਣਾ ਹੈ ਕਿ ਨਹੀਂ। ਅਸੀਂ ਮਨ ਨੂੰ ਆਪਣਾ ਸਮਝ ਲੈਂਦੇ ਹਾਂ ਔਰ ਮਨ ਇਸ ਬੋਡੀ ਦੇ ਨਾਲ ਪੂਰੀ ਦੁਸ਼ਮਣੀ ਕੱਢਦਾ ਹੈ, ਨਸ਼ੇ ਦੀ ਸ਼ਰਾਬ ਪੀਂਦਾ ਹੈ। ਤੁਸੀਂ ਨਸ਼ੇ ਵਾਲਿਆਂ ਦੇ ਬਾਰੇ ਗਜ਼ਲ ਵੀ ਸੁਣੀ ਹੈ, ਗੀਤ ਵੀ ਸੁਣਿਆ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਮਿਲਿਆ ਨਾ ਪਿਆਰ ਤਾਂ ਮੈਂ ਤੈਨੂੰ ਗੱਲ ਲਾ ਲਿਆ। ਕਿਹਨੂੰ ਗੱਲ ਲਾ ਲਿਆ? ਸ਼ਰਾਬ ਨੂੰ ਕਹਿ ਰਿਹਾ। ਮਿਲਿਆ ਨਾ ਪਿਆਰ ਤਾਂ ਮੈਂ ਤੈਨੂੰ ਗੱਲ ਲਾ ਲਿਆ, ਭੁੱਲਿਆ ਨਾ ਪਹਿਲਾ ਗਮ ਦੂਜਾ ਪੱਲੇ ਪਾ ਲਿਆ। ਪਹਿਲੀ ਪ੍ਰੋਬਲਮ ਦੂਰ ਨਹੀਂ ਹੋਈ, ਨਸ਼ੇ ਦੀ ਇੱਕ ਹੋਰ ਆਦਤ ਪੈ ਗਈ। ਸਤਸੰਗ ਜੀ, ਅਸੀਂ ਇਸ ਆਦਤ ਤੋਂ ਛੁੱਟ ਸਕਦੇ ਹਾਂ ਜੇ ਅੰਦਰ ਦਾ ਮੈਲ ਪ੍ਰਾਪਤ ਹੋ ਜਾਏ ਔਰ ਸਾਨੂੰ नम्रता, मिठास और प्यार वाली हलीमी और सबको मीत हम आपन कीना वाली जाच जेकर समझ आ जाए। नो नीड टू ब्लेम पंजाब के, पंजाब विच नशा है, नशा तो पूरे वर्ल्ड विच है, लेकिन पंजाब कोल एक बड़ा कीमती वामथ दा, प्यार दा, सारी दुनिया वास्ते जीण दा जिहड़ा जज्बा सी ना, वो गायब हो रहा है। इस करके असी नशियां वल वध रहे हैं, ईरखा वध रही है, हेट्रेड वध रही है। जितना साढ़े पंजाब के लोग इंडिया तो बाहर जाते हैं, वो जो वापस आते हैं उन्होंने 2 बटन खोले होंगे ने, मोटिया मोटिया मझां के गले चेन जिस तरह पाई होंगे, सोने की चेनां पाइया होंदियां, हाथी चेनियां पाइया होंदियां, महंगी कार तो उतरते हैं। बाकी सारे हैरान रह जाते हैं, जे साडा पुत्र बाहर जाए तो इंज लहरां बहरां हो जांदियां। तां ईरखा यह साडी वामत खत्म कर रही है। हेट्रेड, नफरत साडी वामत खत्म कर रही है। नूह सस दे झगड़े वध रहे ने, किसी जगह सस हावी है नूह ते, किसी जगह नूह हावी है सस ते। असी घर नरक बनाए हुए ने, सारा कम एस्केप कर लिया। एक मुंडे नूं मैं पुछया, तेरे घर तेरी माँ और तेरी वोटी का झगड़ा होंदा है? कहंदा हाँ होंदा है। आप असी तो थक्के मांदे घर जाते हैं, असी तो अपना पैग खोलते हैं, पी लेंदे हाँ, क्योंकि असी ना यह नोटिस किया है, यह औरतों का डिपार्टमेंट है, वो आपे संभालदियां ने। वाह जी वाह, एक पासे तेरी माँ पिस रही है, दूजे पासे तेरे बच्चे की माँ जो तेरी वोटी है वो पिस रही है। तैनू कुछ भी जरा जा भी समझ ही नहीं आ रही, तू किहड़ा नशा करदा है? तू तो एस्केप करदा है, राती सौंदा, भुलिया ना पहला गम दूजा पल्ले पा लिया, सवेरे तू उठदा फिर तू थक्या हुंदा है, फिर भी तेरी कोई फ्रैशनैस नहीं होंदी, फिर तू एस्केप करके नस जाना है। मन जदों सानू कहंदा ना सब कुछ अपना, एक राम पराया, सो अपने पराए की डेफिनेशन है कि मन इस बॉडी नू अपनी मर्जी मुताबक जीना शुरू कर देंदे ने। उन्होंने कहते हैं देही गावां जियो धर मैं तो, बसै पंच किरसाना, नैनू नकटू श्रवनू रसपत, इंद्री किया ना माना। इंद्री मतलब पता की होंदा है? मन। जदों मन अपनी मर्जी करन लगता है, बाबा आप ना बस होए गाओ, ये शरीर फिर सुखी नहीं रहिंदा। फिर कोई जरा जा कुछ कह जाए तो अग बबूला हो जाता है, कोई कुछ कह जाए बर्दाश्त नहीं कर सकता, टॉलरेंस नहीं रहती है। मैं नोटिस करदा जदों मैं अज तो 20 साल पहला इंडिया काफ़ी सालों के गैप तो बाद आया, तो मैं जिन्हां दे नाल कार ते बैठा, तो जिहड़ा बंदा पैदल जा रहा हुंदा सी उहनूं जोर दी हॉर्न करदे सन। मैं कहा यार ना इस तरह हॉर्न ना करया करो, उन्होंने पैदल जान दिया करो, पर वो मनते नहीं सन। मेरा ना ये गल्लां सांझ करन दा मतलब है कि असी सॉफ्ट ही नहीं रहंदे, हंकारे ही रहंदे हैं। हंकार दा नशा चढ़िया रहिंदा, मेरी कार है, मेरा स्कूटर है, मैं जा रहा, तुसी सारे भाड़ में जाओ। पैदल वाले दे नाल कोई टेंडरनेस नहीं। सत्संग जी यही आदत बिल्कुल ऑफिस के नौकरां नाल शुरू होएगी, क्योंकि एक नशा चढ़िया होया मैं हूँ, मैं रोग मानुख को दीना हूँ, मैं रोग पालिया होया है, मैं
मेरा ऑफिस, मेरा काम, ਐਵੇਂ ਹੀ ਥੋੜ੍ਹਾ ਨਾ ਧੱਕੇ ਖਾਂਦੇ ਆ, ਇੰਨੇ ਸਾਲਾਂ ਤੋਂ ਇਤਨੀ ਮਿਹਨਤ ਕਰਕੇ ਆਫਿਸ ਬਣਾਇਆ ਹੈ। ਸੋ ਆਪਣੀ ਜ਼ਬਾਨ ਵੀ ਕਾਬੂ ਨਹੀਂ ਰਹਿੰਦੀ। ਔਰ ਇਹ ਚੜਿਆ ਹੋਇਆ ਨਸ਼ਾ ਲੈ ਕੇ ਘਰ ਆ ਜਾਂਦੇ ਆ, ਪਤੀ ਪਤਨੀ ਤੇ ਵੋਟੀ ਬੱਚਿਆਂ ਤੇ ਕੱਢਦੇ ਹਾਂ। ਸੋ ਬੈਲੈਂਸ ਨਹੀਂ ਰਹਿੰਦਿਆਂ ਬੈਰੀ ਬਿਗਾਨਾ ਸ਼ੁਰੂ ਕਰਦਿਆਂ ਗੁਰੂ ਪਾਤਸ਼ਾਹ ਕਹਿੰਦੇ ਨੇ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਸਾਧ ਸੰਗਤ ਜੀ, ਇੱਕ ਪਾਸਾ ਦੇਖੋ, ਜੇ ਕੋਈ ਬੰਦਾ ਸ਼ਰਾਬ ਪੀ ਲੇ ਨਾ, ਉਹਨੂੰ ਵੀ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਨਸ਼ਾ ਕਰਕੇ ਆਇਆ ਬੰਦਾ ਔਰ ਆਪਣੇ ਨਸ਼ੇ ਵਿੱਚ ਘਰ ਦੇ ਬੂਹੇ ਨੂੰ ਨੌਕ ਕਰਦਾ ਹੈ, ਅੱਗੋਂ ਦੀ ਵੋਟੀ ਬੂਹਾ ਖੋਲਦੀ ਹੈ ਤਾਂ ਕਹਿੰਦਾ ਉਹ ਭੈਣ ਜੀ ਗਲਤੀ ਹੋ ਗਈ, ਗਲਤ ਘਰ 'ਚ ਆ ਗਿਆ। ਉਹ ਨਸ਼ੇ ਵਿੱਚ ਹੈ, ਉਹਨੂੰ ਪਛਾਣ ਨਹੀਂ ਹੈ ਕੌਣ ਕੌਣ ਹੈ। ਲੇਕਿਨ ਜਦੋਂ ਅਸੀਂ ਮੰਦੇ ਖਿਆਲਾਂ ਦੀ ਸ਼ਰਾਬ ਪੀ ਲੈਂਦੇ ਹਾਂ, ਭਾਵੇਂ ਉਹ ਕਾਮ ਹੈ, ਭਾਵੇਂ ਕ੍ਰੋਧ ਹੈ, ਭਾਵੇਂ ਲੋਭ ਹੈ, ਭਾਵੇਂ ਹੇਟਰੇਡ ਹੈ, ਨਫ਼ਰਤ ਹੈ, ਡੋਮੀਨੇਸ਼ਨ ਹੈ, ਜੋ ਮਰਜ਼ੀ ਹੈ, ਉਹਦੇ 'ਚ ਮੇਰੇ ਮਨ ਨੂੰ ਆਪਣੀ ਬਾਡੀ ਉੱਤੇ ਟਾਰਚਰ ਕਰਨ ਦੀ ਆਦਤ ਪੈ ਜਾਂਦੀ ਹੈ ਔਰ ਅਸੀਂ ਦੂਸਰਿਆਂ ਨੂੰ ਡੋਮੀਨੇਟ ਕਰਨਾ ਸ਼ੁਰੂ ਕਰਦੇ ਹਾਂ। ਪਿਆਰ ਮੰਗਦੇ ਫਿਰਦੇ ਹਾਂ, ਪਿਆਰ ਵੰਡਦੇ ਨਹੀਂ ਹਾਂ। ਅਤੇ ਇੱਕ ਜਗ੍ਹਾ ਮੈਂ ਸਾਂਝ ਕੀਤੀ ਸੀ, ਪਹਿਲਾਂ ਵੀ ਸਾਂਝ ਕਰ ਚੁੱਕਾ ਕਿ ਟੀਚਰ ਨੇ ਬੱਚਿਆਂ ਦੇ ਸਾਹਮਣੇ ਕੱਚ ਦਾ ਗਲਾਸ ਇੰਝ ਪਕੜਿਆ ਔਰ ਇੱਥੇ ਇਹ ਹੱਥ 'ਚ ਪਕੜ ਕੇ ਬੱਚਿਆਂ ਨੂੰ ਪੁੱਛਦਾ ਕੀ ਹੈ। ਬੱਚਿਆਂ ਨੇ ਕਿਹਾ ਸੰਤਰਾ। ਸਰ ਔਰੇਂਜ। ਇਹਨੇ ਉਹਨੂੰ ਸਕਵੀਜ਼ ਕੀਤਾ, ਗਲਾਸ ਵਿੱਚ ਰਸ ਟਪਕਿਆ। ਬੱਚਿਆਂ ਨੂੰ ਕਹਿੰਦਾ ਇਹ ਕਿਸ ਕਾ ਜੂਸ ਹੈ? ਬੱਚਿਆਂ ਨੇ ਕਿਹਾ ਔरेंज जूस है। टीचर कहता नहीं ये एप्पल जूस है। बच्चे कहते नो सर ये ऑरेंज जूस है। तुसी सारे बोलो केड़ा जूस निकलिया? केड़ा वो निकलिया? ऑरेंज जूस निकलिया ना, क्योंकि संतरे अंदर ये वाला जूस है। प्रतीक है गल दा, जो पावे भांडे विच वस्त सा निकलै, क्या कोई करे बेचारा। असी अपने भांडे अंदर जो पाया होया है ना, बाहर वही निकलना है। जे पति बचपन तो सिखाया कि वोटी नूं डोमीनेट करना है तो वो डोमीनेट ही करेगा, बाई दिस वे और दैट वे। या तो ऊंचा बोल के मनाएगा, या क्रोध करके मनाएगा, या फिर रो के मनाना शुरू कर देगा, या फिर कहेगा जाओ फिर मैं मर जावांगा, हार्ट अटैक हो जाएगा, मैनू होर ना गल करना अगे। गल की है चढ़िया दरअसल नशा होया है। सारी उम्र सिक्ख्या ही यही है, भांडे अंदर नशा पाना है। केड़ा? मेरी गल मनी जाए, आइदर माई वे और हाई वे, बस मेरी जी मर्जी मुताबिक ही चलो। सो ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਪਿਆਰ ਵੰਡ ਨਹੀਂ ਪਾਉਂਦੇ ਨੇ। ਜੋ ਪਾਵੇ ਭਾਂਡੇ ਵਿੱਚ ਉਹ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਲੇਕਿਨ ਜਿਹੜਾ ਇਨਸਾਨ ਜਾਗ ਪੈਂਦਾ ਹੈ, ਜਿਸਨੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਦਾ ਨਸ਼ਾ ਕਰਨਾ ਹੈ ਨਾ, ਸੱਚਾ ਮਦ ਲੈਣਾ ਹੈ, ਉਹ ਪਹਿਲਾ ਵਸ ਜਾਣ ਕੇ ਤਾਂ ਕੀਚੇ ਵਪਾਰ ਸ਼ੁਰੂ ਕਰਦਾ ਹੈ। ਉਹ ਚਾਰੋਂ ਪਾਸੇ ਚੁਣ ਚੁਣ ਕੇ ਲੱਭ ਕੇ ਚੰਗੇ ਗੁਣਾਂ ਦਾ ਵਪਾਰ ਕਰਨਾ ਸ਼ੁਰੂ ਕਰਦਾ ਹੈ, ਤਾਂ ਕਿ ਇਸ ਨੂੰ ਆਪਣੇ ਭਾਂਡੇ ਅੰਦਰ ਪਾਇਆ ਜਾਏ। ਉਹ ਦੇਖਦਾ ਹੈ ਕਿ ਸਹਿਜ ਕਿਵੇਂ ਜੀਵਿਆ ਜਾਂਦਾ ਹੈ, ਉਹ ਦੇਖਦਾ ਹੈ ਕਿ ਸਬਰ ਨੂੰ ਕਿਵੇਂ ਪ੍ਰੈਕਟਿਸ ਕੀਤੀ ਜਾਂਦੀ ਹੈ, ਉਹ ਦੇਖਦਾ ਹੈ ਕਿ ਟੋਲਰੈਂਸ ਕਿਵੇਂ ਰੱਖੀ ਜਾਂਦੀ ਹੈ। ਉਹ ਆਪਣੀ ਮਨ ਕੀ ਮੱਤ ਦੇ ਹੰਕਾਰ ਦੇ ਨਸ਼ੇ ਵਿੱਚ ਨਹੀਂ ਜੀਂਦਾ ਰਹਿੰਦਾ, ਜਿਹੜਾ ਬੰਦਾ ਨਸ਼ੇ ਤੋਂ ਛੁੱਟਣਾ ਚਾਹੁੰਦਾ ਹੈ। ਸੋ ਜਦੋਂ ਅਸੀਂ ਨਸ਼ਾ ਕਰਦੇ ਹਾਂ ਨਾ, ਤਾਂ ਅਸੀਂ ਡੈਡ ਬਾਡੀ ਹੋ ਜਾਂਦੇ ਹਾਂ।
ਅੱਜ ਕੱਲ੍ਹ ਤਾਂ ਇੱਥੇ ਵੀ ਉਹਨਾਂ ਨੇ ਸਾਨੂੰ ਉਹ ਬੈਲੂਨ ਟੈਸਟ ਜਾਂ ਜੋ ਵੀ ਐਲਕੋਹਲ ਦਾ ਟੈਸਟ ਕਰਨਾ ਡਰਾਈਵਿੰਗ 'ਤੇ ਸ਼ੁਰੂ ਕਰ ਦਿੱਤਾ ਹੈ। ਲੇਕਿਨ ਪਹਿਲਾਂ ਮੈਂ ਉਸਨੂੰ ਅਮਰੀਕਾ ਹੀ ਦੇਖਿਆ ਸੀ, ਉਹ ਬੈਲੂਨ ਟੈਸਟ ਕਰਦੇ ਸਨ ਔਰ ਰੋਕ ਲੈਂਦੇ ਸਨ, ਜਾਂ ਤਾਂ ਚਲਾਨ ਕੱਟਦੇ ਸਨ ਜਾਂ ਕੁਝ ਕਰਦੇ ਸਨ। ਲੇਟੈਸਟ ਅਮਰੀਕਾ ਦੇ ਅੰਦਰ ਕਾਨੂੰਨ ਬਣ ਗਿਆ ਕਿ ਜੇ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਕਾਰ ਰੋਕ ਕੇ, ਪਹਿਲੇ ਵਾਂਗੂ ਨਹੀਂ ਕਹਿੰਦੇ ਵੀ ਤੂੰ ਨਹੀਂ ਚਲਾਏਂਗਾ, ਤੇਰੀ ਵੋਟੀ ਜਾਂ ਬੇਟਾ ਚਲਾ ਸਕਦਾ ਹੈ। ਪਹਿਲੇ ਵਾਂਗੂ ਇਹ ਨਹੀਂ ਕਹਿੰਦੇ ਵੀ ਚਲਾਨ ਕੱਟ ਦਿੱਤਾ ਵੀ ਜਾਓ। ਹੁਣ ਇਹ ਹੋ ਗਿਆ, ਉਹਨੂੰ ਸਾਰੀ ਕਾਰ ਰੋਕ ਕੇ ਥਾਣੇ ਲੈ ਜਾਂਦੇ ਨੇ ਔਰ ਉਸ ਬੰਦੇ ਨੂੰ ਜੇਲ੍ਹ ਕਰ ਦਿੰਦੇ ਨੇ, ਔਰ ਜੇਲ੍ਹ ਕਰਕੇ ਸਾਰੀ ਉਮਰ ਲਈ ਉਹਨੂੰ ਬਲੈਕਲਿਸਟ ਕਰ ਦਿੰਦੇ ਨੇ। ਉਹਨੂੰ ਦੁਬਾਰਾ ਤੋਂ ਡਰਾਈਵਿੰਗ ਟੈਸਟ ਦਾ ਸਾਰਾ ਕੁਝ ਕਰਨਾ ਪੈਂਦਾ ਹੈ। ਕਾਸ਼ ਇਤਨੀ ਸਖਤੀ ਅਸੀਂ ਆਪਣੇ ਅੱਜ ਇੱਥੇ ਸ਼ੁਰੂ ਕਰ ਲਈਏ ਤਾਂ ਸ਼ਾਇਦ ਨਸ਼ੇ ਦੀ ਕੋਈ ਜਿਹੜਾ ਬਾਹਰਲੀ ਐਲਕੋਹਲ ਦਾ ਨਸ਼ਾ ਹੈ ਨਾ, ਉਹਦੀ ਠੱਲ ਪੈ ਸਕਦੀ ਹੈ। ਲੇਕਿਨ ਜਿਹੜੇ ਸ਼ਰਾਬ ਪੀ ਕੇ ਅਸੀਂ ਕਾਰ ਚਲਾਉਂਦੇ ਹਾਂ, ਉਸ ਦੀ ਠੱਲ ਤੇ ਅਸੀਂ ਪਾ ਲਵਾਂਗੇ, ਜਾਂ ਤਾਂ ਸ਼ਰਾਬਾਂ ਵੇਚਾਂਗੇ ਨਹੀਂ, ਜਾਂ ਅਸੀਂ ਪੁਲਿਸ ਦੇ ਥਰੂ ਸ਼ਰਾਬ ਪੀਣ ਵਾਲੇ ਦੇ ਲਾਇਸੈਂਸ ਨੂੰ ਕੈਂਸਲ ਕਰਾਂਗੇ। ਪਰ ਜਿਹੜਾ ਅਸੀਂ ਚੱਪੇ ਚੱਪੇ 'ਤੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਸ਼ਰਾਬ ਪੀ ਰਹੇ ਹਾਂ, ਜਿਹੜੀ ਆਪਣੀ ਜ਼ਿੰਦਗੀ ਦੀ ਕਾਰ ਚਲਾ ਰਹੇ ਹਾਂ, ਇਹਦੇ ਬਾਰੇ ਕੌਣ ਸਾਨੂੰ ਰੋਕੇਗਾ? ਇਹਦੇ ਬਾਰੇ ਸਾਨੂੰ ਸਤਿਗੁਰ ਦੀ ਮੱਤ ਲੈਣੀ ਪਏਗੀ। ਸਾਨੂੰ ਸਮਝਣਾ ਪਏਗਾ, ਇਹ ਮਨ ਜਦੋਂ ਤੱਕ ਨਿਜ ਕਰਦੇ ਰੱਬ ਜੀ ਨੂੰ ਆਪਣਾ ਨਹੀਂ ਸਮਝਦਾ ਤਾਂ ਤੱਕ ਗੱਲ ਨਹੀਂ ਬਣੇਗੀ। ਜਿਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਏ, ਇਹ ਅੰਦਰੋਂ ਟਕਿਆ ਹੀ ਰਹੇਗਾ, ਸੱਚ ਤੋਂ ਟੁੱਟਿਆ ਹੀ ਰਹੇਗਾ, ਅੰਨਾ ਹੀ ਰਹੇਗਾ। ਸ਼ਰਾਬ ਪੀ ਕੇ, ਕਿਹੜੇ ਵਾਲੀ ਸ਼ਰਾਬ ਦੀ ਮੈਂ ਗੱਲ ਕਰ ਰਿਹਾ? ਅਗੇਨ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਆਈ ਐਮ ਰਾਈਟ, ਆਈ ਐਮ ਮਿਸਟਰ ਰਾਈਟ, ਜਾਂ ਆਈ ਐਮ ਮਿਸਿਸ ਰਾਈਟ। किसी जगह सस अपनी पूरी मनवाती है, किसी जगह नूह अपनी मनवाती है, किसी जगह पुत्र। बच्चे अजकल माँ प्यो नूं डराते ने, हम घर से चले जाएंगे। हर किस्म का हर कोई पढ़ाइयाँ करके अपने अपने नशे विच गया होया है। असी जितना खुशी नूं पसंद करते हैं, उतनी खुशी साडे तो दूर जाती जाती है। असी अनहैप्पी जीवन जीते हाँ। तो सानू सीखना है कि बैरी और बिगाना किनू कहते हैं। अपने जीवन विच बैरी बिगाना दे पॉइंट्स, सिम्पटम्स समझने ने और इस तो छुटना है, ताकि ना को बैरी नहीं बिगाना, सगल संग हमको बनियाई वाली अवस्था साड़ी बन सके। अगे कहते ने, झूठा मद मूल ना पीची जे का पार वसाए। असी डिस्टर्ब हो जाते हैं, जितनी भी झूठ दी अपने मंदे ख्यालों की असी शराब पींदे हाँ। नानक नदरी सच मद पाई है, सतगुर मिले जिस आए। सच का मद प्राप्त हो सकता है सतगुर की मत लैके सदा साहिब कै रंग रहा। जो इंसान हमेशा रब्बी गुणा के रंग ही चढ़ाना शुरू करता है ना, उन्होंने सच का मद कहते ने। महली पावै थाऊं, उन्होंने निज घर का महल मिल जाता है। जिसनों निज घर का महल मिल जाता है, उन्होंने नानक भगतां सदा विकास वाली अवस्था प्राप्त होती है। कल किसी ने पूछा सी, मेरी सस मैनू बड़ा तंग करती है, या कोई ये कह सकता है मेरी नूह मैनू बड़ा तंग करती है। तो एक ही तरीका है कि असी अपने निज घर अंतरात्मे की परवाह करनी शुरू करिए और बाहर वाली चीज़ों में इफेक्ट ना करन। अपने आप का टॉलरेंस लैवल, सबर, संतोख वधाइए। अपना मिठा बोल सीखिए। खोजी उपजै बादी बिनसै वांगू, बादी डे बाई डे अपने घाटे च जाता रहता है। तो असी खोज कर करके चंगे गुण लै लैके सच का मद पीना है। मैं चाहता हाँ कि तुसी इत्थे स्टेज ते आओ और असी क्वेश्चन आंसर सैशन शुरू करांगे। मैनू लिखती रूप में एक सवाल आया कि पहली पंक्ति सानू समझ नहीं आई, जीत पीते मत दूर होए बरल पवे जाए, अपना पराया ना पछाणी खसमो धक्के खाए। सो मैं फिर बेनती करना चाहता कि ये वाली जिहड़ी पंक्ति है, ये सानू ये दसना चाह रही है कि मानस भरिया आणिया मानस भरिया आए।
ਮਨੁੱਖ ਕੋਲ ਕਾਮ ਕ੍ਰੋਧ ਲੋਭ ਅਹੰਕਾਰ ਔਰ ਇਹ ਸਾਰੇ ਚੰਗੇ ਚੰਗੇ ਗੁਣ, ਇਹਨਾਂ ਨੂੰ ਠੀਕ ਤਰੀਕੇ ਨਾਲ ਕਿਸ ਤਰ੍ਹਾਂ ਵਰਤਣਾ ਹੈ, ਇਹਨੂੰ ਇਹ ਨਾਲ ਦੇ ਕੇ ਇਹ ਪੈਦਾ ਹੋਇਆ ਹੈ। ਰੱਬ ਦੀ ਕ੍ਰੀਏਸ਼ਨ ਵਿੱਚ ਇਹ ਸਾਰੇ ਚੰਗੇ ਗੁਣ ਹਨ। ਕਾਮ ਕ੍ਰੋਧ ਲੋਭ ਅਹੰਕਾਰ ਦੀ ਨਿੰਦਾ ਬਿਲਕੁਲ ਨਹੀਂ ਕਰਨੀ, ਲੇਕਿਨ ਉਹ ਨਿੰਦਣ ਯੋਗ ਬਣ ਗਏ ਕਿਉਂਕਿ ਜਿਤ ਪੀਤੈ ਮਤ ਦੂਰ ਹੋਏ। ਜਿਸ ਕਾਮ ਕ੍ਰੋਧ ਲੋਭ ਅਹੰਕਾਰ ਚੋਂ ਕਿਸੇ ਇੱਕ ਦੀ ਵੀ, ਕੋਈ ਕਾਮ ਦੀ ਪੀਂਦਾ, ਕੋਈ ਕ੍ਰੋਧ ਦੀ, ਕੋਈ ਲੋਭ ਦੀ, ਕਿਸੇ ਇੱਕ ਦੀ ਵੀ ਜੇ ਮੈਂ ਸ਼ਰਾਬ ਦਾ ਨਸ਼ਾ ਕਰ ਲਿਆ, ਕਿਸੇ ਇੱਕ ਦਾ ਵੀ ਮਦ ਨਸ਼ਾ ਮੈਨੂੰ ਹਮੇਸ਼ਾ ਹੀ ਹੰਕਾਰ ਚੜਿਆ ਰਿਹਾ। ਜਿਸ ਤਰ੍ਹਾਂ ਮੈਂ ਸਿੰਪਲ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਹੈ, ਵਰਕੋਹੋਲਿਕ। ਬੜੀਆਂ ਸਾਰੀਆਂ ਬੀਬੀਆਂ ਕਹਿੰਦੀਆਂ ਸਾਡੇ ਪਤੀ ਦੇਵ ਨੂੰ ਤਾਂ ਹਰ ਵੇਲੇ ਕੰਮ 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 ਕੰਮ, ਘਰ ਵੀ ਕੰਮ, ਆਫਿਸ ਵੀ ਕੰਮ, ਰਾਤੀ ਸੌਂਦਿਆਂ ਵੀ ਜਾਗਦਿਆਂ ਵੀ ਬਿਜ਼ਨਸ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ। ਸੋ ਉਹਨੂੰ ਕੰਮ ਦਾ ਨਸ਼ਾ ਚੜ੍ਹ ਗਿਆ ਹੈ। ਜਿਤ ਪੀਤੈ ਮਤ ਦੂਰ ਹੋਏ। ਹੁਣ ਉਹਦੀ ਇਸ ਦੇ ਵਿੱਚ ਬਰਲ ਪੈ ਜਾਏਗਾ, ਉਹਨੂੰ ਪਾਗਲਪਨ ਛਾ ਜਾਏਗਾ, ਉਹਨੂੰ ਹੋਰ ਕੋਈ ਗੱਲ ਸਮਝ ਹੀ ਨਹੀਂ ਆਏਗੀ। ਉਹ ਪਤੀ ਪਤਨੀ ਵੋਟੀ ਬੱਚੇ ਸੱਸ ਸਹੁਰਾ ਸਾਰੇ ਸਮਾਜ ਦੇ ਨਾਲ ਹਰ ਗੱਲ ਕਰਨ ਵੇਲੇ ਬਿਜ਼ਨਸ ਦੇ ਢੰਗ ਦੇ ਨਾਲ ਹੀ ਤੱਕਦਾ ਰਹੇਗਾ। ਉਹਦਾ ਨਜ਼ਰੀਆ ਹੀ ਉਂਝ ਬਣ ਜਾਏਗਾ ਔਰ ਇਸ ਦੇ ਬਦਲੇ ਵਿੱਚ ਉਹ ਸਾਰੇ ਘਰ ਵਾਲਿਆਂ ਨੂੰ ਪੁੱਠਾ ਟੰਗੀ ਰੱਖੇਗਾ। ਮੈਂ ਵਕਤ ਸਿਰ ਜਾਣਾ ਹੈ, ਮੇਰਾ ਨਾਸ਼ਤਾ ਵਕਤ ਸਿਰ ਮਿਲ ਜਾਏ, ਉੱਚਾ ਨੀਵਾਂ ਬੋਲੇਗਾ, ਬਣਿਆ ਬਣਾਇਆ ਟੇਬਲ 'ਤੇ ਨਾਸ਼ਤਾ ਪੁੱਠਾ ਕਰ ਜਾਏਗਾ, ਟੇਬਲ ਤੋੜ ਦੇਗਾ, ਟੀਵੀ 'ਤੇ ਮੁੱਕਾ ਮਾਰੇਗਾ, ਦਰਵਾਜ਼ੇ ਨੂੰ ਮੁੱਕਾ ਮਾਰੇਗਾ, ਟੇਬਲ ਨੂੰ ਮੁੱਕਾ ਮਾਰੇਗਾ, ਗਲਾਸ ਵਗਾ ਕੇ ਸੁੱਟੇਗਾ, ਪੱਕੀ ਹੋਈ ਰੋਟੀ ਨੂੰ ਵਗਾ ਕੇ ਮਾਰੇਗਾ, ਤੇਰੀ ਮਾਂ ਨੇ ਤੈਨੂੰ ਰੋਟੀ ਪਕਾਣੀ ਨਹੀਂ ਸਿਖਾਈ। ਐਸੇ ਸਾਰੇ ਐਕਸ਼ਨ ਕਰੇਗਾ ਕਿਉਂਕਿ ਉਸਨੂੰ ਕੰਮ ਔਰ ਵਕਤ ਸਿਰ ਜਾਣ ਦੀ ਇੱਕ ਨਸ਼ਾ ਚੜ੍ਹ ਗਿਆ ਹੈ। ਜੋ ਕਾਮੀ ਹੋਏਗਾ ਉਹ ਕ੍ਰੋਧੀ ਜ਼ਰੂਰ ਹੋਏਗਾ। ਉਹਨੂੰ ਦੂਜਾ ਨਸ਼ਾ ਕਾਮ ਦਾ ਵੀ ਚੜ੍ਹਿਆ ਰਹੇਗਾ। ਕਾਮ ਦਾ ਮਤਲਬ ਸਿਰਫ ਸੈਕਸ ਨਹੀਂ ਹੁੰਦਾ, ਕਾਮ ਦਾ ਮਤਲਬ ਕਾਮਨਾ ਹੁੰਦਾ ਹੈ। ਡਿਜ਼ਾਇਰਸ ਬਹੁਤ ਸਾਰੀਆਂ ਹੋਣਗੀਆਂ, ਇੱਛਾਵਾਂ ਬਹੁਤ ਸਾਰੀਆਂ ਹੋਣਗੀਆਂ, ਔਰ ਜਿਤਨੀਆਂ ਇੱਛਾਵਾਂ ਹੋਣਗੀਆਂ ਉਤਨਾ ਨਸ਼ੇ ਦੀ ਜਿਹੜਾ ਉਹ ਮੇਨੀਆ, ਉਹਦਾ ਇੰਟੌਕਸੀਕੇਸ਼ਨ ਹੈ ਨਾ, ਉਹ ਹੋਰ ਚੜ੍ਹਦੀ ਜਾਏਗੀ। ਕਈਆਂ ਨੂੰ ਸਟਾਕ ਮਾਰਕੀਟ ਖੇਡਣ ਦੀ ਆਦਤ ਪੈ ਜਾਂਦੀ ਹੈ, ਉਹ 24 ਘੰਟੇ ਸਟਾਕ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ। ਕਈਆਂ ਨੂੰ ਸਪੋਰਟਸ ਦੀ ਆਦਤ ਪੈ ਜਾਂਦੀ ਹੈ, ਕਈਆਂ ਨੂੰ ਕਈ ਹੈਲਥ ਫਰੀਕ ਹੋ ਜਾਂਦੇ ਨੇ, ਹਰ ਗੱਲ ਖਾਣ ਵੇਲੇ ਕੈਲਰੀਜ਼ ਹੀ ਗਿਣਦੇ ਰਹਿਣਗੇ, ਹਰ ਗੱਲ ਖਾਣ ਪੀਣ ਵੇਲੇ ਉਹ ਇਹ ਨਾ ਖਾਓ, ਇਹ ਹੋ ਜਾਏਗਾ, ਇਹ ਨਾ ਖਾਓ। ਉਹਨਾਂ ਨੂੰ ਮੌਤ ਦਾ ਹੀ ਡਰ ਪੈ ਜਾਂਦਾ, ਇਹ ਕਰਨ ਨਾਲ ਇਹ ਹੋ ਜਾਏਗਾ, ਇਹ ਕਰਨ ਨਾਲ ਇਹ ਹੋ ਜਾਏਗਾ। ਉਹ ਦਿਨ ਰਾਤ ਇਸੀ ਗੇਮ ਵਿੱਚ ਰਹਿਣਗੇ। ਸਾਨੂੰ ਫਰੀਕ ਨਹੀਂ ਹੋਣਾ। ਜਿਸ ਗੱਲ ਨਾਲ ਫਰੀਕ ਹੋਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਵਿਛਾਇਆ। ਇੱਕ ਘਰ ਵਿੱਚ ਮੈਂ ਗਿਆ, ਉਸ ਘਰ ਦੇ ਬੱਚੇ ਮੈਨੂੰ ਕਹਿੰਦੇ ਨੇ कि मेरे ना मम्मी हमारे साथ हिटलर का व्यवहार करते हैं। मैं पूछा क्यों? कहती ज़रा जा जो बैड तो उठो ना, चादर नू प्रॉपर ठप के ना रखो, ठप के अलमारी अंदर देना रखो, मम्मी को गुस्सा चढ़ जाता है। चप्पल ठीक जगह ना लाओ, गुस्सा चढ़ जाता है। भांडे अगर उठा के किचन में ना रखे हो तो गुस्सा चढ़ जाता है। वक्त सिर उठो ना, वक्त सिर जो बनाया वो खा ना लो, गुस्सा चढ़ जाता है। मम्मी कहती है तुहाडे वास्ते बनाया, तुहाडे पीछे चुल्हे चढ़ी हुई। ਮੰਮੀ ਨੂੰ ਕੁਕਿੰਗ ਕਰਨ ਦਾ ਔਰ ਘਰ ਦੀ ਮਾਂ ਹੋਣ ਦਾ ਨਸ਼ਾ ਚੜ੍ਹ ਗਿਆ। ਹੁਣ ਸਾਰੀ ਦੁਨੀਆ ਮੇਰੇ ਮੁਤਾਬਕ ਚੱਲੇ, ਔਰ ਜੇ ਉਹਦੇ ਮੁਤਾਬਕ ਨਾ ਚੱਲੇ ਤਾਂ ਉਹ ਫਿਰ ਰੋਟੀ ਤਾਂ ਪਕਾਉਂਦੀ ਹੈ, ਪਕਾ ਕੇ ਲੋ ਖਾ ਲੋ, ਇਸ ਤਰ੍ਹਾਂ ਟੇਬਲ 'ਤੇ ਪਲੇਟ ਥਾਲੀ ਰੱਖ ਕੇ ਮੂੰਹ ਬਣਾ ਕੇ ਚਲੀ ਜਾਂਦੀ ਹੈ। ਉਹਨੂੰ ਪੁੱਛੋ ਤੁਸੀਂ ਨਹੀਂ ਖਾਓਗੇ? ਨਹੀਂ ਨਹੀਂ ਮੈਂ ਖਾ ਲਈ, ਤੁਸੀਂ ਖਾਓ। ਸਮਝ ਹੀ ਨਹੀਂ ਆਉਂਦੀ ਹੋ ਕੀ ਗਿਆ। ਇਸ ਤਰ੍ਹਾਂ ਪਤੀ ਵੀ ਕਰਦਾ ਹੈ, ਪਤਨੀ ਵੀ ਕਰਦੀ ਹੈ। ਕੋਈ ਘਰ ਦੇ ਬਜ਼ੁਰਗ ਇੰਝ ਕਰਦੇ ਨੇ, ਕੋਈ ਘਰ ਦੀਆਂ ਨੂੰਹਾਂ ਪੁੱਤਰ ਇੰਝ ਕਰਦੇ ਨੇ। ਸਾਡਾ ਚਾਰੋਂ ਪਾਸੇ ਜਿਸ ਚੀਜ਼ ਦੇ ਨਾਲ ਮਾਹੌਲ ਵਿਗੜਦਾ ਹੈ, ਉਹ ਮੇਰੇ ਕਾਰਨ ਜੇ ਵਿਗੜਦਾ ਹੈ ਤਾਂ ਮੈਨੂੰ ਦੂਸਰਿਆਂ 'ਤੇ ਬਲੇਮ ਨਹੀਂ ਕਰਨਾ। ਮੈਨੂੰ ਸੋਚਣਾ ਹੈ ਮੈਨੂੰ ਕਿਹੜਾ ਨਸ਼ਾ ਚੜ੍ਹ ਗਿਆ ਹੈ।
ਨੌਜਵਾਨ ਨੂੰ ਪੜ੍ਹਾਈ ਦਾ ਔਰ ਕਰੀਅਰ ਦਾ ਨਸ਼ਾ ਹੁੰਦਾ ਹੈ, ਇਸ ਕਰਕੇ ਬਜ਼ੁਰਗ ਮਾਤਾ ਪਿਤਾ ਕੋਲ ਉਹ ਬੈਠਦਾ ਨਹੀਂ ਹੈ। ਕੱਲ ਇੱਕ ਸੱਜਣ ਨਾਲ ਗੱਲ ਚੱਲ ਰਹੀ ਸੀ ਕਿ ਅਸੀਂ ਬਹੁਤ ਪ੍ਰਚਾਰ ਕਰ ਲਿਆ, ਬੜੇ ਸੰਗਮਰਮਰ ਔਰ ਸੋਨੇ ਦੇ ਗੁਰਦੁਆਰੇ ਮੰਦਰ ਮਸਜਿਦ ਬਣਾ ਲਏ, ਬਹੁਤ ਕੀਰਤਨ ਦਰਬਾਰ ਹੋ ਗਏ, ਲੇਕਿਨ ਅਸੀਂ ਮੇਨ ਕੈਰੈਕਟਰ ਬਿਲਡਅਪ ਨਹੀਂ ਕਰ ਸਕੇ। ਔਰ ਸਾਧ ਸੰਗਤ ਜੀ, ਕੈਰੈਕਟਰ ਬਿਲਡਅਪ ਵਿੱਚ ਨਾ ਮੇਨ ਤੱਤ ਦੀ ਗੱਲ ਹੁੰਦੀ ਹੈ ਧੌਲ ਧਰਮ ਦਇਆ ਕਾ ਪੂਤ, ਦਇਆ। ਔਰ ਸੈਕਿੰਡ ਹੁੰਦੀ ਹੈ ਸੰਤੋਖ। ਦਇਆ ਕਰਨ ਵਾਲਾ ਪਹਿਲਾਂ ਆਪਣੇ ਤੇ ਦਇਆ ਕਰਦਾ ਹੈ, ਕਾਮ ਕ੍ਰੋਧ ਓਂਕਾਰ ਨਾਲ ਆਪਣੇ ਆਪ ਨੂੰ ਦੁਖੀ ਨਹੀਂ ਕਰਦਾ, ਹਉਮੈ ਦੇ ਕੰਡੇ ਨਾਲ ਆਪਣੇ ਆਪ ਨੂੰ ਦੁਖੀ ਨਹੀਂ ਕਰਦਾ। ਪਹਿਲਾਂ ਆਪਣੇ ਤੇ ਦਇਆ ਕਰਦਾ, ਫਿਰ ਆਸ-ਪਾਸ ਵਾਲਿਆਂ ਤੇ ਦਇਆ ਕਰਨੀ ਸ਼ੁਰੂ ਕਰ ਦਿੰਦਾ। ਫਿਰ ਇਸ ਤੋਂ ਬਾਅਦ ਉਹ ਆਪਣੇ ਸਰੀਰ ਤੋਂ ਉੱਪਰ ਉੱਠ ਜਾਂਦਾ। ਰਾਮ ਰਤਨ ਤਾਂ ਪਾਈਏ ਜੋ ਪਹਿਲੇ ਤਜੇ ਸਰੀਰ, ਉਹ ਆਪਣੇ ਆਪ ਤੋਂ ਉੱਪਰ ਉੱਠ ਜਾਂਦਾ, ਉਹ ਸੈਲਫਿਸ਼ ਨਹੀਂ ਰਹਿੰਦਾ। ਜੋ ਸੈਲਫਿਸ਼ ਨਹੀਂ ਰਹਿੰਦਾ ਉਹ ਸੰਤੋਖੀ ਹੋ ਜਾਂਦਾ ਔਰ ਉਹਨੂੰ ਵੰਡ ਛਕਣਾ ਆ ਜਾਂਦਾ, ਉਹ ਸੰਤੋਖੀ ਹੋ ਜਾਂਦਾ। ਸੋ ਜੇ ਇਹ ਦੋ ਚੀਜ਼ਾਂ ਦੀ ਜਾਂਚ ਨਹੀਂ ਆਈ ਤਾਂ ਬਾਕੀ ਤੇ ਚੰਗੇ ਗੁਣ ਅਸੀਂ ਕਦੋਂ ਸਿੱਖਾਂਗੇ? ਇਹ ਦੋ ਚੀਜ਼ਾਂ ਦੇ ਵਿਚਕਾਰ ਹੀ ਮੇਨ ਤੱਤ ਨਿਕਲ ਕੇ ਆਉਂਦਾ, ਜਿਸ ਨੂੰ ਅਸੀਂ ਜਜ਼ਬਾਤ ਦਾ ਇੱਕ ਕੈਮੀਕਲ ਪ੍ਰੋਡਿਊਸ ਹੋਣ ਵਾਲੀ ਗੱਲ ਕਰ ਸਕਦੇ ਹਾਂ। ਸੈਕਰੀਟ ਹੁੰਦਾ ਹੈ, ਉਹਨੂੰ ਕਹਿੰਦੇ ਨੇ ਆਲਟਰੂਇਜ਼ਮ। ਆਲਟਰੂਇਜ਼ਮ ਹੁੰਦਾ ਹੈ ਹਾਊ ਟੂ ਲਿਵ ਫॉर ਅਦਰਸ। ਇਹ ਵਾਲਾ ਕਰੈਕਟਰ ਅਸੀਂ ਬਿਲਡਅਪ ਹੀ ਨਹੀਂ ਕਰ ਪਾਏ। ਹਾਊ ਟੂ ਬੀ ਐਮਪਥਾਈਜ਼ਰ, ਇਹ ਵਾਲਾ ਅਸੀਂ ਜਜ਼ਬਾ ਕ੍ਰੀਏਟ ਹੀ ਨਹੀਂ ਕਰ ਪਾਏ। ਕਰੀਅਰ ਵਾਲਾ ਆਪਣੇ ਕਰੀਅਰ ਹੀ ਚਲਾ ਗਿਆ, ਬਿਜ਼ਨਸ ਵਾਲਾ ਆਪਣੇ ਬਿਜ਼ਨਸ ਹੀ ਚਲਾ ਗਿਆ, ਵਿਆਹ ਕਰਾਉਣ ਵਾਲਾ ਆਪਣੇ ਆਕੜ ਵਿੱਚ ਰਹਿ ਗਿਆ, ਬੌਸ ਬਣ ਗਿਆ, ਔਰ ਸਕੂਲ ਦਾ ਬੱਚਾ ਕਾਲਜ ਚਲਾ ਗਿਆ, ਔਰ ਪੜ੍ਹਾਈਆਂ ਹੋ ਗਈਆਂ, ਕਰੀਅਰ ਬਣ ਗਏ, ਸਭ ਕੁਝ ਹੋ ਗਿਆ, ਚੰਗੇ ਘਰ ਸਾਡੇ ਧੀ ਪੁੱਤਰ ਦੇ ਵਿਆਹ ਹੋ ਗਏ, ਮਕਾਨ ਬਣ ਗਏ, ਫੋਰਨ ਆਈਟਮਾਂ ਲੱਗ ਗਈਆਂ ਮਕਾਨਾਂ ਦੀਆਂ, ਸਾਰੇ ਫਿਕਸਚਰਸ ਜਿਤਨੇ ਵੀ ਲਾਣੇ ਸੀ, ਪਰ ਕਰੈਕਟਰ ਵਿੱਚੋਂ ਬਿਲਡਅਪ ਨਾ ਹੋਇਆ। ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਸਾਡਾ ਕਰੈਕਟਰ ਬਿਲਡਅਪ ਕਰਦੀ ਹੈ, ਔਰ ਜਿਹੜੇ ਝੂਠੇ ਮਦ ਨਸ਼ੇ ਅਸੀਂ ਪੀ ਕੇ ਬੈਠੇ ਹੋਏ ਹਾਂ ਉਸ ਤੋਂ ਸਾਨੂੰ ਛੁਡਾਉਂਦੀ ਹੈ। ਇੱਕ ਝੂਠਾ ਮਦ ਨਸ਼ਾ ਹੈ ਕਮਿਊਨਲ ਹੇਟਰੇਟ ਦਾ ਵੀ। ਮੈਂ ਹਿੰਦੂ ਹਾਂ, ਮੁਸਲਮਾਨ ਨਾਲ ਨਫ਼ਰਤ ਹੈ, ਮੈਂ ਸਿੱਖ ਹਾਂ, ਮੈਨੂੰ ਹਿੰਦੂ ਨਾਲ ਨਫ਼ਰਤ ਹੈ, ਮੈਂ ਈਸਾਈ ਹਾਂ, ਮੈਨੂੰ ਫਲਾਣੇ ਨਾਲ ਨਫ਼ਰਤ ਹੈ, ਉਹਨੂੰ ਕਮਿਊਨਲ ਹੇਟਰੇਟ ਕਹਿੰਦੇ ਨੇ। ਸਾਡੇ ਸਾਰਿਆਂ ਵਿਚਕਾਰ ਸਭ ਤੋਂ ਜ਼ਿਆਦਾ ਟੈਰਰਿਜ਼ਮ ਫੈਲਦਾ ਹੈ ਜਦੋਂ ਅਸੀਂ ਕਮਿਊਨਲ ਹੇਟਰੇਟ ਕਰਦੇ ਹਾਂ। ਕਮਿਊਨਲ ਹੇਟਰੇਟ ਦੇ ਨਸ਼ੇ ਤੋਂ ਛੁੱਟਣਾ ਵੀ ਸਾਨੂੰ ਬੜਾ ਜ਼ਰੂਰੀ ਹੈ। ਜਿਤ ਪੀਤੇ ਮਤ ਦੂਰ ਹੋਏ। ਜੇ ਮੈਨੂੰ ਇਹ ਹੀ ਨਸ਼ਾ ਚੜ੍ਹ ਜਾਏ ਮੈਂ ਸੱਚਾ ਹਾਂ, ਬਸ ਉਹਨੂੰ ਸਤੋ ਗੁਣ ਦਾ ਰੋਗ ਕਹਿੰਦੇ ਨੇ। 3 ਰੋਗ ਹੁੰਦੇ ਨੇ, ਰਜੋ ਤਮੋ ਸਤੋ। ਰਜੋ ਤਮੋ ਤਾਂ ਸਭ ਨੂੰ ਪਤਾ ਹੈ, ਲੇਕਿਨ ਕਈ ਜਗ੍ਹਾ ਸਤੋ ਦਾ ਐਕਸਪਲੇਨੇਸ਼ਨ ਗਲਤ ਕਰ ਦਿੱਤੀ ਗਈ ਹੈ। ਸਤੋ ਦਾ ਮਤਲਬ ਹੁੰਦਾ ਹੈ, ਸਤੋ ਰੋਗ ਹੁੰਦਾ ਹੈ। ਸਤੋ ਰੋਗ ਦਾ ਮਤਲਬ ਹੈ ਮੈਂ ਠੀਕ ਹਾਂ, ਮੈਂ ਹੀ ਸਿਰਫ ਠੀਕ ਹਾਂ, ਮੈਂ ਹੀ ਸਿਰਫ ਸੱਚਾ ਹਾਂ, ਮੈਂ ਹੀ ਸਿਰਫ ਸ਼ਰੀਫ ਹਾਂ, ਬਾਕੀ ਸਾਰੇ ਗਲਤ ਨੇ, ਕਿਸੇ ਦੀ ਮੰਨਣੀ ਹੀ ਨਹੀਂ, ਮੈਂ ਨਾ ਮਾਨੂੰ ਕਰਕੇ ਚੱਲਣਾ, ਢੀਠ ਸਟੱਬਨ ਹੋ ਜਾਣਾ। ਸਤੋ ਰੋਗ ਦਾ ਅਵਗੁਣ ਸਤਸੰਗ ਜੀ ਇਹ ਨਸ਼ਾ ਹੈ। ਜਿਤ ਪੀਤੇ ਮਤ ਦੂਰ ਹੋਏ। ਆਪਣੇ ਆਪ ਨੂੰ ਧਰਮੀ ਸਮਝਣਾ। ਇੱਕ ਗੱਲ ਮੈਂ ਸਾਂਝ ਕਰਨਾ ਚਾਹੁੰਦਾ ਕਿ ਅਸੀਂ ਐਕਸਪੋਜ਼ ਕਿਵੇਂ ਹੁੰਦੇ ਹਾਂ। ਇੱਕ ਮੁੰਡੇ ਨੇ ਮੇਰੇ ਨਾਲ ਸਾਂਝ ਕੀਤੀ। ਮੈਂ ਕਿਹਾ ਤੁਸੀਂ ਆਪਣੇ ਮੰਮੀ ਪਾਪਾ ਨਾਲ ਕਿਉਂ ਨਹੀਂ ਰਹਿੰਦੇ? ਕਹਿੰਦਾ ਮੇਰੇ ਪਾਪਾ ਬਚਪਨ ਤੋਂ ਕਹਿੰਦੇ ਸੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ। ਕਹਿੰਦਾ ਮੈਂ ਕੁਛ ਦੇਖਿਆ ਸੀ, ਇਸ ਕਰਕੇ ਮੇਰਾ ਦਿਲ ਨਹੀਂ ਸੀ ਕਰਦਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ। ਮੈਂ ਕਿਹਾ ਕੀ ਦੇਖਿਆ ਸੀ? ਕਹਿੰਦਾ ਮੋਸਟਲੀ ਮੈਂ ਦੇਖਿਆ ਸਵੇਰੇ ਜਦੋਂ ਮੇਰੇ ਪਾਪਾ ਉੱਠਦੇ ਸੀ ਤਾਂ ਪਾਣੀ ਥੋੜ੍ਹੀ ਦੇਰ ਨਾਲ ਗਰਮ ਹੋਇਆ ਜਾਂ ਬਾਥਰੂਮ ਕੋਈ ਗਿਆ ਹੋਇਆ ਸੀ, ਉਹਨਾਂ ਨੇ ਆਪਣਾ ਟਾਈਮ ਮਿੱਥਿਆ ਹੋਇਆ ਸੀ, ਮੈਂ 4 ਵਜੇ ਹੀ ਉੱਠਣਾ, ਤਾਂ ਉਹ ਮੇਰੀ ਸੁੱਤੀ ਮੰਮੀ ਨੂੰ ਮਾਰ ਕੇ ਗੁੱਸਾ ਕਰਕੇ ਜਗਾਉਂਦੇ ਸਨ। ਕਹਿੰਦਾ ਸੀ ਜੇ ਅੰਮ੍ਰਿਤ ਵੇਲੇ ਉੱਠ ਕੇ ਇਹ ਗੰਦ ਘੋਲਣਾ ਹੈ ਤਾਂ ਮੈਨੂੰ ਤੁਹਾਡਾ ਅੰਮ੍ਰਿਤ ਵੇਲਾ ਉੱਠਣਾ ਪਸੰਦ ਨਹੀਂ। ਸਾਧ ਸੰਗਤ ਜੀ ਖਿਮਾ ਕਰਨਾ, ਅੰਮ੍ਰਿਤ ਵੇਲਾ ਉੱਠਣਾ ਬੜਾ ਅੱਛਾ ਗੁਣ ਹੈ, ਪਰ ਇਹ ਬੇਟਾ ਕੀ ਦੇਖ ਰਿਹਾ ਹੈ?
ਅਲਟੀਮੇਟਲੀ ਹੀ ਸੈਡ ਕਿ ਮੈਨੂੰ ਇਹ ਪੁਆਇੰਟ ਬਿਲਕੁਲ ਸਮਝ ਹੀ ਨਹੀਂ ਆਇਆ। ਮੈਂ ਕਿਉਂ? ਕਹਿੰਦਾ ਇੱਕ ਦਿਨ ਮੇਰੇ ਪਾਪਾ ਜੀ ਨੇ ਮੇਰੀ ਮਾਂ ਨੂੰ ਬਹੁਤ ਬੁਰਾ ਭਲਾ ਕਿਹਾ ਔਰ ਮੇਰੀ ਮਾਂ ਨੇ ਮੈਨੂੰ ਮਨਾ ਹੀ ਲਿਆ ਕਿ ਕੱਲ੍ਹ ਤੂੰ ਅੰਮ੍ਰਿਤ ਵੇਲੇ ਜ਼ਰੂਰ ਉੱਠੇਗਾ। ਕਹਿੰਦਾ ਮੈਂ ਉੱਠ ਗਿਆ, ਪਾਪਾ ਜੀ ਵਾਸਤੇ ਪਾਣੀ ਗਰਮ ਕਰਨਾ ਸੀ। ਮੈਂ ਮੰਮੀ ਨੂੰ ਕਿਹਾ ਅੱਛਾ ਮੈਂ ਪਾਪਾ ਜੀ ਦੀ ਹੈਲਪ ਕਰਦਾ, ਔਰ ਮੈਂ ਪਾਣੀ ਦਾ ਗੀਜ਼ਰ ਔਨ ਕਰਨ ਜਾ ਰਿਹਾ ਸੀ। ਪਾਪਾ ਜੀ ਕਹਿੰਦੇ 1 ਮਿੰਟ ਰੁਕ, ਔਰ ਮੇਰੇ ਪਾਪਾ ਜੀ ਬਿਜਲੀ ਦੇ ਬੋਰਡ ਦੇ ਕੋਲ ਗਏ। ਮੈਂ ਜਾ ਕੇ ਪੁੱਛਿਆ ਪਾਪਾ ਜੀ ਕੀ ਕਰ ਰਹੇ ਹੋ? ਕਹਿੰਦੇ ਮੈਂ ਮੀਟਰ ਦੀ ਤਾਰ ਹਟਾ ਰਿਹਾ ਕਿਉਂਕਿ ਹੁਣ ਗੀਜ਼ਰ ਚੱਲੇਗਾ, ਮੀਟਰ ਵੱਧ ਜਾਏਗਾ। ਨਸ਼ਾ ਤੇ ਚੜ੍ਹਿਆ ਸੀ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ, ਬਾਕੀ ਨਹੀਂ ਉੱਠਦੇ। ਲੇਕਿਨ ਜਿਹੜਾ ਕਰਮ ਕੀਤਾ ਗਿਆ ਉਹਨਾਂ ਵੱਲੋਂ, ਕਰਮ ਕੀਤਾ ਗਿਆ ਧੋਖੇ ਦਾ, ਬਿਜਲੀ ਦਾ ਮੀਟਰ ਮੈਨੀਪੂਲੇਸ਼ਨ ਦਾ। ਇਸ ਕਰਕੇ ਸਾਡੇ ਕੀਤੇ ਹੋਏ ਅਵਗੁਣਾਂ ਨੂੰ ਦੇਖ ਕੇ, ਜਿਹਦੇ ਵਿੱਚ ਮੈਨੂੰ ਨਸ਼ਾ ਚੜ੍ਹਿਆ ਮੈਂ ਧਰਮੀ ਹਾਂ, ਲੇਕਿਨ ਦੂਜੇ ਕਿਸੇ ਨੇ ਜਦੋਂ ਮੇਰਾ ਬੈਡ ਐਕਸ਼ਨ ਦੇਖਿਆ ਉਹ ਧਰਮ ਤੋਂ ਟੁੱਟ ਗਿਆ। ਉਹਨੂੰ ਅੰਮ੍ਰਿਤ ਵੇਲੇ ਦੀ ਅਵਸਥਾ ਤੋਂ ਮੁਨਕਰ ਮੇਰੇ ਅਵਗੁਣ ਨੇ ਕਰਾਇਆ, ਭਾਵ ਪਾਪਾ ਜੀ ਦੇ ਉਸ ਅਵਗੁਣ ਨੇ ਕਰਾਇਆ ਜਿਸ ਨੂੰ ਇਸਨੇ ਦੇਖਿਆ। ਜਿਹੜੇ ਬੱਚੇ ਮਾਂ ਪਿਓ ਨੂੰ ਦੇਖਦੇ ਨੇ, ਮਾਂ ਪਿਓ ਰੋਜ਼ ਗੁਰਦੁਆਰੇ ਜਾਂਦੇ ਨੇ ਪਰ ਲੜਦੇ ਰਹਿੰਦੇ ਨੇ, ਮਾਂ ਪਿਓ ਰੋਜ਼ ਪਾਠ ਕਰਦੇ ਨੇ ਪਰ ਲੜਦੇ ਰਹਿੰਦੇ ਨੇ। ਮੇਰੀ ਮੰਮੀ ਪਾਠ ਕਰਦੀ ਰਹਿੰਦੀ ਹੈ ਪਰ ਹਮੇਸ਼ਾ ਦਾਦੀ ਨਾਲ ਲੜਦੀ ਰਹਿੰਦੀ ਹੈ। ਉਹ ਬੱਚਾ ਮੰਮੀ ਦਾ ਕਹਿਣਾ ਨਹੀਂ ਮੰਨਦਾ। ਜਦੋਂ ਉਹਨੂੰ ਮੰਮੀ ਕਹਿੰਦੀ ਨੇ ਬੇਟਾ ਬੜੋਂ ਕੀ ਬਾਤ ਮਾਨਣੀ ਚਾਹੀਏ, ਤਾਂ ਬੱਚਾ ਕਹਿੰਦਾ ਮੰਮੀ ਆਪ ਤੋਂ ਦਾਦੀ ਕੀ ਬਾਤ ਮਾਨਤੀ ਨਹੀਂ ਹੈ ਔਰ ਮੇਰੇ ਕੋ ਬੋਲਤੀ ਹੈ। ਇਹਦਾ ਮਤਲਬ ਇਹ ਸਾਰੇ ਸਾਨੂੰ ਨਾ ਆਪਣੇ ਆਪ ਨੂੰ ਠੀਕ ਹੋਣ ਦੇ, ਸ਼ਰੀਫ ਹੋਣ ਦੇ, ਇਮਾਨਦਾਰ ਹੋਣ ਦੇ, ਸੱਚੇ ਹੋਣ ਦੇ ਜਿਹੜੇ ਨਸ਼ੇ ਚੜੇ ਹੋਏ ਨੇ, ਇਹ ਬਹੁਤ ਸੂਖਸ਼ਮ ਨੇ, ਬੜੇ ਖਤਰਨਾਕ ਨੇ। ਸ਼ਰਾਬ ਦਾ ਗਲਾਸ ਨਾ ਪੀਣਾ ਬੜਾ ਆਸਾਨ ਹੈ। ਉਹ ਤੇ ਵੈਸੇ ਹੀ ਵਿਚਾਰੇ ਬੜੇ ਕਮਜ਼ੋਰ ਨੇ ਜਿਹੜੇ ਸ਼ਰਾਬ ਪੀਂਦੇ ਨੇ। ਕਿਉਂ? ਕਿਉਂਕਿ ਉਹ ਪਿਆਰ ਮੰਗ ਰਹੇ ਨੇ। ਉਹਨਾਂ ਨੂੰ ਅਸੀਂ ਪਿਆਰ ਵੰਡ ਸਕਦੇ ਹਾਂ, ਅਸੀਂ ਉਹਨਾਂ ਨੂੰ ਦੁਰਕਾਰ ਦਿੱਤਾ, ਜਾਓ ਤੁਸੀਂ ਸ਼ਰਾਬੀਓ ਪਰੇ ਹੋ ਜਾਓ। ਰੋਜ਼ ਉੱਠਦਿਆਂ ਬੈਠਦਿਆਂ ਆਪਣੀ ਇੰਟਰਸਪੈਕਸ਼ਨ ਕਰਨੀ ਹੈ, ਮੈਨੂੰ ਕਿਹੜਾ ਨਸ਼ਾ ਚੜਿਆ ਹੋਇਆ ਹੈ, ਮੇਰੇ ਕਾਰਨ ਡਿਸਹਾਰਮਨੀ ਕਿੱਥੇ ਹੁੰਦੀ ਹੈ, ਮੇਰੇ ਕਾਰਨ ਦੋ ਮਨੁੱਖ ਟੁੱਟਦੇ ਕਿਸ ਤਰ੍ਹਾਂ ਨੇ, ਮੇਰੇ ਕਾਰਨ ਦੁਨੀਆ ਦਾ ਨੁਕਸਾਨ ਕਿਸ ਤਰ੍ਹਾਂ ਹੁੰਦਾ ਹੈ। ਮੈਂ ਆਪਣਾ ਉਹ ਅਵਗੁਣ ਲੱਭਾਂ ਔਰ ਉਸ ਅਵਗੁਣ ਦੇ ਨਸ਼ੇ ਤੋਂ ਮੈਂ ਛੁੱਟਾਂ, ਤਾਂ ਕਿ ਸਦਾ ਸਾਹਿਬ ਕੇ ਰੰਗ ਰਹਿ ਮੈਲੀ ਪਾਵੈ ਥਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲੁਧਿਆਣੇ ਤੋਂ ਡਾਕਟਰ ਹਾਂ ਜੀ, ਅਤੇ ਮੈਂ 1.5 ਸਾਲ ਤੋਂ ਵੀਰ ਜੀ ਦੀ ਕਥਾ ਸੁਣਨ ਲੱਗਿਆ। ਇੰਸੀਡੈਂਟਲੀ ਮੈਂ ਚੈਨਲ ਚੇਂਜ ਕਰਦੇ ਕਰਦੇ ਹੀ ਕਿਤੇ ਇਹਨਾਂ ਦਾ ਲੱਗ ਗਿਆ। ਪਹਿਲਾਂ ਜਿੰਨੇ ਵੀ ਟਰੈਡੀਸ਼ਨਲ ਸਾਡੇ ਕਥਾਵਾਚਕ ਸੀ, ਬੜੇ ਨਾਮੀ ਲੁਧਿਆਣੇ ਆਉਂਦੇ ਰਹਿੰਦੇ ਨੇ, ਉਹਨਾਂ ਦੀ ਅਸੀਂ ਕਥਾ ਸੁਣਦੇ ਰਹਿੰਦੇ ਸੀ। ਤਾਂ ਮੈਂ ਇਹ ਸੋਚਿਆ, ਮੈਂ ਕਿਹਾ ਯਾਰ ਵੀ ਇਹ ਬੜੀ ਅਜੀਬ ਤਰੀਕੇ ਦੀ ਗੱਲ ਹੀ ਦੱਸ ਰਹੇ ਆ ਵੀ ਅੱਜ ਤੱਕ ਤਾਂ ਕਿਸੇ ਨੇ ਇਹ ਗੱਲ ਦੱਸੀ ਨਹੀਂ। ਚਲੋ ਅਸੀਂ ਰੈਗੂਲਰ ਸੁਣਦੇ ਰਹੇ ਚੜ੍ਹਦੀ ਕਲਾ TV 'ਤੇ। ਮੈਂ ਇਹ ਮਹਿਸੂਸ ਕੀਤਾ ਵੀ ਇਹਨਾਂ ਦੀ ਜਿਹੜੀ ਮਦਰ ਹੈ, ਜੇ ਉਹ 100 ਸਾਲ ਪਹਿਲਾਂ ਸਰਦਾਰ ਭੁਪਿੰਦਰ ਸਿੰਘ ਉਹਨਾਂ ਨੂੰ ਜਨਮ ਦੇ ਦਿੰਦੀ, 150 ਸਾਲ ਪਹਿਲਾਂ, ਤਾਂ ਘੱਟੋ ਘੱਟ 50 ਭੁਪਿੰਦਰ ਸਿੰਘ ਜੰਮਦੇ। ਫਿਰ ਜਾ ਕੇ ਜਿਹੜੀ ਇਸ ਸਿੱਖ ਕੌਮ ਦੀ ਅਧੋਗਤੀ ਹੋਈ ਹੈ, ਜਿਸ ਇਸ ਸਿੱਖ ਕੌਮ ਦੀ ਘਾਣ ਹੋਈ ਹੈ, ਉਹ ਲੋਕ ਜ਼ਿੰਮੇਵਾਰ ਨਹੀਂ, ਇਹ ਸੰਗਤ ਜ਼ਿੰਮੇਵਾਰ ਨਹੀਂ, ਜ਼ਿੰਮੇਵਾਰ ਨੇ ਕਥਾਵਾਚਕ। ਮੈਂ 3-4 ਕਥਾਵਾਚਕਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੁਸੀਂ ਗਿਆਨੀ ਜੀ ਦੀ ਕਥਾ ਸੁਣੀ ਹੈ? ਉਹ ਅੱਛਾ ਉਹ ਜਿਹੜੇ ਉਹ ਤਾਂ ਪਾਪਾ ਜੀ ਨੇ। ਉਹ ਮੈਂ ਕਿਹਾ ਵੀ ਦੇਖੋ ਗੱਲ ਚਾਹੇ ਪਾਪਾ ਜੀ ਨੇ ਚਾਹੇ ਮਤਲਬ ਕੋਈ ਨੇ, ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੈ ਵੀ ਜੋ ਉਹ ਕਥਾ ਕਰ ਰਹੇ ਨੇ, ਦੱਸਣੇ ਤਾਂ ਆਪਾਂ ਲੋਕਾਂ ਨੂੰ ਮੈਸੇਜ ਤਾਂ ਉਹ ਦੇਣਾ ਹੈ। ਅੱਛਾ ਚਲੋ ਕੋਈ ਗੱਲ ਨਹੀਂ, ਸੁਣਾਂਗੇ। ਅੱਛਾ ਹੁਣ ਗੱਲ ਇਹ ਹੈ ਸਾਧ ਸੰਗਤ ਜੀ ਵੀ ਲੋਕਾਂ ਦਾ ਕੋਈ ਕਸੂਰ ਨਹੀਂ, ਸੰਗਤ ਦਾ। ਜਿੰਨੀ ਸਾਰਾ ਸਿਸਟਮ ਖਰਾਬ ਹੋਇਆ, ਕਥਾਵਾਚਕਾਂ ਨੇ ਦੱਸਿਆ ਹੀ ਨਹੀਂ। ਜਿਵੇਂ ਹੁਣ ਗਿਆਨੀ ਜੀ ਨੇ ਦੱਸਿਆ ਵੀ ਆਰਤੀ ਦਾ ਹੀ ਮਤਲਬ ਹੋਰ ਸਾਨੂੰ ਸਮਝਾਈ ਗਿਆ ਸਾਰੀ ਜ਼ਿੰਦਗੀ। ਜੇ ਆ ਨਸ਼ੇ ਦਾ ਹੀ ਸਾਨੂੰ ਕੋਈ ਹੋਰ ਸਮਝਾਈ ਗਿਆ। ਮੈਂ ਆਪਦੇ ਰਿਸ਼ਤੇਦਾਰਾਂ ਨੂੰ ਕਹਿਣਾ ਵੀ 65 ਸਾਲ ਦੀ ਮੇਰੀ ਉਮਰ ਹੋ ਗਈ,
ਵੀ ਮੈਂ ਤਾਂ ਜ਼ੀਰੋ ਹੀ ਰਿਹਾ। ਪੈਸੇ ਵੀ ਕਮਾਈ ਗਏ, ਮੁੰਡੇ ਵੀ ਮੇਰੇ ਡਾਕਟਰ ਨੇ, ਕਾਰਡੀਓਲੋਜਿਸਟ ਨੇ, ਲੰਡਨ 'ਚ ਨੇ, ਇੱਥੇ ਸਰਜਨ ਨੇ, ਉਹਨਾਂ ਦੀਆਂ ਘਰ ਵਾਲੀਆਂ ਗਾਇਨੇਕੋਲੋਜਿਸਟ ਨੇ, ਪੈਸੇ ਵੀ ਬੜੇ ਕਮਾ ਲਏ। ਵੀ ਇਹ ਤਾਂ ਗੱਲ ਹੀ ਹੋਰ ਸੀ, ਸਮਝੀ ਹੋਰ ਗਏ ਆ। ਗਏ ਬਸ ਸੰਗਰਾਂਦ ਤੇ ਚਲੇ ਗਏ, ਮੱਥਾ ਟੇਕ ਆਂਦੇ, ਪੈਸੇ ਦੇ ਆਂਦੇ, ਲੰਗਰ ਲਾ ਲਿਆ, ਅਹੀਂ ਕਰੀ ਗਏ ਸਾਰੀ ਜ਼ਿੰਦਗੀ। ਮੈਂ ਆਪਦੇ ਰਿਸ਼ਤੇਦਾਰਾਂ ਨੂੰ, ਮੇਰੀ ਦਿੱਲੀ ਤੋਂ ਸਿਸਟਰ ਆਈ, ਜੀਜੇ ਆਏ ਹੋਰ ਫੰਕਸ਼ਨ ਤੇ, ਮੈਂ ਜਦੋਂ ਉਹਨਾਂ ਨੂੰ ਗੱਲਾਂ ਦੱਸੀਆਂ, ਮੈਂ ਕਿਹਾ ਯਾਰ ਤੁਸੀਂ ਕਥਾ ਸੁਣਿਆ ਕਰੋ ਗਿਆਨੀ ਜੀ ਦੀ, ਤੇ ਵੀ ਆਹ ਉਹ ਕਹਿੰਦੇ ਨੇ ਕਿ ਯਾਰ ਤੂੰ ਉਹ ਨਵੀਆਂ ਗੱਲਾਂ ਕਰਨ ਲੱਗ ਗਿਆ, ਤੇ ਤੂੰ ਤਾਂ ਗੱਲਾਂ ਹੀ ਹੋਰ ਤਰੀਕੇ ਦੀਆਂ ਕਰਨ ਲੱਗ ਗਿਆ। ਉਹ ਮੈਂ ਕਿਹਾ ਹੋਰ ਨਹੀਂ ਭਾਈ ਸਾਹਿਬ, ਅਸਲੀ ਤਾਂ ਗੱਲ ਹੀ ਇਹ ਹੈ ਵੀ ਆਪਾਂ ਤਾਂ ਪੈ ਹੀ ਬੜੇ ਕੁਰਾਹੇ ਹੋਏ ਆ। ਤੇ ਇਸ ਕਰਕੇ ਭਾਈ ਸਾਹਿਬ ਮੈਂ ਤਾਂ ਇਹ ਇਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਤਾਂ ਇਹ ਜਿਵੇਂ ਗਿਆਨੀ ਸਾਹਿਬ ਸਿੰਘ ਦੀ ਉਹਨਾਂ ਨੇ ਸੰਚੀਆਂ ਬਣੀਆਂ ਹੋਈਆਂ ਨੇ, ਇਸ ਤਰੀਕੇ ਦੀ ਇੱਕ ਕਿਤਾਬ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਜਿਹੜਾ ਖੁਲਾਸਾ ਉਹ ਜ਼ਰੂਰ ਕਿਤਾਬ ਛਪਾਉਣ, ਤਾਂ ਕਿ ਲੋਕ ਅਸੀਂ ਉਹਨਾਂ ਦੀਆਂ ਵੀ ਪੜ੍ਹੀਆਂ ਨੇ ਸੰਚੀਆਂ ਸਾਰੀਆਂ ਅਰਥਾਂ ਸਮੇਤ, ਇਹਨਾਂ ਦੀ ਪੜ੍ਹ ਸਕੀਏ। ਮੈਂ ਤਾਂ ਹੈਰਾਨ ਹੋਇਆ ਵੀ ਯਾਰ 65 ਸਾਲ ਐਵੇਂ ਹੀ ਗੁਜ਼ਾਰਤੇ ਹੈ, ਨਿਕਲੇ ਹੀ ਕੁਛ ਨਹੀਂ। ਅੱਛਾ ਇੰਨਾ ਸਿਸਟਮ ਵਿਗੜ ਗਿਆ, ਭਾਈਆਂ 'ਚ ਨਫ਼ਰਤ ਹੋ ਗਈ, ਆਂਢ ਗੁਆਂਢ ਦੇ ਵਿੱਚ ਕਿਸੇ ਨਾਲ ਬਣਦੀ ਨਹੀਂ, ਇਕੱਲੇ ਘਰ ਬੈਠੇ ਰਹਿੰਦੇ ਆ, ਪੈਸੇ ਕੋਲ ਨੇ, ਕੋਈ ਮਿਲਣ ਵਾਲਾ ਨਹੀਂ, ਕੋਈ ਜਾਣ ਵਾਲਾ ਨਹੀਂ। ਸਾਰਾ ਕੁਝ ਹੋਣ ਦੇ ਬਾਵਜੂਦ ਸਿਸਟਮ ਇੰਨਾ ਵਿਗੜ ਗਿਆ ਸਮਾਜ ਦਾ, ਇੰਨਾ ਸਮਾਜ ਦਾ ਵਿਗੜ ਗਿਆ ਵੀ ਲੋਕਾਂ ਨੂੰ ਇਹ ਦੱਸਿਆ ਹੀ ਨਹੀਂ ਗਿਆ ਵੀ ਇਹ ਹੈ ਕੀ ਚੀਜ਼। ਗੁਰੂ ਸਾਹਿਬ ਨੇ ਤਾਂ ਇਹੋ ਜਿਹੀ ਕਮਾਲ ਦੀਆਂ ਗੱਲਾਂ, ਇੱਕ ਭਗਤ ਕਬੀਰ ਜੀ, ਰਵੀਦਾਸ ਜੀ, ਮੈਂ ਤਾਂ ਹੈਰਾਨ ਹਾਂ ਵੀ ਕਿਹੋ ਜਿਹੀਆਂ ਗੱਲਾਂ ਉਹ ਲਿਖ ਕੇ ਗਏ ਹੈ, ਜੋ ਇਹਨਾਂ ਨੇ ਐਕਸਪਲੇਨ ਕੀਤੀਆਂ। ਸਾਨੂੰ ਤਾਂ ਐਕਸਪਲੇਨ ਹੀ ਨਹੀਂ ਕਿਸੇ ਨੇ ਕੀਤੀਆਂ। ਔਰ ਆਮ 90% 95% ਤੁਸੀਂ ਤਾਂ ਚਲੋ ਸੂਝਵਾਨ ਲੋਕ ਹੋਵੋਗੇ ਚੰਡੀਗੜ੍ਹ ਦੇ, ਵੀ ਇਹ ਥੋੜਾ ਮੋਟਾ ਕੋਈ ਇਹ ਪਤਾ ਹੋਏਗਾ, ਤੁਸੀਂ ਸਮਝਦੇ ਹੋਵੋਗੇ। ਪੰਜਾਬ ਦੇ ਵਿੱਚ ਤਾਂ ਸਾਡੇ ਇਹ ਬੁਰਾ ਹਾਲ ਹੈ ਵੀ ਉੱਥੇ ਤਾਂ ਕਿਸੇ ਨੂੰ ਪਤਾ ਹੀ ਨਹੀਂ। ਇਸ ਕਰਕੇ ਮੈਂ ਤਾਂ ਭਾਈ ਸਾਹਿਬ ਤੁਹਾਨੂੰ ਇਹ ਬੇਨਤੀ ਕਰਾਂਗਾ, ਮੈਂ ਤਾਂ ਪਹਿਲਾਂ ਕਿਹਾ ਵੀ ਜਦ ਪਹਿਲਾਂ ਤਾਂ ਮਿਲ ਕੇ ਆਈਏ ਸਰਦਾਰ ਜੀ ਨੂੰ ਵੀ ਹੈ ਕਿੱਦਾਂ ਦੇ ਨੇ, ਕਿਉਂਕਿ ਮੈਂ ਤਾਂ ਹਾਂ ਗੋਲ ਪੱਗਾਂ ਵਾਲੇ ਤੇ ਚੋਲਿਆਂ ਵਾਲੇ ਹੀ ਮਤਲਬ ਛੈਣੇ ਖੜਕਾਉਂਦੇ ਇਸ ਦਾ ਦੇਖਿਆ ਜੀ ਸਾਰੀ ਉਮਰ। ਅੱਛਾ ਮੈਂ ਕਿਹਾ ਯਾਰ ਦੇਖ ਕੇ ਤਾਂ ਆਈਏ, ਕਹੀ ਜਾਂਦੇ ਨੇ ਜੋ ਤਾਂ ਦਾੜੀ ਬੰਨ੍ਹਦੇ ਨੇ ਉਹ ਤਾਂ ਪੈਂਟ ਕਮੀਜ਼ ਪਾਉਂਦੇ ਆ। ਮੈਨੂੰ ਇੱਕ ਉਹ ਜਿਹੜਾ ਸੀ ਕਥਾਵਾਚਕ ਕਹਿੰਦਾ ਜੀ ਉਹ ਨਹੀਂ ਜੀ ਉਹ ਤਾਂ ਡਾਕਟਰ ਸਾਹਿਬ ਦਾੜੀ ਬੰਨ੍ਹਦੇ ਆ ਜੀ ਤੇ ਪੈਂਟ ਕਮੀਜ਼ ਪਾਉਂਦੇ ਆ ਜੀ, ਤੇ ਇਹ ਉਹਨਾਂ ਨੂੰ ਬੁਲਾਵਾਂਗੇ ਤਾਂ ਕਿਸੇ ਬੰਦੇ ਨੇ ਹੀ ਨਹੀਂ ਆਉਣਾ ਹੈ ਜੀ। ਵੀ ਇੱਥੇ ਤਾਂ ਉਹੀ ਗੋਲ ਪੱਗਾਂ ਵਾਲਾ ਹੀ ਕੰਮ ਚੱਲਦਾ ਵੀ ਛੈਣੇ ਛੁੰਡੇ ਖੜਕਾਏ। ਸਾਨੂੰ ਇਹ ਹੁੰਦਾ ਵੀ ਚਲੋ ਗੋਲ ਗਾਲਕ ਵਧੀਆ ਆ ਜਾਊਗੀ ਹੈ ਜੀ, ਲੰਗਰ ਲੋਕ ਲਾ ਦੇਣਗੇ ਹੈ ਜੀ, ਜਲੇਬੀਆਂ ਸਮੋਸੇ ਤੇ ਜਿਹੜਾ ਇਹ ਸਾਰਾ ਸਮਾਨ ਖਾ ਪੀ ਕੇ ਲੋਕ ਚਲੇ ਜਾਂਦੇ ਨੇ। ਲੋਕਾਂ ਦਾ ਇਹੋ ਜਿਹਾ ਰਿਚੁਅਲ ਬਣ ਗਿਆ ਸਿੱਖ ਧਰਮ ਦੇ ਵਿੱਚ ਵੀ ਜਿਵੇਂ ਉਹ ਕਰਦੇ ਸੀ ਉਵੇਂ ਹੀ ਹੁਣ ਅਸੀਂ ਭਾਈ ਸਾਹਿਬ ਕਰਨਾ ਸ਼ੁਰੂ ਕਰਤਾ ਵੀ ਮੰਦੀ ਹਾਲਤ ਹੋ ਗਈ ਹੈ ਲੋਕਾਂ ਦੀ। ਲੋਕ ਦੱਸ ਨਹੀਂ ਰਹੇ, ਦੱਸਣ ਵੀ ਕਿਹਨੂੰ, ਕੋਈ ਉਹਨਾਂ ਦੀ ਇਲਾਜ ਕਰਨ ਵਾਲਾ ਜਾਂ ਉਹਨਾਂ ਦਾ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਹੈ ਹੀ ਨਹੀਂ। ਆਪ ਦਾ ਨਾਮ ਮੈਂ ਸਵਾਲ ਕੋਈ ਨਹੀਂ, ਸਵਾਲ ਤਾਂ ਹੋਵੇ ਨਾ ਜੇ ਮੈਨੂੰ ਗੱਲ ਕੋਈ ਕਲੀਅਰ ਨਾ ਹੁੰਦੀ ਹੋਵੇ। ਪੜ੍ਹਿਆ ਲਿਖਿਆ ਬੰਦਾ ਹਰ ਗੱਲ ਸਮਝ ਰਿਹਾ ਵੀ ਹੈ ਕੀ, ਦੱਸਿਆ ਕੀ ਗਿਆ ਤੇ ਅਸਲੀਅਤ ਕੀ ਹੈ। ਤੁਹਾਡਾ ਕੀ ਨਾਮ? ਮੇਰਾ ਨਾਮ ਡਾਕਟਰ ਸੰਤੋਖ ਸਿੰਘ ਹੈ ਜੀ। ਨਾਈਸ ਮੀਟਿੰਗ ਯੂ। ਤੇ ਮੈਨੂੰ ਕੀ ਹੁਕਮ ਹੈ, ਮੈਨੂੰ ਕੀ ਕਰਨਾ ਚਾਹੀਦਾ? ਨਹੀਂ ਤੁਹਾਨੂੰ ਹੁਕਮ ਮੈਂ ਤੁਹਾਨੂੰ ਕੀ ਲਾ ਸਕਦਾ ਜੀ। ਮੈਂ ਤਾਂ ਤੁਹਾਨੂੰ ਬੇਨਤੀ ਤੁਹਾਨੂੰ ਇਹ ਕਰ ਸਕਦਾ ਵੀ ਤੁਸੀਂ ਵੱਧ ਤੋਂ ਵੱਧ ਚਲੋ ਸੀਡੀਆਂ ਮੈਂ ਆਪਦੇ ਸਿਸਟਰ ਤੋਂ ਦਿੱਲੀ ਮੰਗਾਈਆਂ ਤੁਹਾਡੀਆਂ, ਤੇ ਕਿਤਾਬਾਂ ਵੀ ਮੰਗਵਾਈਆਂ। ਮੈਂ ਕਿਹਾ ਚਲੋ ਪੜ੍ਹਿਆ ਕਰਾਂਗੇ। ਅੱਜ ਤੁਹਾਨੂੰ ਮਿਲਦਾ ਮੌਕਾ ਮਿਲ ਗਿਆ ਤੇ ਦਰਸ਼ਨ ਤੁਹਾਡੇ ਹੋ ਗਏ, ਮਾਤਾ ਜੀ ਦੇ ਦਰਸ਼ਨ ਹੋ ਗਏ। ਥੈਂਕਸ ਫॉर ਤੇ ਨੰਬਰ 2 ਵੀ ਤੁਸੀਂ ਕਿਤਾਬਾਂ ਜਿਵੇਂ ਉਹ ਗਿਆਨੀ ਸਾਹਿਬ ਸਿੰਘ ਇਸ ਤਰੀਕੇ ਦੀਆਂ, ਤਾਂ ਕਿ ਲੋਕ ਨਾ ਦੇਖੋ ਪੜ੍ਹਨਾ ਵੀ ਚਾਹੁੰਦੇ ਨੇ ਪਰ ਲੋਕ ਦੱਸਣ ਵਾਲੇ ਕੋਈ ਨਹੀਂ। ਆਹ ਮੇਰੀ ਬੇਨਤੀ ਹੈ, ਇਹ ਮੇਰੇ ਸੈਂਟੀਮੈਂਟ ਸੀ ਜਿਹੜੇ ਮੈਂ ਤੁਹਾਨੂੰ ਦੱਸਦੇ ਆ। ਸਰਦਾਰ ਜੀ ਨੂੰ ਮੈਂ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਮੈਨੂੰ ਟਾਈਮ ਜ਼ਰੂਰ ਦਿਓ, ਤੁਹਾਡੇ ਨਾ ਹੋਵੇ ਵੀ ਮੈਂ ਤੁਹਾਡੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ। ਥੈਂਕਸ ਫॉर ਸ਼ੇਅਰਿੰਗ। ਔਰ ਤੁਸੀਂ ਇੰਨਾ ਖੁੱਲ ਕੇ ਸੱਚ ਸਾਂਝ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰਾ क्वेश्चन है कि नशा किवें छूट सकता है? जैसे कि शराब का नशा तो छूट जाता है बट इलेक्ट्रॉनिक गैजेट्स तो आजकल हर चीज़ में काम आते हैं, उनका नशा कैसे छोड़े? ਵਿਕਾਸ ਬੱਚੇ ਤੁਹਾਡਾ ਕੁਐਸਚਨ ਤੇ ਬੜਾ ਮੁਸ਼ਕਿਲ ਹੈ। ਤੁਹਾਨੂੰ ਹੈ ਉਹਦਾ ਨਸ਼ਾ? थोड़ा बहुत ਔਰ ਪਾਪਾ ਨੂੰ है, थोड़ा बहुत ਥੋੜਾ ਬਹੁਤ ਕਿ ਬਹੁਤ ਜ਼ਿਆਦਾ?
थोड़ा कम दे विच। ਅੱਛਾ ਬੱਚੇ ਤੁਸੀਂ ਦੇਖਿਆ ਹੈ ਕਿ ਟੀਵੀ ਤੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕੈਮਿਸਟਰੀ ਫਿਜ਼ਿਕਸ ਮੈਥਮੈਟਿਕਸ ਦੇ ਵੀ ਪ੍ਰੋਗਰਾਮ ਆਉਂਦੇ ਨੇ, हाँ जी, ਤੁਸੀਂ ਉਹ ਦੇਖਦੇ ਹੋ? कदी कदार। ਜਦੋਂ ਦੇਖਦੇ ਹੋ ਤਾਂ ਮੰਮੀ ਗੁੱਸਾ ਕਰਦੀ ਹੈ? नहीं। ਵਾਹ, ਉਸ ਵੇਲੇ ਮੰਮੀ ਨੂੰ ਪਤਾ ਲੱਗ ਜਾਂਦਾ ਹੈ ਕੀਮਤੀ ਕੰਮ ਕਰ ਰਿਹਾ ਹੈ ਨਾ। हाँ जी। ਪਰ ਜਦੋਂ ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ, ਆ ਰਿਹਾ ਹੋਵੇ ਗਾਣਾ, ਫਿਰ ਉਹ ਦੇਖ ਰਹੇ ਹੋ ਤੇ ਮੰਮੀ ਗੁੱਸਾ ਕਰਦੀ ਹੈ हाँ ਨਾ, जी। ਹੈ ਨਾ। ਤੇਰੇ ਸਾਥ ਕਰੂੰਗਾ ਗੰਦੀ ਬਾਤ, ਉਹ ਵਾਲਾ ਗਾਣਾ ਤੁਸੀਂ ਦੇਖ ਰਹੇ ਹੋ ਤਾਂ ਮੰਮੀ ਨੂੰ ਗੰਦੀ ਬਾਤ ਲੱਗਦੀ ਹੈ ਨਾ, ਬੁਰਾ ਲੱਗਦਾ ਨਾ। ਇਹਦਾ ਮਤਲਬ ਅਸੀਂ ਆਪਣੇ ਜੀਵਨ ਵਿੱਚ ਜੇ ਚਾਰੋਂ ਪਾਸੇ ਹੁਣ ਸਾਡੇ ਸੈੱਲ ਫੋਨ ਔਰ ਕੰਪਿਊਟਰ ਔਰ ਇਹ ਸਾਰੀ ਜ਼ਿੰਦਗੀ ਚਾਲੂ ਹੋ ਗਈ ਹੈ ਨਾ, ਤਾਂ ਅਸੀਂ ਉਸ ਨੂੰ ਜੁਡੀਸ਼ੀਅਸਲੀ ਚੰਗੇ ਕੰਮ ਵਾਸਤੇ ਵਰਤਣਾ ਹੈ। ਚੰਗੇ ਕੰਮ ਵਾਸਤੇ ਉਹਨੂੰ ਵਰਤਣਾ ਨਸ਼ਾ ਨਹੀਂ ਹੁੰਦਾ। ਲੇਕਿਨ 24 ਘੰਟੇ ਕਦੇ ਉਹਦੇ ਫਿਲਮ ਦੇਖਦੇ ਰਹਿਣਾ, ਕਦੇ ਉਹਦੇ 'ਤੇ ਗਾਣੇ ਦੇਖਦੇ ਰਹਿਣਾ, ਕਦੇ ਉਹਦੇ 'ਤੇ ਸ਼ੇਰੋ ਸ਼ਾਇਰੀ ਕਰਦੇ ਰਹਿਣਾ, ਕਦੇ ਉੱਤੇ ਸਟਾਕ ਮਾਰਕੀਟ ਦੇਖਦੇ ਰਹਿਣਾ, ਕਦੇ ਉੱਤੇ ਤੇਰੇ ਸਾਥ ਕਰੂੰਗਾ ਗੰਦੀ ਬਾਤ ਵਾਲੇ ਭੈੜੇ ਗਾਣੇ ਦੇਖਦੇ ਰਹਿਣਾ, ਤਾਂ ਫਿਰ ਉਹ ਨਸ਼ਾ ਗਲਤ ਹੈ। ਉਹਦੇ ਨਾਲ ਅੱਖਾਂ ਵੀ ਖਰਾਬ ਹੋ ਜਾਣਗੀਆਂ, ਬਾਡੀ ਵੀ ਖਰਾਬ ਹੋ ਜਾਏਗੀ। ਸੋ ਜਿਹੜਾ ਬੰਦਾ ਉਹਦੇ 'ਚੋਂ ਬਾਣੀ ਪੜ੍ਹਨ ਵਾਸਤੇ, ਆਪਣਾ ਜੀਵਨ ਉੱਚਿਆਂ ਕਰਨ ਵਾਸਤੇ ਗੂਗਲ ਸਰਚ ਕਰਕੇ ਆਪਣੀ ਲਾਈਫ ਨੂੰ ਮੋਡਰੇਟ ਕਰਦਾ ਹੈ, ਆਪਣੇ ਅਵਗੁਣਾਂ ਨੂੰ, ਰੋਗ ਨੂੰ ਸਮਝਦਾ ਹੈ ਔਰ ਠੀਕ ਕਰਦਾ ਹੈ, ਦੈਨ ਇਟਸ ਨਾਟ ਰੋਂਗ। ਇਹਦੇ ਨਾਲ ਉਹਨੂੰ ਆਪੇ ਸਮਝ ਆ ਜਾਏਗੀ ਕਿ ਮੈਨੂੰ ਇਹਨੂੰ ਕਿਤਨਾ ਲਿਮਿਟਿਡ ਯੂਜ਼ ਕਰਨਾ ਚਾਹੀਦਾ ਹੈ। ਫਰਜ਼ ਕਰੋ ਮੈਂ ਸੈੱਲ ਫੋਨ 'ਤੇ ਸ਼ਬਦ ਵੇਖਦਾ ਹੈ ਨਾ, ਤਾਂ ਮੈਂ ਨੋਟਿਸ ਕੀਤਾ ਕਿ ਮੇਰੀ ਇਸ ਅੱਖ ਨੂੰ ਨੁਕਸਾਨ ਹੁੰਦਾ ਜੇ ਮੈਂ ਸੈੱਲ ਫੋਨ 'ਚੋਂ ਜ਼ਿਆਦਾ ਦੇਖਦਾ। ਤਾਂ ਫਿਰ ਮੈਂ ਉਹ ਵਾਲੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹ ਲੈਂਦਾ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ 'ਚੋਂ ਪੜ੍ਹ ਲੈਂਦਾ। ਉਤਨੀ ਦੇਰ ਮੈਂ ਆਪਣੀ ਅੱਖ ਨੂੰ ਬਚਾ ਲੈਂਦਾ ਇਹਦੇ 'ਤੇ ਫੋਕਸ ਕਰਨ ਵਾਸਤੇ। ਕਰੈਕਟ। ਇੰਝ ਅਸੀਂ ਜੁਡੀਸ਼ੀਅਸਲੀ ਆਪਣੇ ਟਾਈਮ ਨੂੰ ਕਿਸ ਤਰ੍ਹਾਂ ਸਪੈਂਡ ਕਰਨਾ ਉਹ ਸਿੱਖ ਜਾਂਦੇ ਹਾਂ ਅਤੇ ਗਿਜ਼ਮੋ ਗੈਜਟਸ ਦੇ ਉੱਤੇ ਮੁਹਤਾਜ ਨਹੀਂ ਰਹਿੰਦੇ ਹਾਂ। लेकिन जे तुसी अपने पापा मम्मी ਨੂੰ कहो कि मेरे को हर हालत में कंप्यूटर लेके दो, सुरिंदर के पास है, मेरे को बढ़िया सेल फोन लेके देखो, उन्होंने i7 निकला है तो लेके क्यों नहीं देते, ਤਾਂ ਉਹ ਨਸ਼ਾ ਹੈ। ਉਹਦੀ ਗੰਦੀ ਆਦਤ ਤੋਂ ਤੁਸੀਂ ਛੁੱਟਣਾ, ਅਸੀਂ ਸਾਰਿਆਂ ਨੇ ਛੁੱਟਣਾ, ਠੀਕ ਹੈ। ਜੇ ਤੁਸੀਂ ਕਾਰ 'ਤੇ ਜਾ ਰਹੇ ਹੋ ਤਾਂ ਜ਼ਿੱਦ ਨਹੀਂ ਕਰਨੀ ਕਿ ਹਰ ਹਾਲਤ ਹੀ ਏਸੀ ਔਨ ਕਰੋ। ਲਰਨ ਹਾਊ ਟੂ ਕੁਦਰਤ ਦੇ ਐਟਮੋਸਫੀਅਰ ਵਿੱਚ ਵੀ ਕਿਸ ਤਰ੍ਹਾਂ ਗਰਮੀ ਹੁੰਦੀ ਹੈ, ਸਰਦੀ ਹੁੰਦੀ ਹੈ, ਲੂ ਹੁੰਦੀ ਹੈ, ਕਈ ਵਾਰੀ ਕਾਰ ਵਿੱਚ ਪੈਟਰੋਲ ਨਹੀਂ ਹੁੰਦਾ, ਪੈਦਲ ਵੀ ਟੁੱਟਦੇ ਨੇ, ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਸਿੱਖੋ। ਲੇਕਿਨ ਜੇ ਸਭ ਕੁਝ ਤੁਸੀਂ ਸਿੱਖ ਰਹੇ ਹੋ, ਤੁਹਾਡੀ ਸਿਹਤ ਵੀ ਅੱਛੀ ਹੈ, ਹੋਮਵਰਕ ਵੀ ਕਰਦੇ ਹੋ, ਸਕੂਲ ਪੜ੍ਹਾਈ ਵੀ ਕਰਦੇ ਹੋ, ਤਾਂ ਕਾਰ ਅੰਦਰ ਬੈਠੇ ਏਸੀ ਔਨ ਕਰ ਵੀ ਲਿਆ ਤਾਂ ਕੋਈ ਗੱਲ ਨਹੀਂ। ਪਰ ਡੋਂਟ ਡਿਪੈਂਡ ਔਨ ਦੀਸ ਥਿੰਗਸ। ਠੀਕ ਹੈ, ਆਨਸਰ ਹੋ ਗਿਆ ਬੱਚੇ? ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜਦੋਂ ਜੀ ਪੰਜਾਬੀ ਦੇ ਤੁਸੀਂ ਆਉਂਦੇ ਸੀ, ਅਸੀਂ ਉਦੋਂ ਦੇ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਪੜ੍ਹੇ। ਲੇਕਿਨ ਗੁਰਦੁਆਰਿਆਂ ਵਿੱਚ ਇੱਕ ਹੁਕਮਨਾਮਾ ਬਾਹਰ ਦਿੱਤਾ ਹੁੰਦਾ ਹੈ ਬੋਰਡ 'ਤੇ, ਉਹ ਹੁਕਮਨਾਮੇ ਵਿੱਚ ਜ਼ਿਆਦਾਤਰ ਕਈ ਵਾਰੀ ਇਹ ਸ਼ਬਦ ਪੜ੍ਹਿਆ, ਜਿਨ ਹਰ ਹਿਰਦੇ ਨਾਮ ਨ ਵਸਿਓ ਤਿਨ ਮਾਤ ਕੀਜੇ ਹਰ ਵਾਂਝਾ, ਵਾਂਝਾ ਤੇ ਸੁੰਜੀ ਸੇ ਦੇ ਫਿਰੇ ਫਿਰ ਨਾਵੇਂ ਉਹ ਖਪ ਖਪ ਮੂਏ ਕਰਾਜਾ। ਮਨ ਵਿੱਚ ਆਉਂਦਾ ਸੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ। ਗੁਰੂ ਰਾਮਦਾਸ ਜੀ ਦੇ ਘਰ ਪ੍ਰਿਥੀ ਚੰਦ ਨੇ ਜਨਮ ਲਿਆ ਅਤੇ ਉਹ ਆਪਣੀ ਪਤਨੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਤੂੰ ਬਾਝ ਹੋ ਜਾ। ਜਦੋਂ ਕਿ ਬੱਚਾ ਜਨਮ ਲੈ ਲੈਂਦਾ, ਉਦੋਂ ਬਾਅਦ ਵਿੱਚ ਉਹਦੇ ਬਾਝ ਹੋਣ ਦਾ ਫਾਇਦਾ ਵੀ ਕੀ ਹੈ। ਮੈਂ ਗੁਰਦੁਆਰਿਆਂ ਵਿੱਚ ਇਹ ਹੁਕਮਨਾਮਾ ਜਦੋਂ ਲਿਖਿਆ ਹੁੰਦਾ ਬੋਰਡ ਦੇ ਉੱਤੇ, ਉਦੋਂ ਪੜ੍ਹਦੀ ਸੀ ਅਤੇ ਸੋਚਦੀ ਸੀ ਕਿ ਇਹ ਹੁਕਮਨਾਮੇ ਦੇ ਅਰਥ ਇੱਥੇ ਠੀਕ ਨਹੀਂ ਕੀਤੇ ਹੋਏ। ਅਤੇ ਦਰਪਣ ਵਿੱਚ ਵੀ ਸਾਹਿਬ ਸਿੰਘ ਜੀ ਦੇ ਮੈਂ ਉਹੀ ਪੜ੍ਹੇ। ਫਿਰ ਇਹਨਾਂ ਦੀ ਇੱਕ ਕਿਤਾਬ ਜੀਵਨ ਜਾਂਚ ਪੜ੍ਹੀ, ਉਹਦੇ ਵਿੱਚ ਇੱਕ ਸ਼ਬਦ ਹੈ ਮਾਤਾ ਮਤ ਪਿਤਾ ਸੰਤੋਖ। ਫਿਰ ਸਮਝ ਆਈ ਕਿ ਉੱਥੇ ਮਾਤਾ ਮਤ ਨੂੰ ਕਿਹਾ ਗਿਆ ਹੈ। ਅਤੇ ਮੈਂ ਜਦੋਂ 71 ਵਿੱਚ ਕੱਲ੍ਹ ਇਹਨਾਂ ਦਾ ਪ੍ਰੋਗਰਾਮ ਸੀ ਪਰਸੋਂ ਰਾਤ ਨੂੰ, ਉੱਥੇ ਉਸ ਦਿਨ ਇਹੀ ਸ਼ਬਦ ਹੁਕਮਨਾਮੇ ਵਿੱਚ ਲਿਖਿਆ ਹੋਇਆ ਸੀ। ਕਈ ਵਾਰੀ ਮਨ ਕਰਦਾ ਗ੍ਰੰਥੀ ਸਿੰਘ ਨੂੰ ਕਹਾਂ ਜਾ ਕੇ ਕਿ ਇਹ ਜਿਹੜਾ ਤੁਸੀਂ ਸ਼ਬਦ ਦੇ ਅਰਥ ਇੱਥੇ ਲਿਖਿਆ ਇਹ ਠੀਕ ਨਹੀਂ ਹੈ, ਕਿਉਂਕਿ ਕਿਸੇ ਦੀ ਜੇ ਕਿਸੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਤਾਂ ਉਹਦੀ ਸਜ਼ਾ ਸਿਰਫ ਉਹਨੂੰ ਹੀ ਮਿਲਣੀ ਚਾਹੀਦੀ ਹੈ ਕਿ ਮਾਤਾ ਨੂੰ ਥੋੜ੍ਹੇ ਕਹਿ ਸਕਦੇ ਆ ਕੋਈ ਵੀ ਬਾਝ ਹੈ।
ਮੇਰਾ ਇਹਨਾਂ ਤਾਈਂ ਇਹ ਗੱਲ ਹੈ ਵੀ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਟ੍ਰੇਨਡ ਕਿਉਂ ਨਹੀਂ ਕੀਤਾ ਜਾਂਦਾ ਕਿ ਇੱਥੇ ਸਹੀ ਅਰਥ ਲਿਖੇ ਜਾਣ। ਤੁਹਾਡਾ ਕੀ ਨਾਂ ਹੈ? ਹਾਂਜੀ, ਗੁਰਜੀਤ ਕੌਰ ਜੀ। ਅਸੀਂ ਨਾ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ, ਪਰ ਜਿਸ ਤਰ੍ਹਾਂ ਤੁਹਾਡੇ ਮਨ ਅੰਦਰ ਆਇਆ ਕਿ ਇਸ ਦੇ ਅਰਥ ਜੇ ਮੱਤ ਉੱਤੇ ਟੁਕਾਏ ਜਾਣ ਤਾਂ ਤੁਹਾਨੂੰ ਵਿਸਮਾਦ ਆਇਆ। ਹਾਂਜੀ, ਵਿਸਮਾਦ ਆਇਆ ਔਰ ਇੱਕਦਮ ਆਇਆ। ਪਹਿਲਾਂ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਸੀ ਇਹ ਮਨ ਕਿ ਇਹ ਸ਼ਬਦ ਦੇ ਅਰਥ ਜਿਹੜੇ ਹੁਕਮਨਾਮੇ ਦੇ ਲਿਖੇ ਹੁੰਦੇ ਨੇ ਉਹ ਸਹੀ ਨੇ। ਫਿਰ ਮਨ ਸੋਚਦਾ ਸੀ ਕੀ ਤੋਂ ਪੁੱਛਾਂ। ਫਿਰ ਤੁਹਾਡੀ ਕਿਤਾਬ ਪੜ੍ਹੀ, ਕਿਉਂਕਿ ਅਸੀਂ 5-6 ਸਾਲ ਤੋਂ ਵੀ ਜੀ ਪੰਜਾਬੀ ਦੇ ਜਦੋਂ ਤੁਸੀਂ ਆਉਂਦੇ ਸੀ ਉਦੋਂ ਦੇ ਦੇਖਦੇ ਹਾਂ। ਫਿਰ ਜਦੋਂ ਪੜ੍ਹੀ ਤੇ ਉਹ ਸ਼ਬਦ ਵੈਸੇ ਵੀ ਮੈਂ ਗੁਰੂ ਗ੍ਰੰਥ ਸਾਹਿਬ 'ਚ ਵੀ ਪੜ੍ਹਿਆ ਸੀ, ਪਰ ਉਦੋਂ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਕਿ ਮਾਤਾ ਮੱਤ ਨੂੰ ਕਿਹਾ ਗਿਆ। ਫਿਰ ਜਦੋਂ ਉਹ ਸ਼ਬਦ ਪੜ੍ਹਿਆ, ਮੇਰੇ ਖਿਆਲ ਪਹਿਲਾ ਜਾਂ ਦੂਜਾ ਸ਼ਬਦ ਹੀ ਹੈ, ਤੇ ਮੈਂ ਉਦੋਂ ਪੜ੍ਹਿਆ ਤੇ ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਸਮਾਜ 'ਚ ਆ ਗਈ ਇਹ ਸੋਚ ਕੇ ਕਿ ਗੁਰੂ ਸਾਹਿਬ ਕਦੇ ਗਲਤ ਨਹੀਂ ਕਹਿੰਦੇ। ਉਹ ਕਿਸੇ ਨੂੰ ਗਲਤ ਕਿੱਦਾਂ ਕਹਿ ਸਕਦੇ ਨੇ ਕਿ ਸਹੀ ਤਰੀਕੇ ਨਾਲ ਅਰਥ ਅਸੀਂ ਪੜ੍ਹਾਂਗੇ ਤੇ ਅਸੀਂ ਆਪਣੇ ਗੁਰੂ ਸਾਹਿਬ ਨੂੰ ਥੋੜ੍ਹੀ ਬਲੇਮ ਕਰੀ ਜਾਵਾਂਗੇ। ਉਹਨਾਂ ਨੇ ਕਿਸੇ ਨੂੰ ਕਿਵੇਂ ਕਹਿ ਤਾ ਵੀ ਤੂੰ ਬਾਜ ਹੋ ਜਾ। ਵੀ ਮੈਂ ਕਹਿੰਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਦੇ ਅਰਥ ਜ਼ਰੂਰ ਕਰਨ। ਅਸੀਂ ਤੁਹਾਡਾ ਸੁਨੇਹਾ ਲੈ ਲਿਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਸ਼ਬਦ, ਇੱਕ ਟੌਪਿਕ, ਇੱਕ ਬਾਣੀ, ਜਿਸ ਤਰ੍ਹਾਂ ਜਪਜੀ ਸਾਹਿਬ ਕਰ ਲਈ ਹੈ, ਮੈਲਾਨੋਵਾ ਕਰ ਲਿਆ ਹੈ, ਇਸ ਤਰ੍ਹਾਂ ਅਸੀਂ ਅਲਾਣੀਆਂ ਕਰ ਲਿਆ ਹੈ, ਸੋਇਲਾ ਕਰ ਲਿਆ ਹੈ ਨਾ। ਇਸ ਤਰ੍ਹਾਂ ਅਸੀਂ ਲੱਗੇ ਹੋਏ ਹਾਂ। ਤੁਸੀਂ ਲੋਕੀ ਪੜ੍ਹਦੇ ਹੋ ਔਰ ਖੋਜ ਕਰਦੇ ਹੋ, ਇਹਦਾ ਮੈਨੂੰ ਜ਼ਿਆਦਾ ਉਤਸ਼ਾਹ ਮਿਲਦਾ ਹੈ। ਤੁਸੀਂ ਖੋਜ ਕਰਕੇ ਪੜ੍ਹਦੇ ਹੋ, ਕੰਪੈਰੇਟਿਵਲੀ ਸਟੱਡੀ ਕਰਦੇ ਹੋ। ਵਾਹ, ਮੈਨੂੰ ਬੜੀ ਖੁਸ਼ੀ ਹੋਈ। ਕਾਸ਼ ਸਾਰੀਆਂ ਕੌਮ ਦੀਆਂ ਮਾਵਾਂ ਧੀਆਂ ਭੈਣਾਂ ਇਸ ਤਰ੍ਹਾਂ ਬਾਣੀ ਨੂੰ ਖੋਜਣ, ਤਾਂ ਇਹ ਅੱਛੀ ਗੱਲ ਹੈ। ਥੈਂਕ ਯੂ, ਥੈਂਕਸ ਫॉर ਸ਼ੇਅਰਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਐਪਰੀਸ਼ੀਏਟ ਕਰਾਂਗੀ ਤੁਸੀਂ ਇੰਨੇ ਐਫਰਟਸ ਕਰ ਰਹੇ ਹੋ। Thank you. ਮੈਂ ਸਾਚਾ ਤੰਗ ਗੁਰਦੁਆਰਾ ਸਾਹਿਬ ਤੁਹਾਡਾ ਲੈਕਚਰ ਸੁਣਿਆ, ਉੱਥੇ ਤੁਸੀਂ ਇੰਨੀ ਨਾਰਮਲ ਨੈਚੁਰਲ ਵੇ ਨਾਲ ਤਰੀਕੇ ਨਾਲ ਤੁਸੀਂ ਪ੍ਰੈਜ਼ੈਂਟ ਕੀਤਾ ਕਿ ਡੇਲੀ ਲਾਈਫ ਵਿੱਚ ਜਿਹੜੇ ਰੂਟੀਨਸ ਵਿੱਚ ਗੱਲਾਂ ਹੁੰਦੀਆਂ ਨੇ। ਲਾਈਕ ਤੁਸੀਂ ਕੱਲ੍ਹ ਕਿਹਾ ਸੀਗਾ ਕਿ ਲੇਡੀਜ਼ ਵਿੱਚ ਸੰਤੋਖ ਹੈਗਾ ਲੇਕਿਨ ਉਹ ਗਵਾ ਰਹੀਆਂ ਨੇ। ਓਹ ਯੈਸ। ਹਾਂਜੀ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਸਵੇਰੇ ਉੱਠ ਕੇ ਉਹ ਬਿਲਕੁਲ ਤਿਆਰ ਕਰਦੀਆਂ ਨੇ, ਚਾਹ ਤਿਆਰ ਕਰਦੀਆਂ ਨੇ, ਆਪਣਾ ਨਿਊਜ਼ਪੇਪਰ ਦਿੰਦੀਆਂ ਨੇ ਹਸਬੈਂਡ ਨੂੰ ਔਰ ਉਸ ਤੋਂ ਬਾਅਦ ਉਠਾਉਂਦੀਆਂ ਨੇ, ਲੇਕਿਨ ਉਹ ਹੌਲੀ ਘਰ ਜਾ ਕੇ ਫਿਰ ਉਹ ਜਿਸ ਤਰ੍ਹਾਂ ਮੇਡ ਨਾਲ ਗੱਲਾਂ ਕਰਦੀਆਂ ਨੇ ਤੇ ਉਹ ਆਪਣਾ ਉਹ ਵਾਲਾ ਗੁਣ ਗਵਾ ਰਹੀਆਂ ਨੇ। ਓ ਯੈਸ। ਔਰ ਤੁਸੀਂ ਇਹ ਵੀ ਗੱਲ ਮੈਂਸ਼ਨ ਕੀਤੀ ਸੀ ਕਿ ਰਿਕਸ਼ੇ ਵਾਲੇ ਨਾਲ ਅਸੀਂ ਭਾਅ ਕਰਨ ਲੱਗ ਜਾਂਦੇ ਹਾਂ, ਸੋਨਾ ਘੱਟ ਖਰੀਦੋ, ਸੋ ਦੈਟ ਇਜ਼ ਮੈਟਰ। ਸੋ ਇਹ ਸਭ ਚੀਜ਼ਾਂ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਰੂਟੀਨ ਵਾਲੀਆਂ ਗੱਲਾਂ ਕਰਦੇ ਹੋ, ਜਲਦੀ ਸਮਝ ਆਉਂਦੀਆਂ ਨੇ। ਥੈਂਕਸ। ਤੁਹਾਡਾ ਕੀ ਨਾਂ ਹੈ? ਮੈਂ ਸਰ ਮਨਵਿੰਦਰਜੀਤ ਕੌਰ। ਆਈ ਐਪਰੀਸ਼ੀਏਟ ਕਿ ਤੁਸੀਂ ਚੰਗੇ ਗੁਣ ਕਲੈਕਟ ਕਰਦੇ ਹੋ। ਆਈ ਐਪਰੀਸ਼ੀਏਟ ਯੂਰ ਸਿੰਸੀਅਰ ਲਿਸਨਿੰਗ। ਹਾਂਜੀ, ਤੇ ਕਾਫੀ ਸਾਲਾਂ ਤੋਂ ਗੁਰੂ ਸਾਹਿਬ ਅੰਮ੍ਰਿਤ ਵੇਲੇ ਉਠਾ ਕੇ ਨਾਲ ਲੈ ਕੇ ਜਾਂਦੇ ਨੇ, ਗੁਰਦੁਆਰਾ ਸਾਹਿਬ ਜਾਂਦੇ ਆ। ਤੇ ਮੈਂ ਤੁਹਾਡੇ ਕੋਲ ਇਹ ਕੁਐਸਚਨ ਪੁੱਛਣ ਆਈ ਸੀ, ਜਦੋਂ ਬੱਚਾ ਛੋਟਾ ਸੀ ਮੇਰਾ 6-7 ਸਾਲ ਦਾ, ਤੇ ਉਹ ਮੇਰੇ ਨਾਲ ਜਾਂਦਾ ਸੀਗਾ। ਹੁਣ ਠੀਕ ਹੈ, ਹਾਂ ਹਾਂਜੀ, ਪੱਲਾ ਠੀਕ ਹੈ, ਹਾਂ ਹਾਂਜੀ। ਛੋਟਾ ਸੀ ਤੇ ਨਾਲ ਜਾਂਦਾ ਸੀ। ਹੁਣ 13 ਸਾਲ ਦਾ ਹੋ ਗਿਆ ਤੇ ਹੁਣ ਉਹਦਾ ਅਕੈਡਮੀ ਵਾਸਤੇ ਉੱਠ ਜਾਂਦਾ 5 ਵਜੇ, ਪੌਣੇ 5 ਵਜੇ, ਜਦੋਂ ਅਕੈਡਮੀ ਜਾਣਾ ਹੁੰਦਾ, ਲੇਕਿਨ ਗੁਰਦੁਆਰਾ ਸਾਹਿਬ ਜਾਣ ਵਾਸਤੇ ਉਹ ਡਿਨਾਈ ਕਰਦਾ। ਸੋ ਵਾਟ ਸ਼ੁਡ ਆਈ ਡੂ? ਤੁਸੀਂ ਮੇਰੇ ਉਹਨੂੰ ਜਾਂਦਾ ਸੀ, ਅਦਰਵਾਈਜ਼ 6-7 ਸਾਲ ਦਾ ਸੀ ਤੇ ਜਾਂਦਾ ਸੀ। ਹੁਣ 13-14 ਸਾਲ ਦਾ ਹੋ ਗਿਆ ਤੇ ਹੁਣ ਡਿਨਾਈ ਕਰਦਾ। ਤੁਸੀਂ ਉਹਨੂੰ ਫੋਰਸ ਨਾ ਕਰੋ, ਬਸ ਪਿਆਰ ਕਰੋ। ਉਹ ਤੁਹਾਡੇ ਪਿਆਰ ਦੀ ਗਲਵਕੜੀ ਵਿੱਚ ਹੀ ਜਾਏਗਾ। ਡੋਂਟ ਪੁਸ਼ ਹਿਮ, ਠੀਕ ਹੈ? ਓਨਲੀ ਯੂਅਰ ਮਦਰਲੀ ਅਫੈਕਸ਼ਨ ਇਜ਼ ਨੀਡਡ। ਮੋਰਓਵਰ ਅਸੀਂ ਹੈਗੇ ਵਰਕਿੰਗ ਲੇਡੀ ਤੇ ਉਹ ਇੱਕ ਰੂਟੀਨ ਸੈੱਟ ਹੁੰਦਾ ਹੈ, ਟਾਈਮ ਸ਼ਾਰਟੇਜ ਹੁੰਦੀ ਹੈ, ਉਹ ਫਿਰ ਲੈਕ ਆਫ ਪੇਸ਼ੈਂਸ ਆ ਹੀ ਜਾਂਦੀ ਹੈ। ਤੁਸੀਂ ਕਹਿ ਰਹੇ ਹੋ ਕਿ ਬਸ ਉਹ ਟਾਈਮ ਨੂੰ ਹੀ ਸੰਭਾਲਣਾ ਹੈ। ਇਹ ਕਿਸੇ ਹੋਰ ਦਾ ਵੀ ਕੁਐਸਚਨ ਆਇਆ ਕਿ ਜੇ ਬੱਚੇ ਨਾਲ ਟਾਈਮ ਮੈਨੇਜਮੈਂਟ ਕਰਨੀ ਹੋਵੇ ਤਾਂ ਕੀ ਉਹਨੂੰ ਢਿੱਲਾ ਛੋੜ ਦਈਏ? ਸਾਡੀ ਟਾਈਮ ਮੈਨੇਜਮੈਂਟ ਨਾ ਇਸ ਨੂੰ ਟਾਈਮ ਮੈਨੇਜਮੈਂਟ ਨਹੀਂ ਕਰਦੇ ਨੇ। ਗੁਰਮਤ ਕਹਿੰਦੀ ਹੈ ਤੂੰ 24 ਘੰਟੇ ਦੇ ਮੈਨੇਜ ਕਰਨ ਨੂੰ ਟਾਈਮ ਮੈਨੇਜਮੈਂਟ ਨਾ ਸਮਝ। ਤੂੰ ਅਕਾਲ ਦਾ ਪੁਜਾਰੀ ਆ, ਘੜੀ ਤੋਂ ਬਾਹਰ ਨਿਕਲ, ਰਾਈਟ? ਬਿਯੋਂਡ ਦਾ ਟਾਈਮ। ਬਿਯੋਂਡ ਦਾ ਟਾਈਮ ਵਿੱਚ ਆਪਣਾ ਹਰ ਪਲ ਦਾ ਵੇਲਾ ਜਿਹੜਾ ਸੰਭਾਲਦੇ ਆ ਨਾ, ਇਹਨੂੰ ਟਾਈਮ ਮੈਨੇਜਮੈਂਟ ਕਹਿੰਦੇ ਨੇ। ਤੁਸੀਂ ਹਰ ਪਲ ਆਪਣੀ ਪੇਸ਼ੈਂਸ ਸੰਭਾਲ ਕੇ ਰੱਖਣੀ ਹੈ। ਹਾਊ ਟੂ ਕੰਟਰੋਲ ਯੂਅਰ ਬੈਲੈਂਸ, ਹਾਊ ਟੂ ਬੀ ਬੈਲੈਂਸਡ ਬੀਇੰਗ, ਔਰ ਇਹ ਹੀ ਤੁਹਾਡੇ ਬੱਚੇ ਦੇ ਨਾਲ ਤੁਹਾਡੀ ਹਾਰਮਨੀ ਨੂੰ ਰੀਇਨਫੋਰਸ ਕਰੇਗਾ। ਉਹ ਵੇਲਾ ਸੰਭਾਲੋ। ਬਾਕੀ ਟਾਈਮ ਮੈਨੇਜਮੈਂਟ ਇਜ਼ ਜਸਟ ਨਥਿੰਗ। ਉਹਦੇ ਵਿੱਚ ਅਸੀਂ
ਘੜੀ ਦੇ ਕੀੜੇ ਬਣ ਜਾਵਾਂਗੇ ਲੇਕਿਨ ਬੈਂਬੂ ਹੋ ਜਾਵਾਂਗੇ, ਰੋਬੋਟ ਹੋ ਜਾਵਾਂਗੇ। ਕਰੈਕਟ? वन मोर क्वेश्चन। ਹਾਂਜੀ, ਅੱਜ ਸਵੇਰੇ ਮੰਜੀ ਸਾਹਿਬ ਇਹ ਤੋਂ ਕੋਲ ਕਥਾ- ਰੱਖੋ। ਅੱਜ ਸਵੇਰੇ ਮੰਜੀ ਸਾਹਿਬ ਤੋਂ ਕਥਾ ਆ ਰਹੀ ਸੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਬੜਾ ਵੈਰੀ ਸਿੰਪਲ ਕਿ ਅਸੀਂ ਗੁਰੂ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਤੇ ਸਾਡੇ ਸਾਰੇ ਪਾਪ ਲੱਥ ਜਾਂਦੇ ਨੇ ਤੇ ਸਾਨੂੰ ਇਹਨਾਂ ਸਰੋਵਰਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ। ਅੱਛਾ, ਤੇ ਥੋੜੇ ਦਿਨ ਪਹਿਲਾਂ ਹੀ ਇਹ ਵਾਲੀ ਗੱਲ ਸੁਣੀ ਸੀ ਕਿ ਇਹਨੂੰ ਇਸ ਤਰ੍ਹਾਂ ਨਹੀਂ ਜੋੜਨਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਵੀ ਇਹ ਅਸੀਂ ਆਪਣੇ ਮਨ ਦੇ ਸਰੋਵਰ ਨੂੰ ਨਹਾਉਣਾ ਹੈ। ਤੇ ਹਾਂ, ਰਾਮਦਾਸ ਦੇ ਸੱਸੇ ਨੂੰ ਔਂਕੜ ਨਹੀਂ ਹੈ, ਉਹਦਾ ਮਤਲਬ ਹੁੰਦਾ ਹੈ ਸੱਚ ਦੀ ਸੰਗਤ ਦੇ ਸਰੋਵਰ ਵਿੱਚ। ਹਾਂਜੀ, ਇਹ ਦੋਨਾਂ ਚ So- ਮੈਨੂੰ ਕਨਫਿਊਜ਼ਨ ਹੋ ਰਿਹਾ ਸੀ। ਮੈਂ ਕਿ ਤੁਹਾਡੇ ਕੋਲ ਅੱਜ ਹੈਗਾ ਸੈਮੀਨਾਰ ਕੁਐਸਚਨ ਆਨਸਰਸ ਲਈ, ਸੋ ਆਈ ਵਿਲ ਆਸਕ। ਸੋ ਸੱਚ ਦੀ ਸੰਗਤ ਦੇ ਸਰੋਵਰ ਵਿੱਚ ਨਹਾਉਂਦੇ ਨੇ ਤਾਂ ਸਭ ਉਤਰੇ ਪਾਪ ਕਮਾਤੇ ਹੁੰਦਾ। ਠੀਕ ਹੈ। ਮੇਰਾ ਇੱਕ ਕੁਐਸਚਨ ਹੈ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਜਦੋਂ ਅਸੀਂ ਡੀਲ ਕਰਦੇ ਹਾਂ, ਮੈਂ ਇਹਨਾਂ ਦੀਆਂ ਬਹੁਤ ਸਾਰੀਆਂ ਕੈਸਟ ਸੁਣੀਆਂ ਹੈ, ਬਹੁਤ ਪੁਰਾਣਾ, ਸਭ ਤੋਂ ਪਹਿਲੇ ਸ਼ਾਇਦ ਮੈਨੂੰ ਯਾਦ ਹੈ ਕੋੜਾ ਸੱਚ ਕੈਸਟ ਸੀ। ਕਾਫੀ ਦੇਰ ਮੈਂ ਗੱਡੀ ਦੇ ਵਿੱਚ ਲਗਾ ਕੇ ਇਹਨਾਂ ਦੀ MP3 ਸੁਣਦਾ ਸੀ ਔਰ ਮੈਂ ਕਾਫੀ ਇਹਨਾਂ ਦਾ ਵਿਆਖਿਆ ਸੁਣਨ ਦਾ ਸ਼ੌਕੀਨ ਵੀ ਹਾਂ, ਕਾਫੀ ਇੰਪ੍ਰੈਸਡ ਹਾਂ ਇਹਨਾਂ ਦੇ ਵਿਚਾਰਾਂ ਤੋਂ। ਔਰ ਇਹਨਾਂ ਦੇ ਚੰਡੀਗੜ੍ਹ ਦੇ 4 ਫੰਕਸ਼ਨ ਮੈਂ ਅਟੈਂਡ ਕੀਤੇ ਆ। ਮੇਰੇ ਮਨ 'ਚ ਇੱਕ ਕੁਐਸਚਨ ਸੀ ਕਿ ਮੇਰੇ 2 ਬੇਟੇ ਆ, ਇੱਕ ਬੇਟਾ ਮੈਰਿਡ ਹੈ, ਔਰ ਮੇਰੇ ਮਨ 'ਚ ਇਹ ਵਿਚਾਰ ਸੀ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਡੀਲ ਕਰਨ ਵੇਲੇ ਕੁਝ ਚੈਲੰਜਸ ਸਾਡੇ ਸਾਹਮਣੇ ਆਉਂਦੇ ਹੈ, ਖਾਸ ਕਰਕੇ ਜਦੋਂ ਅਸੀਂ ਬੱਚਿਆਂ ਨੂੰ ਧਾਰਮਿਕ ਵੱਲ ਮੋੜਨਾ ਚਾਹੁੰਦੇ ਹਾਂ। ਬੱਚਿਆਂ ਦੇ ਵਿੱਚ ਕੁਝ ਕੁਆਲਿਟੀਜ਼ ਐਸੀਆਂ, ਕੁਝ ਕੁਆਲਿਟੀਜ਼ ਅਸੀਂ ਦੇ ਵੀ ਸਕਦੇ ਹਾਂ, ਦੇ ਵੀ ਰਹੇ ਹਾਂ, ਪਰ ਮਨ ਦੇ ਵਿੱਚ ਬੱਚਿਆਂ ਨੂੰ ਅਸੀਂ ਓਨੈਸਟ ਵੀ ਬਣਾਤਾ, ਪੜ੍ਹਾ ਲਿਖਾ ਵੀ ਦਿੱਤਾ, ਹੋਰ ਵੀ ਕਈ ਕੁਆਲਿਟੀਜ਼ ਦੇਤੀਆਂ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਧਰਮ ਦੇ ਪ੍ਰਤੀ ਉਹ ਰੁਚੀ ਨਹੀਂ ਹੈ ਜੋ ਸਾਡੇ ਵਿੱਚ ਹੈ ਜਾਂ ਸਾਡੇ ਵਡੇਰਿਆਂ ਵਿੱਚ ਸੀ, ਤਾਂ ਮਨ 'ਚ ਇੱਕ ਦੁਵਿਧਾ ਆਉਂਦੀ ਹੈ ਕਿ ਇਹਦਾ ਦੋਸ਼ੀ ਅਸੀਂ ਅੱਜ ਕੱਲ੍ਹ ਦੀ ਹਵਾ ਪਾਣੀ ਨੂੰ ਕਹੀਏ ਜਾਂ ਅਸੀਂ ਆਪਣੇ ਆਪ ਨੂੰ ਦਈਏ। ਮੈਨੂੰ ਯਾਦ ਹੈ ਕਿ ਮੇਰੇ ਗ੍ਰੈਂਡ ਮਦਰ ਸ਼ਾਇਦ ਸਵੇਰੇ 3 ਵਜੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਸੀ ਜ਼ਬਾਨੀ। ਮੇਰੇ ਮਦਰ ਉਹ ਅੱਜ ਵੀ ਸੈਂਚੀ ਤੇ 2-3 ਪਾਠ ਸਾਲ ਦੇ ਕਰ ਲੈਂਦੇ ਹੈ। ਉਸ ਤੋਂ ਬਾਅਦ ਅਸੀਂ ਡੇਲੀ ਗੁਰਦੁਆਰੇ ਜਾਂਦੇ ਹਾਂ, ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਦੇ ਪਾਠ ਤੱਕ ਜ਼ਿਆਦਾਤਰ ਸੀਮਿਤ ਹੋ ਗਏ ਹਾਂ। ਪਰ ਮੈਨੂੰ ਲੱਗਦਾ ਹੈ ਕਿ ਅੱਜ ਬੱਚਿਆਂ ਨੂੰ ਡੇਲੀ ਗੁਰਦੁਆਰੇ ਜਾਣ ਵਾਸਤੇ ਵੀ ਕਹਿਣਾ ਜਾਂ ਮਨਾਉਣਾ ਇੱਕ ਚੈਲੰਜ ਹੈ। ਉਹ ਦੁਵਿਧਾ ਇਸ ਕਰਕੇ ਹੈ ਕਿ ਤੁਹਾਡੀਆਂ ਕੈਸਟਾਂ ਜਾਂ ਵਿਚਾਰ ਸੁਣਨ ਤੋਂ ਬਾਅਦ ਇਹ ਵੀ ਆਉਂਦਾ ਹੈ ਕਿ ਬੱਚਿਆਂ ਨੂੰ ਅਸੀਂ ਫੋਰਸ ਨਹੀਂ ਕਰ ਸਕਦੇ। ਸਵੇਰੇ ਉੱਠਣ ਵੇਲੇ, ਅੰਮ੍ਰਿਤ ਵੇਲੇ ਉੱਠਣ ਵੇਲੇ, ਪਾਠ ਕਰਨ ਵੇਲੇ, ਗੁਰਦੁਆਰੇ ਜਾਣ ਵੇਲੇ ਅਸੀਂ ਨਹੀਂ ਕਰ ਸਕਦੇ, ਅਸੀਂ ਕਰਨਾ ਵੀ ਨਹੀਂ ਚਾਹੁੰਦੇ। ਪਰ ਮੈਂ ਇਹ ਚਾਹੁੰਦਾ ਤੁਸੀਂ ਦੱਸੋ ਕਿ ਅਸੀਂ ਇਸ ਦੁਵਿਧਾ 'ਚੋਂ ਆਪਣਾ ਰੋਲ ਮਾਡਲ ਕਿਸ ਤਰੀਕੇ ਨਾਲ ਬਣੀਏ ਕਿ ਅਸੀਂ ਉਹਨਾਂ ਨੂੰ ਕੁਝ ਕਹੀਏ ਵੀ ਨਾ ਔਰ ਉਹਨਾਂ ਨੂੰ ਸਮਝਾ ਵੀ ਦਈਏ। ਮੇਰਾ ਇਹ ਕੁਝ ਪਿਆਰ। ਸਾਨੂੰ ਨਾ ਬਚਪਨ ਤੋਂ ਇੱਕ ਨਸ਼ਾ ਚੜ੍ਹਿਆ ਸੀ ਕਿ ਅਸੀਂ ਮੰਮੀ ਪਾਪਾ ਹਾਂ। ਦੂਜਾ ਨਸ਼ਾ ਚੜ੍ਹ ਗਿਆ ਵੀ ਸਮਾਜ ਵਿੱਚ ਲੋਕੀ ਆਪਣੇ ਬੱਚੇ ਪੜ੍ਹਾਉਂਦੇ ਨੇ ਅਤੇ ਅਸੀਂ ਸਮਾਜ ਵਿੱਚ ਪੂਰੇ ਉਹਨਾਂ ਦੇ ਨਾਲ ਰੇਸ ਵਿੱਚ ਪੂਰਾ ਉਤਰਨਾ, ਇਸ ਕਰਕੇ ਅਸੀਂ ਬੱਚਿਆਂ ਨੂੰ ਪੜ੍ਹਾਇਆ। ਲੇਕਿਨ ਮੈਂ ਮੰਮੀ ਪਾਪਾ ਹਾਂ ਔਰ ਅਸੀਂ ਇਹਨਾਂ ਨੂੰ ਪੜ੍ਹਾਉਣਾ ਹੈ, ਇਹ 2 ਗੱਲਾਂ ਨੇ ਇੱਕ ਨਸ਼ਾ ਇਹ ਚੜ੍ਹਾ ਦਿੱਤਾ ਕਿ ਬਾਈ ਹੁੱਕ ਔਰ ਕਰੁੱਕ ਪੜ੍ਹਾਉਣਾ ਹੈ। ਉਹਦੇ ਵਿਚਕਾਰ ਸਾਨੂੰ ਪਤਾ ਨਹੀਂ ਲੱਗ ਸਕਿਆ ਅਸੀਂ ਕਿਸ ਵੇਲੇ ਕਿਸ ਤਰ੍ਹਾਂ ਗੁੱਸਾ ਵੀ ਕੀਤਾ ਸੀ। ਬੱਚੇ ਨੇ ਗੁੱਸੇ ਦੇ ਅਗੇਂਸਟ ਕਈ ਵਾਰੀ ਨਫ਼ਰਤ ਕੀਤੀ, ਮੇਰਾ ਪਾਪਾ ਚੰਗਾ ਨਹੀਂ ਹੈ, ਕਈ ਵਾਰੀ ਨਫ਼ਰਤ ਕੀਤੀ ਮੇਰੀ ਮੰਮੀ ਚੰਗੀ ਨਹੀਂ ਹੈ, ਔਰ ਕਈ ਵਾਰੀ ਨਫ਼ਰਤ ਕੀਤੀ ਕਿ ਵੀ ਮੈਂ ਇਹਨਾਂ ਦੇ ਘਰ ਸਿੱਖ ਘਰ 'ਚ ਕਿਉਂ ਜੰਮ ਪਿਆ। ਤੁਹਾਡੇ ਨਾਲ ਨਹੀਂ ਮੈਂ ਮਿਲਾ ਕੇ ਗੱਲ ਕਰ ਰਿਹਾ, ਇਨ ਜਨਰਲ ਜਦੋਂ ਮੰਮੀ ਪਾਪਾ ਨੂੰ ਇਹ ਵਾਲਾ ਨਸ਼ਾ ਹੋ ਜਾਂਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਵੇਲੇ ਕਿਸ ਤਰ੍ਹਾਂ ਐਕਟ ਕੀਤਾ ਸੀ। ਉਹ ਐਕਟ ਵਿੱਚ ਕਈ ਵਾਰੀ ਤੁਹਾਡੇ ਅੱਜ ਦੇ ਕੁਐਸਚਨ ਦਾ ਕਰਕਸ ਹੈ ਕਿ ਧਰਮ ਨਾਲ ਕਿਵੇਂ ਜੋੜੀਏ, ਤਾਂ ਉਹ ਧਰਮ ਤੋਂ ਵੀ ਦੂਰ ਚਲਾ ਜਾਂਦਾ ਹੈ। ਉਹ ਸੋਚਦਾ ਹੈ ਜੇ ਇਹਨਾਂ ਦੇ ਧਰਮ ਵਿੱਚ ਪੜ੍ਹ ਕੇ ਇਸ ਤਰ੍ਹਾਂ ਹਮੇਸ਼ਾ ਗੁੱਸੇ ਹੀ ਰਹਿਣਾ ਹੈ, ਆਕੜੇ ਹੀ ਰਹਿਣਾ ਹੈ। ਤੁਹਾਡਾ ਸੁਭਾਅ ਉਂਝ ਨਹੀਂ ਹੈ, ਲੇਕਿਨ ਆਮ ਤੌਰ 'ਤੇ ਪਬਲਿਕ 'ਚ ਮੈਨੂੰ ਕੁਐਸਚਨ ਪੁੱਛਿਆ ਜਾਂਦਾ ਜਿਹੜੇ ਧਰਮੀ ਹੋ ਜਾਂਦੇ ਨੇ, ਬਹੁਤਾ ਪਾਠ ਕਰਦੇ ਨੇ, ਗੁਰਦੁਆਰੇ ਜਾਂਦੇ ਨੇ, ਉਹਨਾਂ ਨੂੰ ਗੁੱਸਾ ਬਹੁਤਾ ਕਿਉਂ ਚੜ੍ਹਦਾ ਹੈ? ਔਰ ਇਹ ਵਾਲੇ ਕੁਐਸਚਨ ਮੋਸਟਲੀ ਨੌਜਵਾਨ ਕਰਦੇ ਨੇ। ਕਰੈਕਟ? ਇਸ ਤਰ੍ਹਾਂ ਸਾਡਾ ਨੌਜਵਾਨ ਜਦੋਂ ਦੇਖਦਾ ਗੁਰਦੁਆਰਿਆਂ ਵਿੱਚ ਲੜਾਈਆਂ ਹੋ ਰਹੀਆਂ ਨੇ, ਪ੍ਰਬੰਧਕ ਲੜ ਰਹੇ ਨੇ ਔਰ ਸੰਗਤਾਂ ਆਪਸ ਵਿੱਚ ਲੜ ਰਹੀਆਂ, ਅਸੀਂ ਜੱਟ ਪਾਪੇ ਰਾਮਗੜੀਏ ਵਾਲੇ ਗੁਰਦੁਆਰੇ ਵੱਖਰੇ ਵੱਖਰੇ ਜ਼ਾਤ ਪਾਤ ਦੇ ਬਣਾਏ ਹੋਏ ਨੇ, ਇਹ ਸਾਰੀਆਂ ਚੀਜ਼ਾਂ ਦੇਖ ਕੇ ਗੁਰਦੁਆਰਾ ਇਲੈਕਸ਼ਨ ਹੈ ਨਾ,
ਇਹ ਸਾਰੀਆਂ ਚੀਜ਼ਾਂ ਤੋਂ ਬੱਚਾ ਟੁੱਟ ਜਾਂਦਾ ਹੈ। ਸਾਨੂੰ ਕੀ ਕਰਨਾ ਹੈ ਕਿ ਅਸੀਂ ਬੱਚੇ ਦੇ ਸਾਹਮਣੇ 24 ਆਵਰਸ ਵੇਲਾ ਸੰਭਾਲ ਕੇ ਬਚਪਨ ਤੋਂ, ਸਾਡਾ ਜਿਹੜਾ ਵੇਲਾ ਲੰਘ ਗਿਆ, ਅਸੀਂ ਗੁੱਸਾ ਕਰ ਬੈਠੇ, ਉਹ ਲੰਘ ਗਿਆ। ਲੇਕਿਨ ਫਿਊਚਰ ਵਿੱਚ ਹੈ ਕਿ ਜੇ ਅਸੀਂ 200% ਬੱਚੇ ਨੂੰ ਪਿਆਰ ਕੀਤਾ ਤਾਂ 400% ਸ਼ੁਰੂ ਕਰ ਦਈਏ। ਜਿੱਦਾਂ ਅਸੀਂ ਲਵਿੰਗ ਬੀਇੰਗ ਬਣਾਂਗੇ ਨਾ, ਬੱਚਾ ਉਤਨਾ ਪਸੰਦ ਕਰੇਗਾ ਕਿ ਮੇਰੇ ਮੰਮੀ ਪਾਪਾ ਚੰਗੇ ਨੇ, ਔਰ ਉਹਨਾਂ ਨੂੰ ਇਹ ਚੰਗੇ ਗੁਣ ਗੁਰਮਤ 'ਚੋਂ ਪ੍ਰਾਪਤ ਹੋਏ ਨੇ, ਤਾਂ ਮੈਨੂੰ ਗੁਰਮਤ ਫੋਲੋ ਕਰਨੀ ਚਾਹੀਦੀ ਹੈ। ਉਹਦੇ ਅੰਦਰ ਇਸ ਗੱਲ ਦਾ ਮਾਣ ਹੁੰਦਾ। ਤੁਸੀਂ ਆਪਣੇ ਮਦਰ ਦੀ ਗੱਲ ਕੀਤੀ, ਔਰ ਮੈਂ ਸ਼ਰਤੀਆ ਕਹਿੰਦਾ ਕਿ ਤੁਹਾਡਾ ਬੱਚਾ ਅਮਰੀਕਾ ਬੈਠ ਕੇ ਜਦੋਂ ਸਿੱਖ ਸੰਗਤਾਂ 'ਚ ਬੈਠੇਗਾ ਨਾ, ਤਾਂ ਕਹੇਗਾ ਮੇਰੀ ਦਾਦੀ ਸਵੇਰੇ ਉੱਠਦੀ ਹੈ, ਮੇਰੀ ਦਾਦੀ ਪਾਠ ਕਰਦੀ ਹੈ, ਕਿਉਂਕਿ ਅੰਦਰੋਂ ਇੱਕ ਬੜਾ ਸਾਇਲੈਂਟ ਜਿਹਾ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਮੇਰੇ ਪਾਪਾ ਸ਼ਰਾਬ ਨਹੀਂ ਪੀਂਦੇ, ਮੇਰੇ ਪਾਪਾ ਦਾੜੀ ਨਹੀਂ ਕੱਟਦੇ, ਮੇਰੀ ਮੰਮੀ ਆਈਬਰੋ ਨਹੀਂ ਕੱਟਦੀ, ਮੇਰੀ ਮੰਮੀ ਗੁਰਦੁਆਰੇ ਸਵੇਰੇ ਜਾਂਦੀ ਹੈ, ਮੇਰੀ ਮੰਮੀ ਮੇਰੀ ਦਾਦੀ ਦੀ ਸੇਵਾ ਕਰਦੀ ਹੈ। ਇਹ ਵਾਲੇ ਸਾਰੇ ਜਿਹੜੇ ਚੰਗੇ ਚੰਗੇ ਗੁਣ ਨੇ, ਬੱਚੇ ਬਹੁਤ ਕੈਚ ਕਰਕੇ ਰੱਖਦੇ ਨੇ। ਇਹਨਾਂ ਗੁਣਾਂ ਦਾ ਨਾਂ ਰੱਖ ਲਓ 200%, ਔਰ ਇਹਨੂੰ 400% ਕਰਨਾ ਸ਼ੁਰੂ ਕਰ ਦੇ, ਡਬਲ, ਤਾਂ ਹੋਰ ਕਰਾਮਾਤ ਵਾਪਰਦੀ ਜਾਏਗੀ। ਆਸਤਾ ਆਸਤਾ ਉਹ ਰਿਅਲਾਈਜ਼ ਕਰਦਾ ਜਾਂਦਾ ਹੈ। ਪਕੜ ਕੇ ਜ਼ਬਰਦਸਤੀ ਘੋੜੇ ਨੂੰ ਪਾਣੀ ਕੋਲ ਨਹੀਂ ਲਿਜਾਣਾ, ਫਿਰ ਉਹ ਪਾਣੀ ਨਹੀਂ ਪੀਏਗਾ। ਲੈਟ ਹਿਮ, ਲੈਟ ਹਰ, ਥੋੜਾ ਸਪੇਸ ਦਈਏ, ਬਸ ਪਿਆਰ ਕਰੀਏ, ਗੁੱਸਾ ਨਾ ਕਰੀਏ, ਕਰਸ ਨਾ ਕਰੀਏ, ਦੂਜੇ ਸਾਹਮਣੇ ਉਹਦੀ ਇਨਸਲਟ ਨਾ ਕਰੀਏ, ਹੋਰਾਂ ਨਾਲ ਕੰਪੇਅਰ ਕਰਕੇ ਉਹਨੂੰ ਲੈਟ ਡਾਊਨ ਨਾ ਕਰੀਏ। ਤੁਹਾਡਾ ਕੀ ਨਾਂ ਹੈ? ਮਹਿੰਦਰਪਾਲ ਸਿੰਘ। ਮੇਰੇ ਵੀਰ ਮਹਿੰਦਰਪਾਲ ਸਿੰਘ ਜੀ, ਤੁਹਾਡਾ ਕੁਐਸਚਨ ਆਨਸਰ ਹੋ ਗਿਆ? ਹਾਂਜੀ, ਥੈਂਕ ਯੂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਵੀਰ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਬਹੁਤ ਦਿਨ ਤੋਂ ਇੱਛਾ ਸੀ ਕਿ ਇਹਨਾਂ ਨਾਲ ਥੋੜ੍ਹੀ ਬਹੁਤ ਗੱਲਬਾਤ ਕੀਤੀ ਜਾਏ। ਵੀਰ ਜੀ, ਇੱਕ ਕੁਐਸਚਨ ਦਾ ਮੇਰਾ ਜਵਾਬ ਮੈਨੂੰ ਮਿਲ ਚੁੱਕਾ ਹੈ ਕਿ ਕਾਮ ਕੀ ਚੀਜ਼ ਹੈ। ਅੱਛਾ, ਠੀਕ ਹੈ, ਹੁਣ ਦੱਸੋ ਕਿ ਤੁਸੀਂ 5 ਚੀਜ਼ਾਂ 6 ਦਾ ਨਾਂ ਲਿਆ ਹੈ। ਇਹਨਾਂ 'ਚ ਇੱਕ ਕ੍ਰੋਧ ਹੈ, ਇੱਕ ਲੋਭ ਹੈ, ਇੱਕ ਮੋਹ ਹੈ, ਹੰਕਾਰ ਹੈ, ਈਰਖਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜ੍ਹਾ ਥੋੜ੍ਹਾ ਐਕਸਪਲੇਨ ਕਰੋ। ਜਿਸ ਹਿਸਾਬ ਨਾਲ ਟਾਈਟ ਟਾਈਮ ਹੈ, ਕੁਐਸਚਨ ਬੜਾ ਡਿਟੇਲ ਮੰਗਦਾ ਹੈ। ਤੁਸੀਂ ਇਨ ਪ੍ਰੀਸਾਈਜ਼, ਹੁਣ ਤੁਸੀਂ ਕਾਮ ਦੇ ਉੱਤੇ ਮੇਰੇ ਖਿਆਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ 40 ਸੈਕਿੰਡ ਲਗਾਏ ਹੋਣਗੇ। ਅੱਛਾ ਇਸ ਜੀ। ਤਰ੍ਹਾਂ ਕਰਕੇ ਤੁਸੀਂ ਜਿਹੜਾ ਨਾ ਸਾਰੀਆਂ ਚੀਜ਼ਾਂ ਐਕਸਪਲੇਨ ਕਰ ਦਿਓ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਕਨਫਿਊਜ਼ ਕਰਦੀਆਂ ਨੇ ਬੰਦੇ ਨੂੰ। ਜਿਤਨੀ ਇੱਛਾਵਾਂ ਪ੍ਰਗਟ ਕਰਾਂਗੇ ਨਾ ਅਸੀਂ ਦੁਨਿਆਵੀ ਪਦਾਰਥ ਦੀ ਔਰ ਵਰਡਲੀ ਸਕਸੈਸ ਦੀ, ਹਾਂ ਹਾਂ ਹਾਂ, ਉਤਨਾ ਅਸੀਂ ਤ੍ਰਿਸ਼ਨਾਲੂ ਹੁੰਦੇ ਜਾਵਾਂਗੇ। ਠੀਕ ਹੈ, ਇਸ ਕੰਮ ਤੋਂ ਛੁੱਟਣਾ ਹੈ, ਰਾਈਟ। ਅੱਛਾ, ਪਰ ਮੰਗ ਤੇ ਅੰਦਰ ਹੈ ਨਾ, ਤਾਂ ਉਹ ਇੱਛਾ, ਸਾਰੀਆਂ ਇੱਛਾਵਾਂ ਦਾ ਸੋਰਸ ਹੈ ਮਨ। ਮਨ ਫੁਰਨਿਆਂ ਦਾ ਕਾਰਨ ਆ। ਇਸ ਦੀ ਇੱਛਾ ਪੂਰੀ ਕਿਵੇਂ ਹੋਏਗੀ? ਇਹਨੂੰ ਸੰਤੋਖੀ ਬਣਾ ਲਈਏ, ਹੈ ਨਾ। ਤਾਂ ਇਹ ਜਿਹੜੀ ਕਾਮਨਾ ਹੈ, ਸੰਤੋਖੀ ਬਣ ਕੇ ਕੀ ਕਹੇਗਾ? ਦੇ ਨਾਮ ਸੰਤੋਖੀਆ, ਮਨੂੰ ਸੁਮਤ ਬਖਸ਼ੋ ਕਿ ਮੈਂ ਕੰਟੈਂਟਿਡ ਹੋ ਜਾਵਾਂ, ਉਤਰੇ ਮਨ ਕੀ ਭੁੱਖ। ਇਹਦੇ ਨਾਲ ਕਾਮਨਾ, ਕਾਮ ਸਾਡਾ ਕਾਬੂ ਆ ਜਾਂਦਾ, ਮੰਗਾਂ ਨਹੀਂ ਰਹਿੰਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਅਰਥ ਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਠੀਕ ਹੈ। ਕ੍ਰੋਧ, ਕ੍ਰੋਧ ਸਾਡੇ ਅੰਦਰ ਬਿਲਟ ਇਨ ਹੈ, ਲੇਕਿਨ ਕ੍ਰੋਧ ਆਪਣੇ ਅੰਦਰ ਇਸ ਗੱਲ ਦਾ ਕਰਨਾ ਚਾਹੀਦਾ ਹੈ ਕਿ ਮੈਂ ਵੇਲੇ ਸਿਰ ਥਿੜਕ ਕਿਉਂ ਜਾਂਦਾ। ਮੈਨੂੰ ਜਦੋਂ ਇਮਤਿਹਾਨ ਪੈਂਦਾ ਹੈ, ਜਦੋਂ ਔਖੀ ਘੜੀ ਜੰਮ ਸਤਾਉਂਦਾ ਹੈ, ਤਾਂ ਮੈਂ ਥਿੜਕ ਕਿਉਂ ਜਾਂਦਾ। ਤਾਂ ਅਸੀਂ ਇਹਦਾ ਇੱਕ ਐਗਜ਼ਾਮਪਲ ਬਣਾਇਆ ਸੀ ਕਿ ਅੱਜ ਮੇਰੀ ਬੱਚੀ ਅਮਰੀਕਾ 25 ਸਾਲ ਦੀ ਹੈ, ਉਹ ਅਮਰੀਕਨ ਬੌਰਨ ਬ੍ਰੌਟ ਅਪ ਹੈ, ਤਾਂ ਮੈਂ ਉਹਨੂੰ ਇੰਡੀਆ ਰੇਜ਼ ਕਰਨਾ ਚਾਹੁੰਦਾ ਸੀ। ਜਦੋਂ 6 ਸਾਲ ਦੀ ਸੀ, ਮੈਂ ਇੰਡੀਆ ਲੈ ਕੇ ਆਇਆ। ਉਹ ਸਕੂਲ ਦੇ 3 ਹਫ਼ਤਿਆਂ ਬਾਅਦ ਹੀ ਕਹਿੰਦੀ ਹੈ, ਪਾਪਾ ਮੈਂ ਇੱਥੇ ਨਹੀਂ ਪੜ੍ਹਨਾ। ਮੈਂ ਉਹਨੂੰ ਪੁੱਛਿਆ, ਬੱਚੇ ਕਿਉਂ? ਕਹਿੰਦੀ ਹੈ, ਗਲਤੀ ਇੱਕ ਬੱਚਾ ਕਰਦਾ ਹੈ, ਮੈਮ ਅੰਦਰ ਆਉਂਦੀ ਹੈ ਔਰ ਆ ਕੇ ਸਾਰੇ ਬੱਚਿਆਂ ਨੂੰ ਪਨਿਸ਼ ਕਰਦੀ ਹੈ। ਆਈ ਡੋਂਟ ਲਾਈਕ ਦਿਸ। ਅੱਛਾ, ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਤੇਰੀ ਮੈਮ ਦੇ ਨਾਲ ਗੱਲ ਕਰਾਂਗੇ। ਸ਼ੀ ਵਾਜ਼ ਐਡਮਿਟਿਡ ਇਨ ਸੇਂਟ ਥੋਮਸ ਸਕੂਲ। ਥੋੜ੍ਹੇ ਦਿਨਾਂ ਬਾਅਦ ਕਹਿੰਦੀ ਹੈ, ਮੈਂ ਇੰਡੀਆ ਨਹੀਂ ਰਹਿਣਾ। ਮੈਂ ਉਹਨੂੰ ਪੁੱਛਿਆ, ਬੱਚੇ ਕਿਉਂ? ਕਹਿੰਦੀ ਹੈ, ਉਹ ਗਲੀ ਵਿੱਚ ਨਾ ਸਾਰੇ ਬੱਚੇ ਖੇਡਦੇ ਨੇ, ਤਾਂ ਇੱਕ ਬੱਚਾ ਸਾਈਕਲ ਚਲਾ ਕੇ ਆਉਂਦਾ, ਉਹ ਸਾਰਿਆਂ ਦੇ ਪੈਰ ਉੱਤੇ ਸਾਈਕਲ ਚੜ੍ਹਾ ਦਿੰਦਾ। ਤਾਂ ਉਹਨੇ ਇੱਕ ਵਰਡ ਯੂਜ਼ ਕੀਤਾ ਸੀ, ਪਾਪਾ ਉਹਨੂੰ ਪਤਾ ਨਹੀਂ ਕੀ ਝੱਲ ਪੈ ਜਾਂਦਾ। ਮੈਂ ਉਹਦਾ ਇਹ ਵਰਡ ਪਕੜ ਲਿਆ।
ਰਾਈਟ, ਆਪਣੇ ਸਿੱਖਣ ਵਾਸਤੇ। ਉਹਨੂੰ ਝੱਲ ਪਹਿਲਾਂ ਪੈਂਦਾ ਹੈ, ਫਿਰ ਉਹ ਸਾਈਕਲ ਦੂਸਰਿਆਂ ਦੇ ਪੈਰ ਤੇ ਚੜਾਉਂਦਾ ਹੈ। ਕਰੈਕਟ। ਇੰਜ ਜਦੋਂ ਮੇਰੇ ਘਰ ਵਿੱਚ ਔਰ ਮੇਰੇ ਆਫਿਸ ਵਿੱਚ ਔਰ ਮੇਰੇ ਸਮਾਜ ਵਿੱਚ, ਮੇਰੀ ਬਰਾਦਰੀ 'ਚ, ਮੇਰੇ ਪੜੋਸੀ ਤੋਂ ਲੈ ਕੇ ਨੌਕਰ ਚਾਕਰ ਤੋਂ ਲੈ ਕੇ ਚਾਰੋਂ ਪਾਸੇ ਜੋ ਕੋਈ ਵੀ ਮਨੁੱਖ ਨੇ ਨਾ, ਇਹ ਕੁਛ ਵੀ ਗਲਤ ਕਰਦੇ ਨੇ ਨਾ, ਤਾਂ ਮੈਨੂੰ ਪੈ ਜਾਂਦਾ ਝੱਲ, ਹੈ ਨਾ। ਔਰ ਮੈਂ ਕ੍ਰੋਧੀ ਹੋ ਜਾਂਦਾ, ਮੇਰੀਆਂ ਅੱਖਾਂ ਚੜ੍ਹ ਜਾਂਦੀਆਂ ਨੇ, ਮੇਰੀ ਜ਼ੁਬਾਨ ਥਿੜਕ ਜਾਂਦੀ ਹੈ, ਮੈਂ ਕੁਰਸੀ ਤੋਂ ਇਸ ਤਰ੍ਹਾਂ ਉੱਠਦਾ ਵਾਂ, ਹੈ ਨਾ, ਮੈਨੂੰ ਝੱਲ ਪੈ ਜਾਂਦਾ ਹੈ। ਤਾਂ ਉਹ ਮੇਰੀ ਬੱਚੀ ਨੇ ਨਾ ਮੈਨੂੰ ਇਹ ਲਫ਼ਜ਼ ਦੇ ਦਿੱਤਾ, ਝੱਲ। ਸੋ ਆਪਣਾ ਝੱਲ ਦੇਖ ਪਾਉਣਾ ਕਿ ਮੈਨੂੰ ਝੱਲ ਪੈਣ ਵਾਲਾ ਹੈ ਨਾ। ਪਤਨੀ ਨੂੰ ਤਾਂ ਪਤਾ ਹੈ ਕਿ ਅੱਜ ਅੰਦਰ ਫੁਲਕਾ ਗਿਆ ਔਰ ਇਹ ਸੜਿਆ ਹੋਇਆ ਸਰਦਾਰ ਜੀ ਨੂੰ ਝੱਲ ਪੈਣ ਵਾਲਾ ਹੈ, ਉਹਨੂੰ ਤਾਂ ਪਤਾ ਲੱਗ ਜਾਂਦਾ ਹੈ। ਕਰੈਕਟ। ਲੇਕਿਨ ਸ਼ਾਹ ਜੀ ਨੂੰ ਆਪ ਸਮਝ ਨਹੀਂ ਆਉਂਦੀ ਕਿ ਮੈਨੂੰ ਝੱਲ ਪੈ ਜਾਣ ਲੱਗਾ ਹੈ ਨਾ। ਇੰਜ ਫੁਲਕੇ ਸੜੇ ਤੋਂ ਲੈ ਕੇ ਕੱਪੜੇ ਨਹੀਂ ਧੋਤੇ, प्रेस नहीं कीते, बटन नहीं लगाया, नौकर ने कार साफ नहीं की, ये नौकरानी ने क्या कर दिया, ऐ तू की कीता, तेरे पेकिया ने ऐ की कर दिता। ऐ सारे जितने झल पैंदे ने ना, किसी ने मेरी मर्जी मुताबक क्यों नहीं कुछ किया। ए झल नूं पहला देख लेना बड़े वड्डे क्रोधी दा काम है। क्रोध तो कीमती चीज़ है, पर ब्रेवनेस है हाउ टू कॉन्कर इट, हाउ टू होल्ड इट। मनु झल पैण वाला है और मैं नहीं झल पैन देना, मैं अपनी बॉडी बैलेंस नूं खराब नहीं होने देना। इन्ना क्रोध आना चाहिए, क्रोध आना चाहिए। इस समाज के अंदर स्त्रियों नूं क्यों सतांदे ने इंज। मैं अपने सारे जिंदगी दे जीवन चों सैक्रीफाइस करके मैं उठ के समाज के अंदर इस सच की गल करनी है, जुल्म के खिलाफ आवाज़ उठानी है कि औरत नूं बराबरता दिओ, औरत नूं दाज दे ना हेठा ना तंग करो। घर विचारियां बुढ़ियां बैठियां जिन्होंने सारी उम्र अपना खून पसीना लगा लगा के, कितनियां बीबियां मेरे नाल डिस्कस करदियां, मैं पैदल जाती सी, पढ़ाई करती सी, फिर मैं पैदल जाती सी, नौकरी करती सी, मैं और मेरे पति ने पेंशन का धेला धेला इकट्ठा करके मकान बनाया, अज नूह आ गई है और सानू बुढ़े बुढ़ी नूं घरों बाहर कड्ढदी पई है। ये कितने लोगों को सुनने को मिलता है। तो बस इस गल का क्रोध आना चाहिए कि क्यों नूहां सस्सां नूं तंग करदियां ने। इस गल का क्रोध आना चाहिए क्यों कई जगह सस्सां ने नूहां नूं दबाया होया। ये तो प्रोग्रेसिव हो गया ना। हाँ जी, ये तो प्रोग्रेसिव बन गया ना। हाँ, हुणे क्रोध आया ना, ये क्रोध आया तो प्रोग्रेसिव बन ਇਹਦੇ गया। ਨਾਲ किसी नाल लड़ना नहीं है, इस क्रोध ਨੂੰ ट्रांसफॉर्म करना है और समाज ਦੇ अंदर ਇਹਦੇ ਬਾਰੇ ਗੱਲ ਕਰਨੀ है, समाज ਨੂੰ जागृत करना है। जागृत ਉੱਚਾ बोल के, गालां ਕੱਢ के, लड़ाई करके, टेबल ते मुक्का मार के नहीं करना है। प्रोसैशंस कर करके, मुर्दाबाद मुर्दाबाद करके, किसी भी पॉलिटिशियन के अगेंस्ट बोल के नहीं करना है। सिर्फ लोगों की रूह नूं जगाना है प्यार दे नाल। ये क्रोध का काम है, ठीक है। इस तरह ही लोभ है ना। लोभ विच ठीक है कि मैनू ग्रीड होना चाहिए, पर ग्रीड मैनू डे बाई डे वध तो वध स्पिरिचुअलिटी का होना चाहिए। मैं चंगे चंगे गुण सीखा और पराया हक ना मारा। मोह दी कल मैं कॉलेज भी डिस्कस किया सी, जिस माँ नू अपने बच्चे नाल मोह नहीं होएगा वो बच्चा पालेगी नहीं, ठीक है ना। पर उन्होंने पड़ोसी का बच्चा चंगा नहीं लगता, झुग्गी झोपड़ी वाले का बच्चा चंगा नहीं लगता। नौकरानी बच्चा चुक के लियांदी है तो नौकरानी के बच्चे दे तन ते पूरे कपड़े भी नहीं ने। अपने बच्चे नूं असीं रजाई अंदर बिठा के रखते हैं और नौकरानी नूं कह रहे हैं हर वेले इहनूं क्यों चुकी रखदी हैं, इहनूं फ्लोर ते बिठा दे इन्नी ठंड ते। मेरे काके नूं तुसीं दूध छुआरे गर्म करके पिलाओ। ए मोह अन्ना मोह है, डिस्क्रिमिनेशन है। जिस तरह अपने बच्चे नूं तकदी है, इसे मोह दे नाल दूजे दे बच्चे नूं अपनी छाती नाल लाना। करेक्ट। ईर्खा है कि जो दूसरे कर रहे ने उत्थे मेरा ही ना आना चाहिए, राइट। जे कार की गल हुई है, तुहाडे कोल कार है, मेरे कोल कार क्यों नहीं है। लीड्स टू क्रोध आल्सो। एक हाँ जी, ये सारे इंटर रिलेटेड ने। ईर्खालू बंदा क्रोध भी करेगा, ईर्खालू बंदा डिस्क्रिमिनेशन वितकरे भी करेगा, ईर्खालू बंदा बैलेंस कदे नहीं रहेगा, ईर्खालू बंदा
ਕਰ ਬੈਠੋ ਵਿਸ਼ਰਾਮ ਦੀ ਅਵਸਥਾ 'ਚ ਕਦੇ ਨਹੀਂ ਆਏਗਾ। ਈਰਖਾਲੂ ਬੰਦਾ ਹੀ, ਜਿਤਨੇ ਇਹ ਗੁਰਦੁਆਰਿਆਂ ਦੇ ਤੁਸੀਂ ਝਗੜੇ ਦੇਖ ਰਹੇ ਹੋ ਔਰ ਪੋਲੀਟਿਕਸ ਦੀਆਂ ਉੱਚੀਆਂ ਉੱਚੀਆਂ ਕੁਰਸੀਆਂ ਦੇਖ ਰਹੇ ਹੋ, ਇਹ ਸਾਰੀਆਂ ਵਿਚਕਾਰ ਸਭ ਤੋਂ ਵੱਡੀ ਚੀਜ਼ ਈਰਖਾ ਹੀ ਕੰਮ ਕਰਦੀ ਹੈ। ਈਰਖਾ ਕਹਿੰਦੀ ਹੈ ਕਿ ਮੈਂ ਕੁਰਸੀ ਤੇ ਰਹਿਣਾ ਚਾਹੀਦਾ, ਇਹ ਕਿਉਂ ਹੈ, ਇਹਨੂੰ ਹਟਾਓ, ਬਸ ਕਿਉਂਕਿ ਮੈਂ ਠੀਕ ਹਾਂ। ਈਰਖਾ ਹੀ ਕਹਿ ਰਹੀ ਹੈ ਮੈਂ ਪ੍ਰਧਾਨ ਬਣਨਾ ਚਾਹੀਦਾ, ਇਹ ਪ੍ਰਧਾਨ ਕਿਉਂ ਹੈ। ਸੋ ਈਰਖਾ ਵਾਲਾ ਕ੍ਰੋਧੀ ਵੀ ਹੁੰਦਾ, ਵਿਤਕਰਾ ਵੀ ਕਰਦਾ, ਝਗੜੇ ਵੀ ਕਰਦਾ, ਮੈਂ ਨਾ ਮਾਨੂੰ ਕਰਦਾ ਹੈ। ਔਰ ਮੈਂ ਅਮਰੀਕਾ ਆਪਣੀ ਬੱਚੀ ਨੂੰ ਸਟੇਸ਼ਨ ਛੋੜਨ ਜਾ ਰਿਹਾ ਸੀ, ਰਸਤੇ ਵਿੱਚ ਚਰਚ ਦੇ ਉੱਥੇ ਰੋਜ਼ ਮੈਸੇਜ ਬਦਲ ਜਾਂਦਾ ਤਾਂ ਮੈਂ ਮੈਸੇਜ ਜ਼ਰੂਰ ਪੜ੍ਹਦਾ। ਤਾਂ ਇੱਕ ਦਿਨ ਇਹ ਮੈਸੇਜ ਲਿਖਿਆ ਹੋਇਆ ਸੀ, ਡੋਂਟ ਪ੍ਰੈਕਟਿਸ ਲਾਈਕ ਦਿਸ ਦੈਟ ਦਾ ਹੋਲ ਵਰਲਡ ਸ਼ੁੱਡ ਗੋ ਅਕੋਰਡਿੰਗ ਟੂ ਯੂ। ਇਹ ਪ੍ਰੈਕਟਿਸ ਛੱਡ ਦੇ, ਇਹ ਭੁਲੇਖਾ ਛੱਡ ਦੇ। ਸੋ ਸਾਰੀ ਦੁਨੀਆ ਮੇਰੇ ਮੁਤਾਬਕ ਚੱਲਿਆ ਕਰੇ। ਇਹ ਈਰਖਾ ਵੀ ਪੈਦਾ ਕਰੇਗੀ, ਕ੍ਰੋਧ ਵੀ ਪੈਦਾ ਕਰੇਗੀ, ਡੋਮੀਨੇਸ਼ਨ ਵੀ ਸਿਖਾਏਗੀ, ਵਿਤਕਰੇ ਵੀ ਹੋਣਗੇ, ਰਾਈਟ। ਹੰਕਾਰ, ਸੈਲਫ ਐਸਟੀਮ ਬਣਾ ਲਈਏ ਨਾ ਕਿ ਭੈੜੀਆਂ ਗੱਲਾਂ ਕਰਨ, ਹਾਂਜੀ, ਲੇਕਿਨ ਆਪਣੀ ਉਸ ਨੂੰ ਟਰਾਂਸਫਾਰਮ ਕਰ ਰਹੀ ਹੈ ਕਿ ਕ੍ਰੋਧ ਕਰਨਾ ਮੈਨੂੰ ਫੱਬਦਾ ਨਹੀਂ ਹੈ, ਭੈੜੀਆਂ ਗਾਲਾਂ ਕੱਢਣਾ ਮੈਨੂੰ ਫੱਬਦਾ ਨਹੀਂ ਹੈ, ਪੁੱਤਰ ਕਹਿ ਕੇ ਮੁੰਡੇ ਵਾਲੇ ਬਣਨਾ ਮੈਨੂੰ ਫੱਬਦਾ ਨਹੀਂ ਹੈ, ਦਾਜ ਲੈਣਾ ਮੈਨੂੰ ਫੱਬਦਾ ਨਹੀਂ ਹੈ, ਜੇ ਮੈਂ ਕਿਸੇ ਦੀ ਨੂੰਹ ਬਣ ਗਈ ਹਾਂ ਤਾਂ ਲੜਨਾ ਸੱਸ ਦੇ ਨਾਲ ਮੈਨੂੰ ਫੱਬਦਾ ਨਹੀਂ ਹੈ, ਮੈਨੂੰ ਆਪਣੀ ਉਹਨਾਂ ਦੀ ਧੀ ਬਣ ਕੇ ਰਹਿਣਾ ਚਾਹੀਦਾ, ਉਹਨਾਂ ਨੂੰ ਆਪਣੀ ਮਾਂ ਸਮਝ ਕੇ ਸੇਵਾ ਕਰੇ। ਇਹਨੂੰ ਸੈਲਫ ਐਸਟੀਮ, ਆਪਣੇ ਆਪ ਨੂੰ ਉੱਚੇ ਕਰਦੇ ਜਾਣਾ, ਤਾਂ ਇਹਨੂੰ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਇਹਦੇ ਅੰਦਰ ਹੀ ਇਲਾਜ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ, ਗੁਰੂ ਦਾ ਸ਼ਬਦ ਕਮਾਵਾਂਗੇ ਹਉਮੈ ਗਈ। ਵਰਨਾ ਸਾਕਤ ਅਰਸ ਸਾਧਨ ਜਾਣਾ ਤਿਨ ਅੰਤਰ ਹਉਮੈ ਕੰਡਾ, ਜੋ ਜੋ ਚਲੈ ਚੁਭੈ ਦੁੱਖ ਪਾਵੈ, ਜਮਕਾਸ ਹੈ ਸਿਰ ਡੰਡਾ ਹੈ। ਸੋ ਇਸ ਤਰ੍ਹਾਂ ਕਾਮ ਕ੍ਰੋਧ ਲੋਭ ਅਹੰਕਾਰ ਦੀ ਜੇ ਅਸੀਂ ਐਕਸੈਸ ਸ਼ਰਾਬ ਪੀ ਜਾਈਏ ਔਰ ਚੰਗਾ ਕਰਨ ਦੀ ਬਜਾਏ ਭੈੜਾ ਕਰਨਾ ਸ਼ੁਰੂ ਕਰ ਦਈਏ ਤਾਂ ਸਾਰਾ ਸਮਾਜ ਖਰਾਬ ਹੋ ਜਾਂਦਾ ਹੈ। ਅੱਜ ਦਾ ਟੌਪਿਕ ਵੀ ਇਹੀ ਸੀ ਨਾ, ਹੈ ਨਾ, ਬੜਾ ਸਿੰਪਲ ਸੀ। ਲੇਕਿਨ ਆਪਣੀ ਆਪਣੀ ਮੈਂ ਕਿਹੜੀ ਸ਼ਰਾਬ ਪੀਂਦਾ ਹਾਂ ਇਹਦੇ ਬਾਰੇ ਸਮਝ ਹੋਣੀ ਚਾਹੀਦੀ ਆ। ਆਪਣੀ ਸ਼ਰਾਬ, ਆਪਣਾ ਸ਼ਰਾਬ ਦਾ ਗਲਾਸ, ਆਪਣੇ ਗਲਾਸ ਅੰਦਰ ਮੈਂ ਕਿਤਨੀ ਪਾਈ ਹੈ, ਕੀ ਪਾਈ ਹੈ, ਕਿਉਂ ਪੀਂਦਾ ਹਾਂ, ਕਿਤਨੀ ਚੜੀ ਹੋਈ ਹੈ। 100 ਕਾਰਡ ਸ਼ਰਾਬੀਏ ਦੇ ਤਾਂ ਰਾਤੀ ਪੀ ਕੇ ਸਵੇਰੇ ਉਤਰ ਜਾਂਦੀ ਹੈ, ਮੇਰੀ 24 ਘੰਟੇ 75 ਸਾਲਾਂ ਤੋਂ ਚੜੀ ਹੋਈ ਹੈ। ਮੈਂ ਆਪਣੀ ਸ਼ਰਾਬ ਤੋਂ ਕਿਵੇਂ ਛੁੱਟਾਂ, ਅੱਜ ਦਾ ਟੌਪਿਕ ਇਹੀ ਸੀ। ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ ਜੀ।